ਨੈਚੁਰਲ ਹਰਬਲ ਸਪੈਸ਼ਲਿਸਟ ਡਾਕਟਰ ਕੁਮਾਰ ਹਰ ਬਿਮਾਰੀ ਨੂੰ ਕੁਦਰਤੀ ਜੜੀ ਬੂਟੀਆਂ ਨਾਲ ਇਲਾਜ ਕਰਕੇ ਜੜੋਂ ਖਤਮ ਕੀਤਾ ਜਾਂਦਾ ਹੈ। ਹਰ ਕਿਸਮ ਦੀਆਂ ਦਰਦਾਂ, ਸ਼ੂਗਰ, ਭਾਰ ਘਟਾਉਣਾ ਤੇ ਗੁਪਤ ਰੋਗਾਂ ਦਾ ਸ਼ਰਤੀਆ ਇਲਾਜ ਡਾਕਟਰ ਕੁਮਾਰ, ਜਿਨ੍ਹਾਂ ਨੂੰ 30 ਸਾਲ ਦਾ ਤਜਰਬਾ ਹੈ। ਸੈਕਸੁਅਲ ਪ੍ਰੋਬਲਮ, ਸੰਤਾਨ ਦਾ ਨਾ ਹੋਣਾ, ਮਰਦਾਂ ਤੇ ਇਸਤਰੀਆਂ ਦੇ ਗੁਪਤ ਰੋਗਾਂ ਅਤੇ ਦਿਮਾਗੀ ਪਰੇਸ਼ਾਨੀ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਕਿਸੇ ਵੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ। ਮੁਫਤ ਮਸ਼ਵਰੇ ਲਈ ਡਾਕਟਰ ਕੁਮਾਰ ਨੂੰ ਫੋਨ ਕਰੋ 7182165137 7188495859। ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ ਜੀ ਆਇਆਂ ਨੂੰ। ਵੈਲਕਮ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ। ਮੈਂ ਪ੍ਰਿਆ ਸਹਾਈ ਜੀ ਹਰ ਵਾਰ ਦੀ ਤਰ੍ਹਾਂ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਨਿੱਘਾ ਜੀ ਆਇਆਂ ਨੂੰ ਆਖਦੀ ਹਾਂ ਜੀ ਤੁਹਾਡੇ ਆਪਣੇ ਟੀਵੀ ਚੈਨਲ ਧਮਕ ਪੰਜਾਬ ਦੀ ਤੇ ਔਰ ਤੁਹਾਡੇ ਆਪਣੇ ਵੀਡੀਓ ਧਮਕ ਪੰਜਾਬ ਦੀ ਵੀਡੀਓ ਤੇ ਇਸ ਵੇਲੇ ਤੁਸੀਂ ਵੇਖ ਰਹੇ ਹੋ, ਨਾਲ ਸੁਣ ਰਹੇ ਹੋ ਸਾਡਾ ਲਾਈਵ ਪ੍ਰੋਗਰਾਮ ਜੀ ਡਾਕਟਰ ਕੁਮਾਰ ਜੀ ਦੇ ਨਾਲ। ਅਸੀਂ ਆਪ ਸਭ ਦੀ ਖਾਸ ਮੁਲਾਕਾਤ ਕਰਾਣੇ ਹੈਗੇ ਧਮਕ ਪੰਜਾਬ ਦੀ ਅਦਾਰੇ ਦੇ ਰਾਹੀਂ, ਲਾਈਵ ਪ੍ਰੋਗਰਾਮ ਦੇ ਰਾਹੀਂ। ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ, ਡਾਕਟਰ ਕੁਮਾਰ ਜੀ ਹਰਬਲ ਸਪੈਸ਼ਲਿਸਟ ਨੇ ਪਿਛਲੇ ਕਈ ਸਾਲਾਂ ਤੋਂ, ਈਵਨ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਆਪਣੇ ਇਸ ਹੁਨਰ ਦੇ ਰਾਹੀਂ, ਆਪਣੇ ਇਸ ਟੈਲੈਂਟ ਦੇ ਰਾਹੀਂ ਕਾਫੀ ਲੋਕਾਂ ਦੀ ਮਦਦ ਕੀਤੀ ਹੈ, ਕਾਫੀ ਲੋਕਾਂ ਨੂੰ ਜੀ ਰਾਹਤ ਮਿਲੀ ਹੈਗੀ ਉਹਨਾਂ ਦੇ ਰੋਗਾਂ ਤੋਂ। ਤਾਂ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ, ਕੋਈ ਵੀ ਅਗਰ ਤੁਹਾਨੂੰ ਰੋਗ ਪਰੇਸ਼ਾਨ ਕਰ ਰਿਹਾ ਹੈ, ਸਰੀਰਕ ਤੌਰ ਤੇ ਅਗਰ ਤੁਸੀਂ ਤੰਦਰੁਸਤ ਨਹੀਂ ਮਹਿਸੂਸ ਕਰ ਰਹੇ, ਜ਼ਰੂਰ ਜੀ ਡਾਕਟਰ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਸਵਾਲ ਹੋਵੇ, ਗੁਪਤ ਰੋਗ ਹੋਣ, ਸੈਕਸ਼ੂਅਲ ਡਿਸਆਰਡਰਸ ਹੋਣ, ਐਨੀਥਿੰਗ, ਹੈਡੇਕ ਹੋ ਗਿਆ, ਮਾਈਗ੍ਰੇਨ ਦੀ ਪ੍ਰੋਬਲਮ ਹੋ ਗਈ, ਬੱਚੇ ਅਗਰ ਖਾਣਾ ਨਹੀਂ ਖਾ ਰਹੇ ਪ੍ਰੋਪਰ ਟਾਈਮ ਤੇ, ਐਨੀ ਇਸ਼ੂ, ਕੋਈ ਵੀ ਕਿਸੇ ਵੀ ਤਰੀਕੇ ਦਾ ਸਵਾਲ ਹੋਵੇ, ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰ ਸਕਦੇ ਹੋ। ਇਸ ਵੇਲੇ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ ਜੀ ਐਵਰੀ ਮੰਡੇ 11 AM ਈਸਟਰਨ ਸਟੈਂਡਰਡ ਟਾਈਮ ਜ਼ੋਨ ਦੇ ਹਿਸਾਬ ਨਾਲ, ਔਰ ਐਵਰੀ ਫਰਾਈਡੇ 7 PM ਈਸਟਰਨ ਸਟੈਂਡਰਡ ਟਾਈਮ ਜ਼ੋਨ ਦੇ ਹਿਸਾਬ ਨਾਲ ਜੀ ਡਾਕਟਰ ਸਾਹਿਬ ਨਾਲ ਤੁਸੀਂ ਗੱਲਬਾਤ ਲਾਈਵ ਗੱਲਬਾਤ ਕਰ ਸਕਦੇ ਹੋ। 7188503737 ਔਰ 9175032013 ਤੇ ਜੀ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ। ਔਰ ਬਾਈ ਚਾਂਸ ਅਗਰ ਤੁਸੀਂ ਆਪਣੇ ਕਿਸੇ ਵੀ ਰੋਗ ਦੇ ਬਾਰੇ ਇਹਨਾਂ ਦੇ ਨਾਲ ਲਾਈਵ ਪ੍ਰੋਗਰਾਮ ਤੇ ਨਹੀਂ ਗੱਲਬਾਤ ਕਰਨਾ ਚਾਹੁੰਦੇ ਜੀ, ਇਹਨਾਂ ਦੇ ਤੁਸੀਂ ਕਲੀਨਿਕ ਤੇ ਕਾਲ ਕਰ ਸਕਦੇ ਹੋ 7182165137 7188495859 ਜੀ। ਇਹ ਨੰਬਰ ਵੀ ਲਗਾਤਾਰ ਤੁਹਾਡੀ ਸਕਰੀਨ ਤੇ ਆਉਂਦੇ ਰਹਿਣਗੇ। ਤਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਡਾਕਟਰ ਸਾਹਿਬ ਦਾ ਨਿੱਘਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਆਪ ਜੀ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਹੈ ਸਾਡੇ ਸਟੂਡੀਓ 'ਚ। थैंक यू प्रिया, थैंक यू, गुड टू सी यू। और लेट्स बिगिन विद द हॉटेस्ट टॉपिक। आजकल मौसम बदल रहा है, टू बिगिन विद दैट, इस बदलते हुए मौसम ਦੇ ਵਿੱਚ ਕਿਹੜੇ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਨੇ ਔਰ ਕਿਹੋ ਜਿਹੀਆਂ ਬਿਮਾਰੀਆਂ ਦੇ ਨਾਲ ਤੁਸੀਂ ਇਸ ਮੌਸਮ ਦੇ ਵਿੱਚ ਖਾਸ ਕਰਕੇ ਡੀਲ ਕਰ ਰਹੇ ਹੋ? वाकई अच्छी गल है कि हुण क्योंकि मौसम चेंज हो रहा है, ਬਿਲਕੁਲ ठंड शुरू होने लगी है ਜੀ। और ਜਦੋਂ ठंड शुरू होती है मोस्टली ਜਾਂ पेन्स सॉरी ਜਾਂ ਆਪਣਾ ਖਾਂਸੀ, ਰੇਸ਼ਾ, ਬ੍ਰੋਂਕਾਈਟਿਸ, ਨੇਜ਼ਲ, ਤੇ ਕਿਉਂ ਨਾ ਆਪਾਂ ਅੱਜ ਇਸੇ ਟੌਪਿਕ ਤੇ ਕਰੀਏ ਗੱਲ ਜੀ, ਕਿਉਂਕਿ ਹਜੇ ਮੌਸਮ ਸ਼ੁਰੂ ਹੋਇਆ ਹੀ ਹੈ ਜੀ। ਸੌਰੀ, नो प्रॉब्लम। ਮੇਰਾ ਇਹ ਹੈ ਕਿ ਸਾਰਾ ਦਿਨ ਕੰਟੀਨਿਊਸਲੀ ਮੈਨੂੰ ਬੋਲਣਾ ਪੈਂਦਾ। ਬਿਲਕੁਲ ਔਰ ਬਿਲਕੁਲ, ਦਿਸ ਇਜ਼ ਆਲਸੋ ਵਨ ਆਫ ਦੀ ਕਾਜ਼। ਦੈਟਸ ਰਾਈਟ। ਕਈ ਵਾਰ ਮੈਂ ਪੇਸ਼ੈਂਟਸ ਨੂੰ ਵੀ ਦੱਸਦਾ, ਕੰਟੀਨਿਊਸਲੀ ਬੋਲਣ ਦੇ ਨਾਲ ਵੀ ਇਦਾਂ ਗਲੇ 'ਚ ਖਰਕਟ ਆਉਂਦੀ ਹੈ। ਜੀ ਜੀ ਤੇ ਬਿਲਕੁਲ। ਮੈਨੂੰ ਦੇਖੋ ਇੱਥੇ ਜਾ ਕੇ ਫਿਰ ਆਫਿਸ 'ਚ ਫਿਰ ਕੰਟੀਨਿਊਸਲੀ ਸਾਰਾ ਦਿਨ ਕਾਲਸ I know you have very busy schedule. I've seen it with my own eyes. ਜੀ ਡਾਕਟਰ ਸਾਹਿਬ ਦਾ schedule ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈ, ਇਸ ਕਰਕੇ ਅਗਰ ਬਾਈ ਚਾਂਸ ਨਹੀਂ ਵੀ ਫੋਨ ਚੁੱਕ ਹੁੰਦਾ, ਆਪਣਾ ਨਾਮ ਔਰ ਫੋਨ ਨੰਬਰ ਜ਼ਰੂਰ ਇਹਨਾਂ ਦੇ ਵੌਇਸਮੇਲ ਦੇ ਵਿੱਚ ਤੁਸੀਂ ਛੱਡੋ, ਜਿਸ ਨਾਲ ਡਾਕਟਰ ਸਾਹਿਬ ਤੁਹਾਨੂੰ ਕਾਲ ਬੈਕ ਕਰ ਸਕਦੇ ਨੇ। ਜੀ ਡਾਕਟਰ ਸਾਹਿਬ, ਤੇ ਇਸ ਤਰ੍ਹਾਂ ਹੀ ਕਰਦੇ ਆ ਜਿੱਦਾਂ ਮੌਸਮ ਬਦਲੇ ਦੀ ਗੱਲ ਕੀਤੀ ਜੀ। ਤੇ ਰੈਸਪੀਰੇਟਰੀ ਬਾਰੇ ਗੱਲ ਕਰੀਏ, ਬਿਲਕੁਲ। ਨੇਜ਼ਲ, ਬ੍ਰੋਂਕਾਈਟਿਸ, ਲੰਗਸ ਬਾਰੇ, ਖਾਂਸੀ, ਰੇਸ਼ਾ, ਦਮਾ, ਇਹੋ ਜਿਹੀਆਂ ਚੀਜ਼ਾਂ ਮੌਸਮ ਸ਼ੁਰੂ ਹੋਇਆ ਤੇ ਅੱਜ ਕੱਲ੍ਹ ਕਾਫੀ ਹੋਣੇ ਸ਼ੁਰੂ ਹੋ ਜੀ ਜਾਂਦੀਆਂ। ਜੀ ਜੀ ਐਂਡ ਆਈ ਐਮ ਆਲਸੋ ਡੀਲਿੰਗ ਵਿਦ ਥੀਸ ਡੇਜ਼ ਲੋਟ ਆਫ ਪੀਪਲ ਵਿਦ ਥੀਸ ਆਲਰੇਡੀ ਹੂ ਹੈਵ ਦਿਸ ਪ੍ਰੋਬਲਮ ਫॉर ਅ ਲੌਂਗ ਟਾਈਮ। ਰਾਈਟ। ਸੋ ਪ੍ਰਿਆ, ਐਕਚੁਅਲੀ ਹੁੰਦਾ ਕੀ ਹੈ, ਜੇ ਆਪਾਂ ਬ੍ਰੋਂਕਾਈਟਿਸ ਬਾਰੇ ਗੱਲ ਕਰੀਏ, ਪਹਿਲਾਂ ਆਪਾਂ ਸਰੋਤਿਆਂ ਨੂੰ ਵੀ ਦੱਸ ਦਈਏ ਬ੍ਰੋਂਕਾਈਟਿਸ ਕੀ ਹੈ। ਬਿਲਕੁਲ ਸੋ ਪਿਆਰੇ ਦਰਸ਼ਕੋ, ਬ੍ਰੋਂਕਾਈਟਿਸ ਇੱਕ ਮਤਲਬ ਸੋਜਸ਼ ਹੈ। ਜੀ ਇਹ ਸਟਾਰਟ ਹੁੰਦੀ ਹੈ ਨੋਜ਼ ਤੋਂ। ਜੀ। ਨੱਕ ਦੇ ਅੰਦਰ ਮਿਊਕਸ ਮੈਂਬਰੇਨ ਦੀ ਸੋਜਸ਼ ਹੁੰਦੀ ਹੈ ਔਰ ਸਟਾਰਟਿੰਗ ਫਰਮ ਦਾ ਨੋਜ਼, ਫਿਰ ਇਹ ਥਰੋਟ 'ਚ ਚਲੀ ਜਾਂਦੀ ਹੈ, ਫਿਰ ਹੌਲੀ ਹੌਲੀ ਇਹ ਲੰਗਸ ਦੇ ਵਿੱਚ ਚਲੀ ਜਾਂਦੀ ਹੈ। ਜੀ ਜਿੱਦਾਂ ਮੈਂ ਕੰਟੀਨਿਊਸਲੀ ਬੋਲਣ ਕਰਕੇ ਮੇਰੇ ਆਪਣੇ ਗਲੇ 'ਚ ਖਰਖਰੀ ਇਸ ਵੇਲੇ। ਵਾਟ ਆਈ ਮੀਨ ਟੂ ਸੇ, what is bronchitis? Bronchitis is an inflammation in the mucous membrane starting from the nose, then goes to the throat and ultimately it goes to the lungs. ਰਾਈਟ ਫੇਫੜਿਆਂ 'ਚ ਚਲੇ ਜਾਂਦੀ ਹੈ। ਰਾਈਟ। ਇਹਦੇ ਨਾਲ ਫਿਰ ਖਾਂਸੀ ਆਏਗੀ, ਫਿਰ ਕਈ ਵਾਰੀ ਜੇ ਪ੍ਰੋਲੋਂਗਡ ਕਫ ਰਹਿਣ ਲੱਗ ਜਾਏ ਰਾਈਟ ਤੇ ਉਹ ਠੀਕ ਨਹੀਂ ਹੁੰਦੀ। ਜੀ। ਉਸ ਕਰਕੇ ਕਦੇ ਵੀ ਇਹਨੂੰ ਮਤਲਬ ਅਵੋਇਡ ਨਹੀਂ ਕਰਨਾ ਚਾਹੀਦਾ। ਜੀ।
ਹੁੰਦੀ ਕਿਉਂ ਹੈ? ਕਾਜ਼ਿਸ ਦੇ ਵਿੱਚ ਤੁਸੀਂ ਲਾ ਲਓ ਵੀ ਇਟਸ ਲਾਈਕ ਏ ਇਨਫੈਕਸ਼ਨ ਥਰੂ ਏ ਵਾਇਰਸ। ਵਾਇਰਸ ਜਿਹੜਾ ਹੈ ਇਹ ਵੀ ਕੰਟੇਗੀਅਸ ਵਾਇਰਸ ਹੈ, ਰਾਈਟ ਰਾਈਟ, ਇੱਕ ਦੂਜੇ ਤੋਂ ਵੀ ਸਲਾਈਵਾ ਤੋਂ ਵੀ ਹੋ ਜਾਂਦੀ ਹੈ, ਓ ਮਾਈ ਗॉड, ਰਾਈਟ, ਜਿਹੜਾ ਸ਼ਾਇਦ ਪਬਲਿਕ ਨੂੰ ਨਹੀਂ ਪਤਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜੀ ਬ੍ਰੋਂਕਾਈਟਸ ਬਾਰੇ, ਨੋਜ਼ ਬਾਰੇ, ਥਰੋਟ ਬਾਰੇ, ਖਾਂਸੀ ਰੇਸ਼ੇ ਬਾਰੇ, ਇਟ ਆਲਸੋ ਹੈਪਨਸ ਬਿਕਾਜ਼ ਆਫ ਦਾ ਵਾਇਰਸ। ਰਾਈਟ, ਔਰ ਇਹ ਵਾਲਾ ਵਾਇਰਸ ਇੱਕ ਦੂਸਰੇ ਤੋਂ ਸਲਾਈਵਾ ਤੋਂ ਵੀ ਹੋ ਜਾਂਦਾ ਜੀ। ਹੈ ਜਾਂ 에ਅਰ ਤੋਂ ਵੀ ਕਿਸੇ ਵੇਲੇ ਆਪਾਂ ਲੈ ਲੈਨੇ ਇਨਫੈਕਸ਼ਨ। ਸੋ ਬੇਸਿਕਲੀ ਇਟ ਇਜ਼ ਆਲਸੋ ਐਨ ਇਨਫੈਕਸ਼ਨ ਥਰੂ ਏ ਵਾਇਰਸ। ਰਾਈਟ, ਉਹ ਫਿਰ ਨੱਕ ਤੋਂ ਸ਼ੁਰੂ ਹੋਏਗਾ ਹਮੇਸ਼ਾ। ਨੱਕ ਤੋਂ ਥੋੜੀ ਜਿਹੀ ਅੰਦਰ ਮਿਊਕਸ ਮੈਂਬਰੇਨ 'ਚ ਇਨਫਲੇਮੇਸ਼ਨ ਆਏਗੀ, ਫਿਰ ਥਰੋਟ 'ਚ ਜਾਏਗੀ, ਫਿਰ ਲੰਗਸ 'ਚ ਜਾਏਗੀ। ਜੀ, ਜਦੋਂ ਇਹ ਲੰਗਸ 'ਚ ਚਲੇ ਜਾਂਦੀ ਹੈ ਉਹਦੇ ਬਾਅਦ ਕੀ ਹੁੰਦਾ ਹੈ? ਤੁਹਾਨੂੰ ਬਾਰ-ਬਾਰ ਖਾਂਸੀ ਆਏਗੀ। ਜਦੋਂ ਇਹ ਖਾਂਸੀ ਕਰਦੇ ਕਰਦੇ ਕਿਤੇ ਵੇਲੇ ਜੇ ਰੇਸ਼ਾ ਜਾਂ ਬਲੱਡ ਆਉਂਦਾ ਹੈ ਤੇ ਉਹ ਡੇਂਜਰਸ ਹੈ। ਇਟ ਇਜ਼ ਵੈਰੀ It is very dangerous. ਰਾਈਟ, ਬਿਲਕੁਲ। ਸੋ ਆਈ ਮੀਨ ਲੰਗ ਦੀ ਕੰਪਲਿਕੇਸ਼ਨਸ, ਜਿੱਦਾਂ ਆਪਾਂ ਬ੍ਰੋਂਕਾਈਟਸ ਦੀ ਗੱਲ ਕਰ ਰਹੇ ਹਾਂ, ਬ੍ਰੋਂਕਾਈਟਸ, ਬ੍ਰੋਂਕੀਓਐਕਟਿਸਿਸ, ਨਿਮੋਨੀਆ, ਜੀ, ਟਿਊਬਰਕਲੋਸਿਸ, ਐਸਥਮਾ, ਐਸਥਮੈਟਿਕ ਬ੍ਰੋਂਕਾਈਟਸ, ਐਲਰਜਿਕ ਬ੍ਰੋਂਕਾਈਟਸ। ਸੋ ਬ੍ਰੋਂਕਾਈਟਸ ਇਜ਼ ਆਲਸੋ ਸੋ ਮੈਨੀ ਟਾਈਮਸ ਜੇ ਐਲਰਜੀ ਦਾ ਕਿਸੇ ਚੀਜ਼ ਦੀ ਐਲਰਜੀ ਜਿੱਦਾਂ ਸੇ ਵਾਇਰਸ ਤੋਂ ਹੋ ਜਾਂਦੀ ਹੈ, ਜੀ, ਇਨਫੈਕਸ਼ਨ ਜਿਹੜੀ ਹੈ ਵਾਇਰਸ ਤੋਂ ਹੋ ਜਾਂਦੀ ਹੈ। ਜੀ, ਸੋ ਅੱਜ ਕੱਲ੍ਹ ਜਦੋਂ ਮੌਸਮ ਸ਼ੁਰੂ ਹੁੰਦਾ ਹੈ ਤੇ ਆਮ ਦੇਖੋ ਤੁਸੀਂ ਕਈ ਵਾਰੀ ਆਪਾਂ ਕੋਈ ਟਰੈਵਲ ਕਰਦੇ ਆ, ਕੋਈ ਟ੍ਰੇਨ 'ਚ ਹੈ ਜਾਂ ਬੱਸਿਸ ਦੇ ਵਿੱਚ ਹੈ, ਜਾਂ ਕੋਈ ਇੱਕ ਦੂਸਰੇ ਤੋਂ ਸਲਾਈਵਾ ਜੋ ਮੈਂ ਦੱਸਿਆ ਹੋ ਜਾਂਦੀ ਹੈ। ਸੋ ਇਟ ਇਜ਼ ਐਨ ਇਨਫੈਕਸ਼ਨ ਕਾਜ਼ਿੰਗ ਕਫ। ਫਿਰ ਛਾਤੀ 'ਚ ਦਰਦ ਹੋਏਗੀ, ਸਾਹ ਚੜੇਗਾ, ਵਾਰ-ਵਾਰ ਖਾਂਸੀ ਆਏਗੀ, ਬਲਗਮ ਆਏਗੀ, ਰੇਸ਼ਾ ਆਏਗੀ। ਇੱਥੇ ਸਾਡਾ ਰੋਲ ਹੈ ਜੀ, ਜਿਹੜਾ ਬਲਗਮ ਜਿਹੜੀ ਹੈ ਨਾ, ਅਸੀਂ ਜਿਹੜੀ ਹਮੇਸ਼ਾ ਹੀ ਕਰਦੇ ਆ, ਉਹਨੂੰ ਤੁਸੀਂ ਛਾਤੀ 'ਚ ਨਾ ਗਿਣਨ ਦਿਓ, ਰਾਈਟ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਕਿ ਨਜ਼ਲਾ, ਰੇਸ਼ਾ, ਕੇਰਾ, ਜਿਹੜਾ ਗਲੇ 'ਚੋਂ ਛਾਤੀ 'ਚ ਚਲੇ ਜਾਂਦਾ ਹੈ। ਉਹ ਜਦੋਂ ਛਾਤੀ 'ਚ ਚਲੇ ਜਾਂਦਾ ਹੈ, ਉਹ ਜਾ ਕੇ ਲੰਗਸ ਦੇ ਵਿੱਚ ਫਿਰ ਇਨਫੈਕਸ਼ਨ ਜ਼ਿਆਦਾ ਕਰਦਾ ਹੈ, ਫਿਰ ਚੈਸਟ ਬਲੌਕ ਹੁੰਦੀ ਹੈ, ਰਾਈਟ, ਉਹ ਫਿਰ ਬ੍ਰੋਂਕੀਓਕਟੇਸਿਸ ਹੋ ਜਾਏਗੀ, ਫੇਫੜੀਆਂ ਦੀ ਨਾੜਾਂ 'ਚ ਸੋਜਸ਼ ਹੋਏਗੀ, ਜੇ ਨਾਲ ਬੁਖਾਰ ਰਹਿਣ ਲੱਗ ਜਾਏ ਰਾਈਟ, ਔਰ ਫਿਰ ਰੇਸ਼ਾ ਔਰ ਖਾਂਸੀ ਜਲਦੀ ਠੀਕ ਨਾ ਹੋਵੇ Right. ਤੇ ਕਦੀ ਰਿਸਕ ਨਹੀਂ ਲੈਣਾ ਚਾਹੀਦਾ। ਦੈਨ ਯੂ ਆਰ ਡੈਫੀਨਿਟਲੀ ਸਪੋਜ਼ਡ ਟੂ ਟਾਕ ਟੂ ਦ ਡਾਕਟਰ। ਰਾਈਟ, ਇੱਥੇ ਫਿਰ ਇਹ ਆ ਵੀ ਉਹਨਾਂ ਨੇ ਐਕਸ-ਰੇ ਕਰਨੇ ਆ, ਕਈ ਟੈਸਟ ਕਰ ਛੱਡਨੇ ਆ ਔਰ ਫਿਰ ਐਂਟੀਬਾਇਓਟਿਕਸ ਦੇਣੇ ਆ। ਔਰ ਮਜ਼ੇਦਾਰ ਗੱਲ ਇਹ ਹੈ ਕਿ ਕਈ ਵਾਰੀ ਅਸੀਂ ਛੋਟੀ ਜਿਹੀ ਤੁਹਾਨੂੰ ਹੋਮ ਰੈਮਡੀਜ਼ ਦੱਸਦੇ ਆ, ਤੁਸੀਂ ਠੀਕ ਹੋ ਜਾਂਦੇ ਆ। ਉੱਥੇ ਸਾਡੇ ਜਿਹੜੀ ਦੇਸੀ ਹੈ, ਦੋਜ਼ ਆਰ ਕਾਲਡ ਨੈਚੁਰਲ ਐਂਟੀਬਾਇਓਟਿਕਸ। ਰਾਈਟ, ਨੈਚੁਰਲ ਐਂਟੀਬਾਇਓਟਿਕਸ ਨਾਲ ਕੀ ਹੁੰਦਾ ਹੈ ਕਿ ਦੈਟ ਇਜ਼ ਕਾਜ਼ਸ ਬ੍ਰੋਂਕੋਡਾਇਲੇਟੇਸ਼ਨ। Okay. ਛਾਤੀ ਦੀਆਂ ਜਿਹਨੂੰ ਆਪਾਂ ਕਹਿੰਦੇ ਬ੍ਰੋਂਕਿਊਲਸ, ਲੰਗਸ ਦੇ ਅੰਦਰ, ਫੇਫੜਿਆਂ ਦੇ ਅੰਦਰ ਛੋਟੀ ਛੋਟੀ ਨਾੜੀਆਂ ਹੁੰਦੀਆਂ। ਜਦੋਂ ਰੇਸ਼ਾ ਜੰਮ ਜਾਂਦੀ ਹੈ, ਜੀ। ਉਹ ਫਿਰ ਛਾਂ ਦੀ ਆਵਾਜ਼ ਆਏਗੀ, ਜਿਹਨੂੰ ਆਪਾਂ ਕਹਿੰਦੇ ਹਾਂ ਵੀਜ਼ਿੰਗ ਸਾਊਂਡਸ, Right, right. ਰੌਂਕਾਈ, ਉਹ ਐਸਥਮਾ ਬਣ ਜਾਂਦਾ ਹੈ। ਬਿਲਕੁਲ। ਔਰ ਇੱਥੇ ਤੁਸੀਂ ਜਦੋਂ ਵੀ ਨੋਟ ਕਰੋਗੇ, ਈਵਨ ਬੱਚੇ ਸਕੂਲਾਂ 'ਚ ਵਿਚਾਰੇ ਜਾਂਦੇ ਆ, ਝੱਟ ਜਰਾ ਕਿਸੇ ਨੂੰ ਖਾਂਸੀ ਆਏ, ਉਹਨਾਂ ਨੇ ਇਨਹੇਲਰ ਦੇ ਦੇਣਾ। ਬਿਲਕੁਲ। asthma. I think that's more ਔਰ that's pretty common। even ਨਿੱਕੇ ਨਿੱਕੇ ਬੱਚਿਆਂ ਦੇ ਕੋਲ ਇਨਹੇਲਰ ਹੁੰਦੇ ਨੇ, ਉਹ ਉਹਨਾਂ ਦੀ ਉਮਰ ਕੀ, ਦੇ ਵੈਰੀ ਯੰਗ, Young. ਬੜੀ ਛੋਟੀ ਏਜ ਦੇ ਔਰ ਬੱਚੇ ਫਿਰ ਨੇ ਕੀ ਉਹਨਾਂ ਬੱਚਿਆਂ ਦੇ ਵਿਚਾਰਿਆਂ ਦੀ ਮੁਸ਼ਕਲ ਹੈ, ਫਿਰ ਹਰ ਵੇਲੇ ਜਰਾ ਸਾਹ ਚੜਨਾ ਇਨਹੇਲਰ, ਫਿਰ ਦੇ Yeah. ਗੈਟ ਯੂਜ਼ਡ ਟੂ ਇਟ। ਉਹਦੇ ਨਾਲ ਸਗੋਂ ਉਲਟਾ ਨੁਕਸਾਨ ਜ਼ਿਆਦਾ ਹੁੰਦਾ। ਬਿਲਕੁਲ। ਦੇਖੋ ਆਮ ਵੈਰੀ ਓਪਨਲੀ ਟੈਲਿੰਗ ਯੂ, ਆਈ ਮੀਨ ਆਈ ਹੈਵ ਡਨ ਦਿਸ ਆਲ ਹੋਲ ਲਾਈਫ। ਬਿਲਕੁਲ। ਦੇਖੋ ਉਹ ਹੁੰਦਾ ਕੀ ਹੈ, ਸਟੀਰੋਇਡਸ ਨੇ। ਜਦੋਂ ਅਸੀਂ ਐਂਟੀਬਾਇਓਟਿਕਸ ਦੇ ਦਿੱਤੇ, ਉਹਦੇ ਨਾਲ ਕੀ ਹੁੰਦਾ ਕਿ ਰੇਸ਼ਾ ਅੰਦਰ ਜੰਮ ਜਾਂਦੀ ਹੈ, ਸੁੱਕ ਜਾਂਦੀ ਹੈ, ਖਾਂਸੀ ਨਹੀਂ ਜਾਣੀ। ਫਿਰ Right. ਜੇ ਆਪਾਂ ਐਸਥਮਾ ਦੇ ਲਈ, ਐਸਥਮੈਟਿਕ ਬ੍ਰੋਂਕਾਈਟਿਸ ਲਈ ਜਦੋਂ ਸਾਹ ਚੜਦਾ ਤੇ ਇਨਹੇਲਰ ਦੇ ਦੇਣੇ, ਪੰਪ ਦੇ, ਦੋਜ਼ ਆਰ ਆਲਸੋ ਸਟੀਰੋਇਡਸ। ਰਾਈਟ, ਉਹ ਸਟੀਰੋਇਡਸ ਦੇ ਵਿੱਚ ਬੰਦਾ ਇੱਕ ਵਾਰੀ ਫਸ ਗਿਆ, ਭਾਵੇਂ ਉਹ ਪ੍ਰੈਡਨਿਸਲੋਨ ਹੈ, ਭਾਵੇਂ ਸਾਲਬੂਟਾਮੋਲ ਨਾਲ ਕੰਬੀਨੇਸ਼ਨ ਹੈ, ਭਾਵੇਂ ਜਿਹੜੇ ਜਿੰਨੇ ਵੀ ਐਡਵੇਅਰ ਵਗੈਰਾ ਇਨਹੇਲਰ ਨੇ, ਉਹਨਾਂ ਨਾਲ ਸਗੋਂ ਫੇਫੜੇ ਕਮਜ਼ੋਰ ਹੁੰਦੇ ਨੇ। ਬਿਲਕੁਲ, ਉਹਦੇ ਨਾਲੋਂ ਬੈਟਰ ਹੈ, ਜਿੱਦਾਂ ਮੈਂ ਕਈ ਵਾਰੀ ਕਈ ਸ਼ੋਜ਼ ਤੇ ਦੱਸਦਾ, ਅਸੀਂ ਜਿੱਦਾਂ ਹੋਮ ਰੈਮਡੀਜ਼ ਦੱਸਦੇ ਹਾਂ, ਆਪ ਕੀ ਪੇਸ਼ੈਂਟ ਕਰ ਸਕਦਾ ਹੈ। ਸਾਡੇ ਜਿਹੜੇ ਨੈਚੁਰਲ ਐਂਟੀਬਾਇਓਟਿਕਸ ਹੁੰਦੇ ਨੇ, ਜਿੱਦਾਂ ਹੁਣ ਤੁਸੀਂ ਕਿਸੇ ਸਪੋਜ਼ ਕਰੋ, ਜਿੰਨੇ ਵੀ ਪਿਆਰੇ ਦਰਸ਼ਕ ਸੁਣ ਰਹੇ ਨੇ ਧਿਆਨ ਨਾਲ, ਜੇ ਕਿਸੇ ਨੂੰ ਬ੍ਰੋਂਕਾਈਟਸ ਹੈ, ਕਿਸੇ ਨੂੰ ਨੇਜ਼ਲ ਕਟਾਰ ਹੈ, ਕਿਸੇ ਨੂੰ ਅਲਰਜਿਕ ਬ੍ਰੋਂਕਾਈਟਸ ਹੈ ਜਾਂ ਐਸਥਮਾ ਹੈ, ਬਜਾਏ ਕਿ ਇਨਹੇਲਰ ਯੂਜ਼ ਕਰਨ ਤੇ ਕੁਝ ਹੋਮ ਰੈਮਡੀਜ਼, ਜਾਂ ਜਦੋਂ ਅਸੀਂ ਤੁਹਾਨੂੰ ਜਿੱਦਾਂ ਲੰਗ ਫਾਰਮੂਲਾ ਹੈ, ਸਾਡੇ ਕੋਲ ਇਮਿਊਨ ਫਾਰਮੂਲਾ ਹੈ, ਜੀ। ਉਹ ਸਾਡੇ ਫਾਰਮੂਲੇ ਕੀ ਕਰਦੇ ਨੇ, ਉਹ ਛਾਤੀ ਦੀਆਂ ਨਾੜੀਆਂ ਨੂੰ, ਬ੍ਰੋਂਕੀਓਲਸ ਨੂੰ ਖੋਲਦੇ ਨੇ। ਔਰ ਇੰਨਾ ਅੱਛਾ ਲੱਗਦਾ ਪੇਸ਼ੈਂਟ ਜਦੋਂ ਮੈਨੂੰ ਕਹਿੰਦੇ ਜੀ ਤੁਸੀਂ ਕਿਹਾ ਸੀ 6 ਮਹੀਨੇ ਸਾਲ ਖਾਣੀ ਹੈ, ਜੀ। ਸਾਨੂੰ ਇੰਨੇ ਸਾਲਾਂ ਤੋਂ ਅਸੀਂ ਇਹ ਸਫ਼ਰ ਕਰ ਰਹੇ ਹਾਂ, ਜੀ। ਲੇਕਿਨ ਸਾਨੂੰ ਰਿਜ਼ਲਟ ਤਾਂ ਮਹੀਨੇ 'ਚ ਮਿਲ ਗਿਆ, ਤੁਸੀਂ ਬਿਲਕੁਲ। ਬੇਸ਼ੱਕ ਸਾਨੂੰ 6 ਮਹੀਨੇ ਦੀ ਇਕੱਠੀ ਭੇਜ ਦਿਓ, ਜੀ, ਕਿਉਂਕਿ ਬਿਲਕੁਲ। ਦੇ ਨੋ ਕਿ ਇਹਦਾ ਕਿਤਾ ਨੁਕਸਾਨ ਨਹੀਂ। ਜੀ। ਫਿਰ ਇਹੀ ਦਵਾਈਆਂ ਉਹਨਾਂ ਦੀ ਇਮਿਊਨਿਟੀ ਵਧਾਉਂਦੀਆਂ ਨੇ। ਬਿਲਕੁਲ। ਜਿੱਦਾਂ ਮੈਂ ਦੱਸਿਆ ਨੈਚੁਰਲ ਇਟਸ ਨਾਟ ਓਨਲੀ ਕਿ ਸਿਰਫ ਇਹ ਨਹੀਂ ਕਿ ਜਿਹੜੀ ਬਿਮਾਰੀ ਉਹਨੂੰ ਹੱਲ ਕਰੀ, ਲੇਕਿਨ ਉਸ ਦੇ ਨਾਲ ਜਿਹੜੀ ਜੜ੍ਹੋਂ। ਜੜੋਂ ਖਤਮ ਕਰ ਰਹੀ ਹੈ। ਬਿਲਕੁਲ, ਕਿਉਂਕਿ ਉਹਦੇ 'ਚ ਕੀ ਹੈ, ਜਿੱਦਾਂ ਤੁਸੀਂ ਆਪ ਕੀ ਕਰ ਸਕਦੇ ਹੋ, ਜੀ। ਪਹਿਲਾਂ ਤੇ ਜਦੋਂ ਸਪੋਜ਼ ਕਰੋ ਤੁਹਾਨੂੰ ਇੰਨੀ ਖਾਂਸੀ ਆਉਂਦੀ ਹੈ, ਚੁੱਪ ਕਰਕੇ ਪਹਿਲਾਂ ਤੇ ਰੈਸਟ ਕਰੋ। ਜੀ,
ਰੈਸਟ ਕਰੋ, ਜਿਹੜਾ ਜ਼ਿਆਦਾ ਇੱਕ ਦੂਜੇ ਤੋਂ ਇਨਫੈਕਸ਼ਨ ਆ ਉਹ ਅਵੋਇਡ ਕੀਤੀ ਜਾਵੇ। ਮਤਲਬ ਕਿ ਜ਼ਿਆਦਾ ਕਿਸੇ ਕੰਜੈਸ਼ਨ ਹੋਰ ਵੀ ਨਾ ਕੰਟੇਜੀਅਸ ਵੀ ਨਾ ਕਰੋ, ਕੰਟੈਗੀਅਸ, ਕਿਉਂਕਿ ਇੱਕ ਦੂਜੇ ਤੋਂ ਹੋ ਜਾਂਦੀ ਹੈ ਜੀ। ਉਦੋਂ ਰੈਸਟ ਕਰੋ, ਜੇ ਬੁਖਾਰ ਹੈ ਤਾਂ ਵੀ ਰੈਸਟ ਕਰੋ, ਜੀ। ਫਰੈਸ਼ ਏਅਰ ਲਓ, ਸਮੋਕਿੰਗ ਬੰਦ, ਡਰਿੰਕਿੰਗ ਬੰਦ, ਖਾਸ ਕਰਕੇ ਸਿਗਰਟ ਤੋਂ, ਧੂਏ ਤੋਂ, ਡਸਟੀ ਪੋਲਿਊਸ਼ਨ ਤੋਂ ਦੂਰ ਰਹੋ। ਬਿਲਕੁਲ ਜੀ। ਕਿਉਂਕਿ ਜੇ ਕੋਈ ਸਿਗਰਟ ਪੀ ਰਿਹਾ ਤੇ ਉਹਦੇ ਨਾਲ ਉਲਟਾ ਨੁਕਸਾਨ ਹੋਣਾ Second ਸੈਕੰਡ ਮੈਨ ਨੂੰ ਵੀ ਹੋਣਾ। Right. ਆਪ ਤੇ ਤੁਸੀਂ ਕਰਨਾ ਹੀ ਕਰਨਾ, ਦੂਸਰੇ ਦਾ ਵੀ ਕਰਨਾ। ਬਿਲਕੁਲ। ਇਹੋ ਜਿਹੇ ਵੇਲੇ ਜਦੋਂ ਚੈਸਟ ਕੰਜੈਸ਼ਨ ਹੈ, ਜਦੋਂ ਕੋਈ ਰੇਸ਼ਾ ਹੋਈ ਹੈ, ਜਾਂ ਹੁਣ ਜਿੱਦਾਂ ਮੌਸਮ ਬਦਲਿਆ ਸ਼ੁਰੂ ਹੋਇਆ, ਬ੍ਰੋਂਕਾਈਟਸ ਜਾਂ ਨੇਜ਼ਲ ਕਟਾਰ ਹੈ, ਰਾਈਟ। ਤੇ ਤੁਸੀਂ ਟਰਾਈ ਟੂ ਅਵੋਇਡ ਸਮੋਕਿੰਗ, ਟਰਾਈ ਟੂ ਟੇਕ ਦਾ ਪ੍ਰੋਪਰ ਬੈਡ ਰੈਸਟ ਐਂਡ ਟਰਾਈ ਟੂ ਟੇਕ ਬਰੀਥ ਇਨ ਬਰੀਥ ਆਊਟ। ਪ੍ਰੋਪਰ ਇਨਹਲੇਸ਼ਨ ਦੇ ਲਈ ਸਾਨੂੰ ਪਿਓਰ ਆਕਸੀਜਨ ਚਾਹੀਦੀ ਹੁੰਦੀ ਹੈ। ਰਾਈਟ। ਜਾਂ ਤੁਸੀਂ ਫਰੈਸ਼ ਆਕਸੀਜਨ ਲਈਏ, ਨਹੀਂ ਤਾਂ ਤੁਸੀਂ ਬਰੀਥ ਇਨ ਬਰੀਥ ਆਊਟ ਐਕਸਰਸਾਈਜ਼ ਕਰੋ। ਐਲੋਵੇਰਾ, ਯੂਕਲਿਪਟਸ, ਮੈਂਥਲ, ਐਂਥੋਲਿਪਟਸ, ਇਹੋ ਜਿਹੀਆਂ ਕੋਈ ਚੀਜ਼ਾਂ ਜਿਹੜੀਆਂ ਅਸੀਂ ਕਹਿੰਦੇ ਆ, ਸਾਡੇ ਕੋਲ ਕੀ ਹੁੰਦੇ ਐਕਸਟ੍ਰੈਕਟਸ ਵੀ ਹੁੰਦੇ ਨੇ, ਅਸੀਂ ਉਹ ਫਿਰ ਤੁਹਾਡੇ ਕੋਈ ਕਰੀਮ ਹੈ ਸਪੈਸ਼ਲ ਜਾਂ ਇੱਕ ਆਇਲ ਹੈ ਸਪੈਸ਼ਲ, ਤੁਸੀਂ ਉਸ ਨੂੰ ਨੱਕ ਦੇ ਇੱਥੇ ਥੋੜਾ ਜਿਹਾ ਲਗਾ ਕੇ ਇਨਹੇਲ ਕਰੋ, ਨਹੀਂ ਤੇ ਚੈਸਟ ਤੇ ਜਾਂ ਥਰੋਟ ਤੇ ਲਾ ਕੇ ਇਨਹੇਲ ਕਰੋ। ਉਹਦੇ ਨਾਲ ਕੀ ਹੁੰਦਾ, ਉਹ ਫਿਰ ਜਦੋਂ ਡੀਪ ਪੈਨੀਟ੍ਰੇਸ਼ਨ ਚਲੇ ਜਾਂਦੀ ਹੈ, ਯੂਕਲਿਪਟਸ ਵਗੈਰਾ ਵੀ, ਇਹ not only bronchodilator, they also remove the infection, increases the immunity. Right. Chest, they go deeply into the chest, Right. into the lungs, they causes bronchodilation, expectoration, ਜਿਹੜਾ ਮੈਂ ਕਈ ਵਾਰੀ ਦੱਸਿਆ ਹੈ। ਉਹਦਾ ਕੀ ਮਕਸਦ ਹੈ, ਉਹੀ ਰੇਸ਼ਾ ਜਿਹੜੀ ਛਾਤੀ 'ਚ ਬਲਗਮ 'ਚ ਤੁਹਾਡੇ ਅੰਦਰ ਜੰਮੀ ਹੈ, ਉਹ ਦੇਖੋ ਬਿਮਾਰੀ ਕਰ ਰਹੀ ਹੈ, ਹਾਰਟ ਤੇ ਵੀ ਅਸਰ ਹੋ ਰਿਹਾ, ਸਾਹ ਦੀ ਬਿਮਾਰੀ ਵੀ ਹੋ ਰਹੀ ਹੈ, ਐਸਥਮਾ ਵੀ ਹੋ ਰਿਹਾ। ਅਸੀਂ ਕੀ ਕਰਨਾ ਹੈ, ਉਹਨੂੰ ਅਸੀਂ ਐਕਸਪੈਕਟੋਰੇਸ਼ਨ ਮੀਨਸ ਕਿ ਬਲਗਮ ਨੂੰ ਬਾਹਰ ਕੱਢਣਾ ਹੈ। ਜੀ ਔਨ ਦੈਟ ਨੋਟ ਆਪਾਂ ਲੈਣੇ ਕਿ ਆਪਣੇ ਨਾਲੇ ਪ੍ਰੋਗਰਾਮ ਦੀ call ਪਹਿਲੀ ਲਓ। ਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। हेलो ਸਤਿ ਸ਼੍ਰੀ ਅਕਾਲ ਜੀ। सत श्री अकाल जी। ਕੌਣ ਬੋਲ ਰਹੇ ਹੋ, ਕਿੱਥੋਂ ਦੀ ਕਾਲ ਕਰ ਰਹੇ ਹੋ? ਅਸੀਂ ਮਿਡਲ ਟਾਊਨ ਤੋਂ ਬੋਲ ਰਹੇ ਹਾਂ, ਅਪਸਟੇਟ। ਹਾਂਜੀ, ਕੀ ਸਵਾਲ ਹੈ ਤੁਹਾਡੇ ਡਾਕਟਰ ਸਾਹਿਬ ਲਈ? ਹਾਂਜੀ, ਮੈਂ ਪੁੱਛਣਾ ਚਾਹੁੰਦੀ ਸੀ, ਮੇਰੇ ਬੱਚਿਆਂ ਨੂੰ ਨਾ ਕਾਫੀ ਸਾਲਾਂ ਤੋਂ ਐਜ਼ਮਾ ਹੈ ਜੀ। ਤੇ ਮਤਲਬ ਅਜੇ ਵੀ ਉਹ ਲੈ ਰਿਹਾ ਹੈ, ਐਡਵੇਅਰ ਲੈ ਰਿਹਾ ਹੈ। ਉਮਰ ਕਿੰਨੀ ਬੱਚਿਆਂ ਦੀ ਜੀ? ਹੈਲੋ, 18 ਸਾਲ। 17 ਸਾਲ? ਹਾਂਜੀ। ਤੁਸੀਂ ਆਪਣੇ ਟੀਵੀ ਦਾ ਵੋਲਿਊਮ ਮੇਰੇ ਖਿਆਲ ਲੋ ਕਰੋ, ਤੁਹਾਡੀ ਆਵਾਜ਼ ਸਲੋ ਆ ਰਹੀ ਹੈ। ਤੁਸੀਂ ਹੁਣ ਸੁਣੀ ਜਾਓ ਮੇਰੇ ਕੋਲੋਂ, ਤੇ ਨਾਲੇ ਤੁਸੀਂ ਆਪਣਾ ਪਹਿਲਾਂ ਖੁੱਲ ਕੇ ਦੱਸ ਦਿਓ ਕਿੰਨੇ ਸਾਲਾਂ ਤੋਂ ਇਨਹੇਲਰ ਯੂਜ਼ ਕਰ ਰਹੇ ਹੋ। ਇਨਹੇਲਰ ਹੈ ਸ਼ੁਰੂ ਤੋਂ, ਜਿਵੇਂ ਇਹ 2 ਸਾਲ ਦਾ ਸੀ ਨਾ ਉਦੋਂ ਦਾ ਯੂਜ਼ ਕਰ ਰਿਹਾ ਸੀ, ਪਰ ਹੁਣ ਜਿਉਂ-ਜਿਉਂ ਵੱਡਾ ਹੋ ਰਿਹਾ ਡਾਕਟਰ ਕਹਿੰਦਾ ਵੀ ਇਹਨੂੰ ਐਡਵੇਅਰ ਲੈਣਾ ਹੀ ਪੈਣਾ ਹੈ। ਉਹ ਸਾਰੀ ਉਮਰ ਲੈਣਾ ਪੈਣਾ, ਔਰ ਤੁਸੀਂ ਹੈਰਾਨ ਹੋਵੋਗੇ। ਅੱਜ ਯਾਦ ਕਰੀਏ, ਤੁਸੀਂ ਗੱਲ ਕਰ ਰਹੇ ਹੋ, ਫਿਰ ਤੁਸੀਂ ਕਿਸੇ ਦਿਨ ਆਪੇ ਹੀ ਕਹਿਣਾ ਕਿ ਡਾਕਟਰ ਸਾਹਿਬ ਸਾਨੂੰ ਹੈਰਾਨੀ ਹੋ ਗਈ ਕਿ ਤੁਸੀਂ ਐਡਵੇਅਰ ਕਿੱਦਾਂ ਛੁਡਾਤਾ। ਬਿਲਕੁਲ ਜੀ। ਔਰ ਆਈ ਗਾਰੰਟੀ ਕਿ ਦਿਸ ਯੂ ਹੈਵ ਟੂ ਟੇਕ ਹੋਲ ਲਾਈਫ। ਬੱਚਿਆਂ ਦੇ ਲੰਗਸ ਹੁਣੇ ਹੀ ਕੋਲੈਪਸ ਹੋਣੇ ਸ਼ੁਰੂ ਹੋ ਗਏ ਆ, ਅਜੇ ਬੱਚੇ ਛੋਟੇ ਨੇ। ਖਾਨਦਾਨ 'ਚ ਪਹਿਲਾਂ ਕਿਸੇ ਨੂੰ ਦਮੇ ਦੀ ਬਿਮਾਰੀ ਹੈਗੀ ਹੈ? ਹਾਂ, ਇਹਨਾਂ ਦੇ ਮਤਲਬ ਮੇਰੇ ਹਸਬੰਡ ਨੂੰ ਸੀ ਪਹਿਲਾਂ ਨਾ। ਦੇਖੋ ਨਾ, ਇਹ ਕਈ ਵਾਰੀ ਜਿੱਦਾਂ ਮੈਂ ਦੱਸਿਆ ਨਾ, ਇਨਹੈਰੀਟੈਂਸ ਵੀ ਹੁੰਦੀ ਹੈ, ਲੇਕਿਨ ਉਸ ਵੇਲੇ ਠੀਕ ਹੈ ਜਿੱਦਾਂ ਪ੍ਰੈਗਨੈਂਸੀ ਦੇ ਵਿੱਚ ਤੁਹਾਨੂੰ ਥੋੜੀ ਬਹੁਤੀ ਧਿਆਨ ਕਰਨਾ ਸੀ, ਪਰ ਚਲੋ ਡਨ ਇਜ਼ ਡਨ ਨਾਓ, ਬਿਕਾਜ਼ ਨਾਓ ਵੀ ਆਰ ਟੇਕਿੰਗ ਕੇਅਰ ਆਫ ਕਿ ਉਹਨੇ ਇਨਹੇਲਰ ਲੈ ਰਹੇ, ਅਸੀਂ ਉਹਦਾ ਐਡਵੇਅਰ ਕਿੱਦਾਂ ਛੁਡਾਉਣਾ ਹੈ। ਜਿੱਦਾਂ ਤੁਸੀਂ ਸੁਣ ਰਹੇ ਹੋ ਕਿ ਉਹ ਸਿਰਫ ਸਟੀਰੋਇਡਸ ਨੇ, ਸਾਹ ਜਦੋਂ ਮਤਲਬ ਆਪਾਂ ਲੈ ਲਿਆ ਟੈਂਪਰੇਰੀ ਆਰਾਮ ਆ ਗਿਆ, ਲੇਕਿਨ ਉਹਦੇ ਨਾਲ ਕੋਈ ਫਾਇਦਾ ਨਹੀਂ, ਉਹ ਸਾਰੀ ਉਮਰ ਲੈਣਾ ਪੈਣਾ। ਅਸੀਂ ਤੁਹਾਨੂੰ ਦੇਸੀ ਦਵਾਈਆਂ ਨਾਲ ਉਹਨਾਂ ਦੀ ਚੈਸਟ ਨੂੰ ਇੰਨਾ ਅਸੀਂ ਓਪਨ ਕਰ ਦੇਣਾ ਦੇਸੀ ਨੁਸਖਿਆਂ ਨਾਲ, ਕੁਝ ਜਿੱਦਾਂ ਮੈਂ ਤੁਹਾਨੂੰ ਤੁਸੀਂ ਸੁਣੀਓ, ਸ਼ੱਕ ਘਰ ਵੀ ਕਰਿਓ। ਉਹ ਅਸੀਂ ਦਵਾਈਆਂ ਜਦੋਂ ਭੇਜਣੀਆਂ ਤੁਹਾਨੂੰ, ਤੁਸੀਂ ਬਾਅਦ ਸ਼ੋਅ ਤੋਂ ਬਾਅਦ ਕਾਲ ਕਰਿਓ। ਲੰਗ ਫਾਰਮੂਲਾ, ਇਮਿਊਨ ਫਾਰਮੂਲਾ ਸਾਡਾ ਐਸਾ ਹੈ, 17 ਸਾਲ ਦਾ ਬੱਚਾ ਉਹ ਤੇ ਟੈਬਲੇਟਸ ਖਾ ਲੇਗਾ। ਕਈ ਬੱਚਿਆਂ ਨੂੰ ਫਿਰ ਅਸੀਂ ਡ੍ਰੌਪਸ ਫਾਰਮਸ ਦੇ ਵਿੱਚ ਵੀ ਦਿੰਦੇ ਹਾਂ। ਹਾਂਜੀ ਹਾਂਜੀ। ਇਸੇ ਤਰ੍ਹਾਂ ਜਿੱਦਾਂ ਕਈ ਤਰ੍ਹਾਂ ਦੇ ਸਾਡੇ ਕੋਲ ਐਕਸਟ੍ਰੈਕਟਸ ਹੁੰਦੇ ਨੇ, ਉਹਨਾਂ ਨਾਲ ਬ੍ਰੋਂਕੋਡਾਇਲੇਟੇਸ਼ਨ ਤੇ ਹੋਣੀ ਹੈ, ਤੁਹਾਨੂੰ ਇਨਹੇਲਰ ਦੀ ਲੋੜ ਹੀ ਨਹੀਂ ਪੈਣੀ। ਹੌਲੀ ਹੌਲੀ ਕੀ ਮੇਰੇ ਪੇਸ਼ੈਂਟ ਤਾਂ ਕਈ ਵਾਰੀ ਉਸੇ ਵੇਲੇ ਛੱਡ ਜਾਂਦੇ ਆ। ਉਹਨਾਂ ਨੂੰ ਬੱਚਿਆਂ ਨੂੰ ਕਹੋ ਵੀ ਐਕਸਰਸਾਈਜ਼ ਜ਼ਰੂਰ ਕਰਨ, ਬਰੀਥ ਇਨ ਬਰੀਥ ਆਊਟ ਕਰਨ, ਯੋਗਾ ਕਰਨ, ਜਿਹੜੀ ਚੀਜ਼ਾਂ ਤੁਹਾਨੂੰ ਅਸੀਂ ਭੇਜੀਏ ਉਹ ਇਨਹੇਲ ਕਰਨ, ਛਾਤੀ ਤੇ ਲਾ ਕੇ ਉਹਨੂੰ ਕਹੋ। ਉਹਦੇ ਨਾਲ ਨਾ ਵੀ ਹੋਵੇ ਤਾਂ ਆਪਣੇ ਆਪ ਹੀ ਤੁਸੀਂ ਉਹ ਕਮਰੇ 'ਚ ਰੱਖ ਕੇ, ਉਹ ਸਾਰਾ ਘਰ ਪਵਿੱਤਰ ਹੋਏਗਾ। ਉਹਦੇ ਨਾਲ ਸਾਰੀ ਜਿੱਥੇ ਜਿੱਥੇ ਵੀ ਡਿਸਇਨਫੈਕਸ਼ਨ ਉਹ ਠੀਕ ਹੋਏਗੀ, ਨਾਲੇ ਉਹਦੇ ਐਟਮੋਸਫੀਅਰ ਠੀਕ ਹੋਏਗਾ, ਨਾਲੇ ਉਹਨੂੰ ਪਿਓਰ ਆਕਸੀਜਨ ਮਿਲੇਗੀ। ਉਹ ਸਾਡੇ ਕੋਲ ਇੱਕ ਐਸਾ ਤੇਲ ਹੈ, ਇੱਕ ਐਸੀ ਕਰੀਮ ਹੈ, ਕਈ ਐਕਸਟ੍ਰੈਕਟਸ ਅਸੀਂ ਡ੍ਰੌਪਸ ਪਾ ਕੇ ਬੱਚਿਆਂ ਨੂੰ ਵੀ ਦੇ ਦਿੰਦੇ। ਜਿਹੜੇ ਛੋਟੇ ਬੱਚੇ ਨੇ 2-4 ਸਾਲ ਦੇ ਆ, ਉਹਨਾਂ ਨੂੰ ਫਿਰ ਅਸੀਂ ਉਹ ਡ੍ਰੌਪਸ ਪਾਣੀ 'ਚ ਪਾ ਕੇ ਕਹੀਦਾ ਪੀ ਲਓ, ਤੇ ਉਹ ਬੜਾ ਈਜ਼ੀ ਹੈ। ਤੁਸੀਂ ਉਹਨੂੰ ਦੇਖੋ ਸਾਰੀ ਉਮਰ ਦੀ ਉਹਨਾਂ ਨੂੰ ਬਿਮਾਰੀ ਲੱਗ ਗਈ ਹੈ,
ਔਰ ਇਹ ਜੋ ਨੂੰ ਛੁਡਾਣੀ ਹੈ, ਇਹ ਸੋਚ ਕੇ ਚੱਲਿਓ ਕਿ ਐਸਥਮਾ ਹੈ, ਐਸਥਮੈਟਿਕ ਬ੍ਰੋਂਕਾਈਟਿਸ ਹੈ, ਇਨਫਲੇਮੇਸ਼ਨ ਇਜ਼ ਇਨ ਦ ਲੰਗਸ, ਉਹ ਪਰਮਾਨੈਂਟ ਠੀਕ ਕਰਨੀ ਹੈ, ਉਹ ਫਾਲੋ ਅਪ ਕਰਨਾ ਹੈ, ਦਵਾਈ ਲੱਗ ਕੇ ਖਾਣੀ ਹੈ। ਤੁਸੀਂ ਭਾਵੇਂ 1-2 ਮਹੀਨੇ ਦੀ ਮੰਗਾਈਓ, ਤੁਹਾਨੂੰ ਪਤਾ ਲੱਗ ਜਾਏਗਾ। ਮੇਰੇ ਕੋਲ ਇਸ ਗੱਲ ਦੇ ਪੇਸ਼ੈਂਟ ਜਿੰਨੇ ਬੱਚੇ ਨੇ, ਇੱਕ ਫੈਮਿਲੀ 'ਚ 3-3 ਬੱਚਿਆਂ ਨੂੰ ਉਹਨਾਂ ਦੇ ਸਾਰਿਆਂ ਦੇ ਠੀਕ ਹੋ ਗਏ, ਅੱਗੋਂ ਮਦਰਸ ਫਾਦਰ ਉਹਨਾਂ ਦੇ ਠੀਕ ਹੋ ਗਏ, ਅੱਗੋਂ ਉਹਨਾਂ ਨੇ ਮੇਰੇ ਕੋਲ ਲੈ ਕੇ ਇੰਡੀਆ ਭੇਜੀ ਦਵਾਈ। ਮੈਂ ਸ਼ੋਅ ਤੇ ਦੱਸਣਾ ਨਹੀਂ ਸੀ ਚਾਹੁੰਦਾ, ਪਰ ਤੁਸੀਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈ ਤਾਂ ਯੂ ਆਰ ਓਪਨਲੀ ਯੂ ਕੈਨ ਕਾਲ। ਬਿਲਕੁਲ ਜੀ। ਤੁਸੀਂ ਨਾ ਇਹਨਾਂ ਦਾ ਡਾਕਟਰ ਸਾਹਿਬ ਦਾ ਸਟੂਡੀਓ ਦਾ ਕਲੀਨਿਕ ਦਾ ਨੰਬਰ ਜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ, ਇਹਨਾਂ ਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਡੀਟੇਲ ਦੇ ਨਾਲ ਗੱਲਬਾਤ ਕਰ ਲਿਓ। ਓਕੇ ਜੀ। ਹਾਂਜੀ, ਕਿਹੜਾ ਨੰਬਰ ਹੈ ਵਾਲਾ? 7182165137। ਹਾਂਜੀ, ਓਕੇ ਜੀ, ਓਕੇ ਜੀ, ਥੈਂਕ ਯੂ ਵੈਰੀ ਮਚ। नो प्रॉब्लम। ਇਟਸ ਅ ਵੈਰੀ ਬਿਗ ਪ੍ਰੋਬਲਮ। ਇਸੇ ਦੇ ਨਾਲ ਇੱਕ ਹੋਰ ਅੱਜ ਮੈਂ ਚਾਹਨੀ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਰਾਹੀਂ ਵਿਸ਼ੇ ਨੂੰ ਵੀ ਛੂਈਏ। ਅਗਰ ਤੁਹਾਡੇ ਕੋਲ ਕੋਈ ਵੀ ਸਵਾਲ ਹੋਵੇ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ 7188503737 ਦੇ ਜੀ ਕਾਲ ਕਰਕੇ ਡਾਕਟਰ ਸਾਹਿਬ ਨਾਲ ਇਸ ਵੇਲੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ। ਡਾਕਟਰ ਸਾਹਿਬ ਦੇ ਕਲੀਨਿਕ ਦੇ ਨੰਬਰ ਵੀ ਤੁਹਾਡੀ ਸਕਰੀਨ ਤੇ ਲਗਾਤਾਰ ਆ ਰਹੇ ਨੇ। ਡਾਕਟਰ ਸਾਹਿਬ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਸਟਮਕ ਦੇ ਵਿੱਚ ਜਿਨ੍ਹਾਂ ਦੀ ਪ੍ਰੋਬਲਮ ਹੋਵੇ, ਸਟੂਲ ਨਹੀਂ ਚੰਗੇ ਤਰੀਕੇ ਨਾਲ ਪਾਸ ਕਰ ਪਾਉਂਦੇ, ਜਾਂ ਫਿਰ ਕਾਫੀ ਹਾਰਡ ਉਹਨਾਂ ਲਈ ਹੁੰਦਾ ਹੈਗਾ ਔਰ ਕਾਫੀ ਬਲੱਡ ਵੀ ਆਉਣ ਲੱਗ ਪੈਂਦਾ ਹੈ, ਉਹਦੇ ਬਾਰੇ ਜ਼ਰੂਰ ਦੱਸੋ। ਕਿਉਂਕਿ ਜੋ ਸਪੈਸ਼ਲ ਰਿਕੁਐਸਟ ਸਾਡੇ ਕੋਲ ਆਈ ਹੈ, ਸਾਡੇ ਵਿਊਵਰਸ ਨੇ ਸਾਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਪੁੱਛਦੇ ਪਏ ਸੀਗੇ, ਤਾਂ ਅਸੀਂ ਕਿਉਂ ਨਾ ਇਸ ਬਾਰੇ ਅਸੀਂ ਪ੍ਰੋਗਰਾਮ 'ਚ ਗੱਲਬਾਤ ਵੀ ਕਰਾਂਗੇ। ਵੀ ਜਿਹੜੇ ਛੋਟੇ ਬੱਚੇ, ਉਹਨਾਂ ਦੀ ਜੀ ਬੱਚੇ ਦੀ ਉਮਰ 7 ਸਾਲ ਹੈ ਔਰ ਹੀ ਇਜ਼ ਨੋਟ ਉਹਦੇ ਪ੍ਰੋਪਰ ਜਿਹੜਾ ਜਾ ਨਹੀਂ ਪਾ ਰਿਹਾ, ਬਾਉਲ ਨਹੀਂ ਕਲੀਨ ਕਰ ਪਾ ਰਿਹਾ ਜੀ। ਅੱਛਾ ਲੱਗਦਾ ਮੈਨੂੰ ਇਸ ਤਰ੍ਹਾਂ, ਜਿਸ ਤਰ੍ਹਾਂ ਕੋਈ ਆਪਣੇ ਸਰੋਤੇ ਕਰਿਆ ਕਰਨ, ਤੁਸੀਂ ਨੋਟ ਕਰ ਲਿਆ ਕਰੋ ਤੇ ਕੁਐਸਚਨ ਵਿੱਚ ਭਾਵੇਂ ਪੁੱਛ ਲਿਆ ਕਰੋ ਜਾਂ ਪਹਿਲਾਂ ਬੇਸ਼ੱਕ ਦੱਸ ਦਿਆ ਕਰੋ। ਠੀਕ ਹੈ। ਇਹ ਦੇਖੋ, ਬੱਚੇ ਦੀ ਉਮਰ ਤੁਸੀਂ ਦੱਸੀ 7 ਸਾਲ ਦੀ ਜੀ, ਕਨਸਟੀਪੇਸ਼ਨ ਹੈ, ਜਿੱਦਾਂ ਆਪਾਂ ਕਿੰਨੇ ਸ਼ੋਅ ਕੀਤੇ ਕਨਸਟੀਪੇਸ਼ਨ ਜ਼ਰੂਰ, ਤੇ ਇਹਦੇ ਚ ਉਹਨਾਂ ਨੂੰ ਬੱਚੇ ਨੂੰ ਪਹਿਲੀ ਤੋਂ ਦੀ ਡਾਈਟ ਉਹਦੀ ਹਮੇਸ਼ਾ ਜਿੱਦਾਂ ਉਹਨੂੰ ਫਾਈਬਰ ਦੇਣ ਜ਼ਿਆਦਾ ਤੋਂ ਜ਼ਿਆਦਾ, ਪਾਣੀ ਉਹਨੂੰ ਕੋ ਜਿੰਨਾ ਜ਼ਿਆਦਾ ਪੀਵੇ, ਕੋਸ਼ਿਸ਼ ਉਹਨੂੰ ਕਰੋ ਜੇ ਬਿਨਾਂ ਦਵਾਈਆਂ ਤੋਂ ਬਚਣਾ। ਦੇਖੋ ਮੈਨੂੰ ਤਾਂ ਕੋਈ ਲਾਲਚ ਨਹੀਂ, ਜੇ ਬੱਚੇ ਅਗਲੇ ਦਾ ਠੀਕ ਹੋ ਜਾਏ, ਉਹਨਾਂ ਨੂੰ ਬੱਚੇ ਨੂੰ ਕਹੋ ਵੀ ਇੱਕ ਤਾਂ ਦਹੀਂ ਜ਼ਰੂਰ ਖਵਾਉਣ, ਇੱਕ ਉਹਨਾਂ ਨੂੰ ਕਹੋ ਵੀ ਉਹਨੂੰ ਪਪਾਇਆ ਜ਼ਰੂਰ ਦੇਣ ਜੀ, ਪਾਲਕ ਜ਼ਰੂਰ ਦੇਣ ਜੀ, ਵਾਟਰਮੈਲਨ, ਬਿਟਰਮੈਲਨ, ਸੌਰੀ ਆਪਣਾ ਕੈਂਟਾਲੂਪ ਮਤਲਬ ਖਰਬੂਜ਼ਾ ਦੇਣ ਜੇ ਉਹ ਸੁਣ ਰਹੇ ਨੇ। ਅੰਬ ਵੀ ਦੇ ਸਕਦੇ, ਲੇਕਿਨ ਕਈਆਂ ਨੂੰ ਅੰਬ ਗਰਮੀ ਕਰ ਜਾਂਦਾ। ਲੇਕਿਨ ਚੀਜ਼ ਇਹ ਉਹਨਾਂ ਨੂੰ, ਇੱਕ ਤਾਂ ਉਹਨੂੰ ਇਹ ਜੋ ਕਹਿ ਰਹੇ ਰੂਟੀਨ 'ਚ ਦੇਣਾ, ਇਹ ਨਹੀਂ ਬਈ ਇੱਕ ਦਿਨ ਦੇਤਾ ਤੇ ਉਦੋਂ ਤਾਂ ਠੀਕ ਹੋ ਗਿਆ ਤੇ ਮੁੜ ਕੇ ਨਹੀਂ। ਉਹਨੂੰ ਰੂਟੀਨ ਬਣਾ ਲਓ ਜੇ ਬਿਮਾਰੀ ਤੋਂ ਬਚਾਉਣਾ। ਉਹਨਾਂ ਨੂੰ ਜਿਹੜੇ ਸੁਣ ਰਹੇ ਨੇ ਤੇ ਉਹਨਾਂ ਨੂੰ ਮਤਲਬ ਇਹ ਦੱਸੋ ਕਿ ਉਸ ਬੱਚੇ ਦੀ ਡਾਈਟ 'ਚ ਉਹਨੂੰ ਕਹੋ ਵੀ ਬਾਜ਼ਾਰ ਦਾ ਜੰਕ ਫੂਡ ਬੰਦ ਕਰੋ। ਹੋ ਸਕਦਾ ਕਨਸਟੀਪੇਸ਼ਨ ਜੰਕ ਫੂਡ ਤੋਂ ਹੋਣੀ ਹੈ। ਕਈ ਵਾਰੀ ਬੱਚੇ ਪੀਜ਼ਾ ਖਾ ਲੈਂਦੇ ਆ, ਚਾਕਲੇਟ ਖਾ ਲੈਂਦੇ ਆ, ਮਿੱਠਾ ਜ਼ਿਆਦਾ ਖਾ ਲੈਂਦੇ ਆ, ਨਮਕ ਜ਼ਿਆਦਾ ਖਾ ਲੈਂਦੇ ਆ। ਇਸ ਕਰਕੇ ਉਸ ਬੱਚੇ ਨੂੰ ਕਹੋ ਵੀ ਬਾਜ਼ਾਰ ਦਾ ਖਾਣਾ, ਭਾਵੇਂ ਅਸੀਂ ਮੈਕਡੋਨਲਡਸ ਚੋਂ, 버ਗਰ ਕਿੰਗ ਚੋਂ ਵੀ ਖਾਂਦੇ ਆ, ਔਰ ਜਿੰਨਾ ਵੀ ਉਹ ਮੀਟ ਆ ਟੌਕਸਿਨਸ ਕਰਦੇ ਹੀ ਆ, ਕਨਸਟੀਪੇਸ਼ਨ ਕਰਦੇ ਹੀ ਕਰਦੇ। ਇਸ ਕਰਕੇ ਉਸ ਬੱਚੇ ਨੂੰ ਇਵਨ ਸਾਡੇ ਕੋਲ ਬੱਚਿਆਂ ਦੇ ਲਈ ਵੀ ਸਪੈਸ਼ਲ ਇਹਦੇ ਲਈ ਡ੍ਰੌਪਸ ਵੀ ਹੈ ਔਰ ਵੈਰੀ ਈਜ਼ੀ। ਉਹ ਤੁਸੀਂ ਪਾਣੀ ਦੇ ਵਿੱਚ ਥੋੜਾ ਜਿਹਾ ਪਾਣੀ 'ਚ 20 to 30 ਡ੍ਰੌਪਸ ਪਾ ਕੇ ਉਹਨੂੰ ਦਿਨ 'ਚ 3-4 ਵਾਰੀ ਪੀਵੇ, ਉਹਨੂੰ ਟੇਸਟੀ ਵੀ ਲੱਗੇਗਾ ਜੀ। ਇੱਕ ਤਾਂ ਇਹ ਤਰੀਕਾ ਨਹੀਂ ਤੇ ਜਿੱਦਾਂ ਸ਼ੇਕ ਹੈ ਸਾਡੇ ਕੋਲ, ਫਿਰ ਉਹ ਜਿਹੜੇ ਅਸੀਂ ਜੋ ਦੇਣਾ ਨਾ, ਇੱਕ ਤਾਂ ਉਹਦੇ ਨਾਲ ਬੱਚੇ ਦੀ એનર્ਜੀ ਵਧੇਗੀ, ਬੱਚਾ ਪੜ੍ਹਾਈ 'ਚ ਵੀ ਅੱਛਾ ਨਿਕਲੇਗਾ, ਕਨਸਟੀਪੇਸ਼ਨ ਕਲੀਅਰ ਹੋਏਗੀ। ਬॉल्स ਜੇ ਕਲੀਅਰ ਹੋ ਗਏ ਤਾਂ ਸਮਝੋ ਸਭ ਤੋਂ ਪਹਿਲਾਂ ਬॉल्स ਇੱਕ ਦੀ ਬਜਾਏ ਦਿਨ 'ਚ 2 ਵਾਰੀ ਆਵੇ ਬੱਚਾ ਟਾਇਲਟ। ਐਕਚੁਅਲੀ ਤਰੀਕਾ ਨਾਰਮਲੀ ਜੇ ਤੁਹਾਨੂੰ ਦੱਸੀਏ ਤੇ ਕਨਸਟੀਪੇਸ਼ਨ ਜੇ ਰਿਮੂਵ ਕਰੋ, ਨਾਰਮਲ ਆਦਮੀ ਨੂੰ 2 ਵਾਰੀ ਜਾਂ 3 ਵਾਰੀ ਬੇਸ਼ੱਕ ਦਿਨ 'ਚ ਟਾਇਲਟ ਜਾਵੇ, ਬਟ that should be in a very slender form, soft and slender. That means ਕਿ you are perfectly normal, your bowels are working properly. bowel movements ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਪੈਰੀਸਟਾਲਟਿਕ ਮੂਵਮੈਂਟਸ, ਕਈਆਂ ਦੀ ਪੈਰੀਸਟਾਲਟਿਕ ਮੂਵਮੈਂਟਸ ਨਹੀਂ ਦੀ, ਕਈਆਂ ਦੀ ਹੋ ਸਕਦਾ ਜਮਾਂਦਰੂ ਉਦੋਂ ਕੋਈ ਪ੍ਰੋਬਲਮ ਹੋਈ ਹੋਵੇ। ਇਹ ਤੁਸੀਂ ਉਹਨਾਂ ਨੂੰ ਕਹੀਓ ਮੈਨੂੰ ਆਫਿਸ ਬਾਅਦ ਗੱਲ ਕਰ ਲੈਣ ਜੇ ਸੁਣ ਰਹੇ ਆ। ਤੇ ਫਿਲਹਾਲ ਤੇ ਇਹ ਹੋਮ ਰੈਮਡੀਜ਼ ਕਰਨ, ਐਲੋਵੇਰਾ ਜੈਲ ਪੀਏ ਬੱਚਾ। ਐਲੋਵੇਰਾ ਉਹਨਾਂ ਨੇ ਤੁਹਾਨੂੰ ਆਫਿਸ ਦੇ ਵਿੱਚ ਅਸੀਂ ਨੰਬਰ ਜ਼ਰੂਰ ਦਿੱਤਾ ਸੀਗਾ, ਲੇਕਿਨ ਕਿਉਂਕਿ ਇਹ ਕਿਹੋ ਜਿਹਾ ਮਸਲਾ ਹੈ ਜਿਸ ਦੇ ਬਾਰੇ ਪੇਰੈਂਟਸ ਮੇਰੇ ਖਿਆਲ ਨਾਲ ਖੁੱਲ ਕੇ ਗੱਲ ਨਹੀਂ ਕਰਨਾ ਚਾਹੁੰਦੇ, ਜਾਂ ਫਿਰ ਕਈਆਂ ਨੂੰ ਸ਼ਰਮ ਆਉਂਦੀ ਹੈਗੀ ਵੀ ਸਾਡੇ ਬੱਚੇ ਦੇ ਬਾਰੇ ਅਸੀਂ ਇਸ ਤਰ੍ਹਾਂ ਗੱਲ ਕरें। ਲੇਕਿਨ ਇਟਸ ਰੀਲੀ ਇੰਪੋਰਟੈਂਟ। ਪਰ ਜਿੱਦਾਂ ਤੁਸੀਂ ਦੱਸਿਆ ਪ੍ਰਿਆ ਵੀ ਬੱਚੇ ਨੂੰ ਬਲੱਡ ਵੀ ਆਉਂਦਾ ਜੀ, ਬਲੱਡ ਦੀ ਵੀ ਪ੍ਰੋਬਲਮ ਹੈਗੀ ਹੈ। ਬਲੱਡ ਜੇ ਆਉਂਦਾ ਤੇ ਦੈਟ ਇਜ਼ ਵੈਰੀ ਸੀਰੀਅਸ, ਕਿਉਂ ਅੰਦਰ ਫਿਰ ਉਹਦੇ ਜ਼ਖਮ ਹੋ ਜਾਣਗੇ ਜੀ। ਫਿਰ ਹੈ ਸੱਚ, ਤੁਸੀਂ ਮੈਨੂੰ ਯਾਦ ਕਰਾਤਾ, ਜਿੱਦਾਂ ਆਪਾਂ ਕਈ ਸ਼ੋਅ ਕੀਤੇ ਅਲਸਰੇਟਿਵ ਕੋਲਾਈਟਿਸ ਹੋ ਸਕਦਾ, ਪਰ ਅਲਸਰੇਟਿਵ ਕੋਲਾਈਟਿਸ ਦੇ ਵਿੱਚ ਫਿਰ ਉਹਦੇ ਚ ਕਨਸਟੀਪੇਸ਼ਨ ਨਹੀਂ ਹੁੰਦੀ, ਉਹਦੇ ਚ ਬਾਰ-ਬਾਰ ਲੈਟਰਿਨ ਆਏਗੀ, ਟਾਇਲਟ ਬਾਰ-ਬਾਰ ਆਏਗੀ,
ਉਹਦੇ 'ਚ ਫਿਰ ਨਾਲ ਵਾਟਰੀ ਸਟੂਲ ਆਏਗੀ, ਕਿਸੇ ਕਿਸੇ ਵੇਲੇ ਬਲੱਡ ਆ ਜਾਂਦਾ ਕਿਉਂਕਿ ਅਲਸਰ ਹੋ ਜਾਂਦੇ, ਅੰਦਰ ਜ਼ਖਮ ਹੋ ਜਾਂਦੇ ਆ, ਉਹ ਫਿਰ ਸਾਰੀ ਉਮਰ ਉਹਨਾਂ ਨੂੰ ਪ੍ਰੈਡਨਿਸਲੋਨ ਦੇਣਗੇ, ਨਾਲ ਹੋਰ ਇੱਥੇ ਦੀਆਂ ਦਵਾਈਆਂ ਹੈਗੀਆਂ ਨੇ, ਔਰ ਫਿਰ ਉਹਨਾਂ ਨੇ ਵੀ ਕਹਿਣਾ ਜਿੱਦਾਂ ਪਹਿਲਾਂ ਕਿਸੇ ਨੇ ਕਾਲ ਕੀਤੀ ਸੀ ਐਡਵੇਅਰ, ਉਹਨਾਂ ਨੇ ਵੀ ਸਾਰੀ ਉਮਰ ਖਾਣੀਆਂ ਪੈਣੀਆਂ। ਔਰ ਜੇ ਹੈ ਮਜ਼ੇਦਾਰ ਗੱਲ ਇਹ ਹੈ, ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਦੇਸੀ ਦਵਾਈਆਂ ਦੇ ਨੁਸਖੇ ਇੰਨੇ ਸਦੀਆਂ ਤੋਂ ਚਲੇ ਆ ਰਹੇ ਔਰ ਇੰਨੇ ਅੱਛੇ ਰਿਜ਼ਲਟ ਉਹ ਪ੍ਰੋਬਲਮਸ ਲਈ। Even I remember when I was doing practice in India, I used to say, ਮੈਂ ਕਿ there is no permanent treatment for any chronic problem in allopathy. ਜੇ ਹੈ ਤੇ ਦੇਸੀ, ਅਸੀਂ ਦੇਸੀ ਜ਼ਰੂਰ ਕਹਿੰਦੇ ਆ, ਲੇਕਿਨ ਪਿਆਰੇ ਦਰਸ਼ਕਾਂ ਨੂੰ ਉਹਦੇ 'ਚ ਇੰਨੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਾਡੇ ਕੋਲ ਅਮਰੀਕਨ that is called natural herbal remedy, ਬਿਲਕੁਲ ਨੈਚੁਰਲ ਵੇ, ਭਾਵੇਂ ਅਸੀਂ ਤੁਹਾਨੂੰ ਆਯੁਰਵੈਦਿਕ ਦਈਏ, ਭਾਵੇਂ ਹੋਮੋਪੈਥਿਕ ਦਈਏ, ਭਾਵੇਂ ਨੈਚੁਰਲ, ਮਤਲਬ ਉਹਦਾ ਇਹ ਹੈ ਕਿ ਇਹ these are like a pure extracts without any side effects, not only taking care of the problem, also taking care of the problem from the root cause, plus increasing the immunity, plus giving you physical energy, mental energy। ਇਸ ਕਰਕੇ ਉਸ ਬੱਚਿਆਂ ਦੇ ਤੇ ਮਾਂ-ਬਾਪ ਨੂੰ ਤੁਸੀਂ ਕਹੋ ਜੀ ਜ਼ਰੂਰ ਮੈਨੂੰ ਕੰਟੈਕਟ ਕਰਨ, ਔਰ ਰਿਜ਼ਲਟ ਉਹਨਾਂ ਨੂੰ ਜਲਦੀ ਮਿਲ ਜਾਏਗਾ। ਜੇ ਲੋੜ ਹੋਈ ਤਾਂ ਅਸੀਂ ਕਹਾਂਗੇ ਥੋੜੀ ਦੇਰ ਹੋਰ ਖਾ ਲਓ ਜੇ ਤੁਸੀਂ ਇਸ਼ੂ ਵਿੱਚ ਲਿਆਂਦਾ ਤਾਂ। ਬਿਲਕੁਲ ਬਿਕਾਜ਼ ਇਹੋ ਜਿਹੇ ਕਾਫੀ ਜਿਹੜੇ ਬੱਚਿਆਂ ਦੇ ਰਿਲੇਟਡ ਇਸ਼ੂ ਹੋਣ ਉਹਨਾਂ ਨੂੰ ਵੀ ਜ਼ਰੂਰ ਮੂਹਰੇ ਲੈ ਕੇ ਆਉਣਾ ਚਾਹੀਦਾ ਹੈ। ਮੈਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸ ਦੇਣਾ ਚਾਹੁੰਦੀ ਹਾਂ, ਇਸ ਵੇਲੇ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ 718 850 3737 917 503 2013 ਜੀ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ। ਤੁਸੀਂ ਡਾਕਟਰ ਸਾਹਿਬ ਨੂੰ ਇਸ ਵੇਲੇ ਸਾਡੇ ਲਾਈਵ ਸ਼ੋਅ ਤੇ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਜੀ। ਖਾਨਦਾਨੀ ਹਕੀਮ ਡਾਕਟਰ ਸਾਹਿਬ ਦੇ ਖਾਸ ਕਰਕੇ ਜੀ ਇਹਨਾਂ ਦੀ ਪੂਰੀ ਫੈਮਿਲੀ ਦੇ ਵਿੱਚੋਂ ਜੀ ਹਮੇਸ਼ਾ ਲੋਕਾਂ ਦਾ ਫਾਇਦਾ ਕਰਦੇ ਆਏ ਨੇ ਔਰ ਹਮੇਸ਼ਾ ਹੀ ਬਹੁਤ ਵਧੀਆ ਸਾਨੂੰ ਟਿਪਸ ਵੀ ਦਿੰਦੇ ਨੇ, ਹੋਮ ਰੈਮਡੀਜ਼ ਬਹੁਤ ਵਧੀਆ ਦੱਸਦੇ ਨੇ। ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ, ਆਫ ਕੋਰਸ ਅਸੀਂ ਆਪਣੇ ਲਈ ਇੱਕ ਵਿਸ਼ਾ ਚੁਣ ਕੇ ਲੈ ਕੇ ਆਉਂਦੇ ਹਾਂ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ, ਲੇਕਿਨ ਅਗਰ ਤੁਹਾਡੇ ਕੋਲ ਕੋਈ ਵੀ ਸਵਾਲ ਹੋਵੇ ਜੀ ਤੁਸੀਂ ਡਾਕਟਰ ਸਾਹਿਬ ਨੂੰ ਇਸ ਵੇਲੇ ਸਾਡੇ ਲਾਈਵ ਪ੍ਰੋਗਰਾਮ ਦੇ ਰਾਹੀਂ ਆਪਣਾ ਸਵਾਲ ਪੁੱਛ ਸਕਦੇ ਹੋ। ਇਹਨਾਂ ਦੇ ਕਲੀਨਿਕ ਤੇ ਵੀ ਕਾਲ ਕਰ ਸਕਦੇ ਹੋ 7182165137 7188495859 ਤੇ ਜੀ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਕੋਈ ਘਬਰਾਉਣ ਦੀ ਲੋੜ ਨਹੀਂ, ਤੁਹਾਡਾ ਫੋਨ ਤੇ ਇਲਾਜ ਕੀਤਾ ਜਾਏਗਾ ਪ੍ਰੋਪਰ, ਤੁਹਾਡੇ ਕੋਲੋਂ ਡੀਟੇਲਿੰਗ ਲੈ ਕੇ ਤੁਹਾਡੀ ਦਵਾਈ ਤੁਹਾਡੇ ਕੋਲ ਟਾਈਮ ਤੋਂ ਪਹਿਲਾਂ ਪਹੁੰਚ ਜਾਏਗੀ। ਮੈਂ ਹਮੇਸ਼ਾ ਇਸ ਲਾਈਵ ਸ਼ੋਅ ਦੇ ਦੌਰਾਨ ਖਾਸ ਕਰਕੇ ਲਾਈਵ ਪ੍ਰੋਗਰਾਮ ਦੌਰਾਨ ਜ਼ਰੂਰ ਦੱਸਦੀ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੈਗੇ, ਤੁਹਾਡੀ ਦਵਾਈ ਤੁਹਾਡੇ ਕੋਲ ਟਾਈਮ ਤੋਂ ਪਹਿਲਾਂ ਪਹੁੰਚ ਜਾਏਗੀ। ਡਾਕਟਰ ਸਾਹਿਬ ਤੁਹਾਡਾ ਇੱਕ ਵਿਸ਼ਾ ਪਿਛਲੇ ਸਾਡੇ ਪ੍ਰੋਗਰਾਮ ਦੇ ਰਾਹੀਂ ਰਹਿ ਗਿਆ ਸੀਗਾ, ਉਹਦੇ ਬਾਰੇ ਡੀਟੇਲ 'ਚ ਨਹੀਂ ਗੱਲਬਾਤ ਕਰ ਹੋਈ, ਪ੍ਰੋਸਟੇਟ ਕੈਂਸਰ ਦੇ ਬਾਰੇ ਤੁਸੀਂ ਸਾਨੂੰ ਦੱਸਦੇ ਪਏ ਸੀਗੇ, ਉਸ ਵਿਸ਼ੇ ਨੂੰ ਵੀ ਜ਼ਰੂਰ ਅਸੀਂ ਕਵਰ ਕਰੀਏ ਆਪਣੇ ਅੱਜ ਦੇ ਪ੍ਰੋਗਰਾਮ ਦੇ ਕਿਉਂ ਦੌਰਾਨ। ਨਹੀਂ, ਮੈਨੂੰ ਨਾਲ ਹੀ ਇਹ ਦੱਸਣਾ ਪਏਗਾ ਕਿ ਜਿਸ ਤਰ੍ਹਾਂ ਪ੍ਰਿਆ ਨੇ ਤੁਹਾਨੂੰ ਹੁਣੇ ਦੱਸਿਆ ਕਿ ਖਾਨਦਾਨੀ ਹਕੀਮ, ਵੈਸੇ ਤੇ ਬਹੁਤ ਸਾਰੇ ਦਰਸ਼ਕ ਮੈਨੂੰ ਪੁਰਾਣਾ ਵੀ ਜਾਣਦੇ ਨੇ, ਬਿਲਕੁਲ ਉਹਨਾਂ ਨੂੰ ਭਾਵੇਂ ਦੇਖੋ ਆਪਣੇ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ ਮੈਨੂੰ ਸਾਰੇ ਦੇਖਦੇ ਨੇ, ਉਹਨਾਂ ਦੀ ਨੌਲੇਜ ਲਈ ਇੰਨਾ ਫਿਰ ਮੈਂ ਦੁਬਾਰਾ ਦੱਸ ਦਿੰਦਾ ਉਹਨਾਂ ਲੋਕਾਂ ਲਈ ਜਿਹੜੇ ਸ਼ਾਇਦ ਨਹੀਂ ਜਾਣਦੇ ਕਿ ਮੇਰੇ ਫਾਦਰ ਤਿਬੀਆ ਕਾਲਜ ਲਾਹੌਰ ਤੋਂ ਕੁਆਲੀਫਾਈਡ, ਅਮੇਜ਼ਿੰਗ, ਔਰ 1947 ਤੋਂ ਲੈ ਕੇ ਜੀ ਇਸ ਸਾਲ 2 ਸਾਲ ਤੋਂ ਹੁਣ ਤੱਕ ਇਸ ਦੁਨੀਆ 'ਚ ਨਹੀਂ, ਸਵਰਗਾਂ 'ਚ ਬੈਠੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਔਰ ਉਹਨਾਂ ਨੇ ਸਾਰੀ ਉਮਰ ਸਾਰੀ ਦੁਨੀਆ ਦੀ ਸੇਵਾ ਕੀਤੀ ਹੈ। ਹਕੀਮ ਕਸਤੂਰੀ ਲਾਲ ਦੇ ਨਾਂ ਨਾਲ ਉਹ ਮਸ਼ਹੂਰ ਨੇ ਸਾਰੀ ਦੁਨੀਆ 'ਚ ਜੀ। 14 ਸਾਲ ਮੈਂ ਇੰਡੀਆ ਪ੍ਰੈਕਟਿਸ ਕੀਤੀ ਹੈ ਜੀ, ਮਾਰਚ 79 to 93, 20 ਸਾਲ ਤੋਂ ਮੈਨੂੰ ਹੋ ਗਏ ਆ ਨਿਊਯਾਰਕ ਦੇ ਵਿੱਚ ਜੀ, ਪਰ ਉਹਨਾਂ ਦਾ ਆਸ਼ੀਰਵਾਦ ਹੈ। ਗ੍ਰੈਂਡਫਾਦਰ ਵੀ ਕਰਦੇ ਰਹੇ ਸੀ। ਸੋ ਇਹ ਤਾਂ ਗੱਲ ਮੈਂ ਤਾਂ ਛੋਟੀ ਜਿਹੀ ਦੱਸੀ ਕਿ ਪ੍ਰਿਆ ਨੇ ਤੁਹਾਨੂੰ ਦੱਸਿਆ ਖਾਨਦਾਨੀ ਕੀਮਤ, ਮੈਂ ਕਿਹਾ ਲੈਟ ਮੀ ਇੰਟਰੋਡਿਊਸ ਮਾਈਸੈਲਫ ਟੂ ਦੋਜ਼ ਪੀਪਲ ਹੂ ਡੋਨਟ ਨੋ ਮੀ, ਅਦਰਵਾਈਜ਼ 90% ਪੀਪਲ ਆਲਰੇਡੀ ਨੋ ਮੀ ਫਰੋਮ ਮਾਈ ਬੈਕਗਰਾਉਂਡਸ। ਮੇਰਾ ਕਪੂਰਥਲੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਹਸਪੀਟਲ ਸੀ ਆਪਣਾ ਜੀ। ਸੋ ਆਪਾਂ ਗੱਲ ਕਰੀਏ, ਤੁਸੀਂ ਕੀਤੀ ਗੱਲ ਪ੍ਰੋਸਟੇਟ ਕੈਂਸਰ ਦੀ, ਹਾਂ ਪਿਛਲਾ ਟਾਈਮ ਵੀ ਮੇਰੇ ਕੋਲ ਉਦੋਂ ਵੀ ਥੋੜਾ ਸੀ, ਅੱਜ ਵੀ ਰਹਿ ਗਿਆ। ਪ੍ਰੋਸਟੇਟ ਦੀ ਆਪਾਂ ਗੱਲ ਕਰ ਰਹੇ ਸੀ। ਪ੍ਰੋਸਟੇਟ ਦੇਖੋ ਹੁੰਦਾ ਕੀ ਹੈ, ਪ੍ਰੋਸਟੇਟ ਇੱਕ ਗਦੂਦ ਹੈ, ਰਾਈਟ, ਔਰ ਇਹ ਯੂਰੀਨਰੀ ਬਲੈਡਰ ਦੇ ਨੀਚੇ ਔਰ ਯੂਰੀਥਰਾ ਦੇ ਉੱਪਰ ਹੁੰਦੀ ਹੈ। ਇਹਦੀ ਸੋਜਸ਼ ਹੋ ਜਾਂਦੀ ਹੈ, ਰਾਈਟ। ਥੋੜੇ ਟਾਈਮ 'ਚ ਆਪਾਂ ਜਲਦੀ ਇਹ ਦੱਸ ਦਈਏ, ਹੁੰਦੀ ਸੋਜਸ਼ ਇਹ ਵੀ ਇੱਕ ਵਾਇਰਸ ਤੋਂ ਇਨਫੈਕਸ਼ਨ 'ਚ, ਤਾਂ ਬੋਡੀ ਦੇ ਕਿਸੇ ਪਾਰਟ 'ਚ ਵੀ ਕਿਤੇ ਇਨਫੈਕਸ਼ਨ ਹੋਵੇ ਤਾਂ ਵਾਇਰਸ 'ਚੋਂ ਪ੍ਰੋਸਟੇਟ ਦੀ ਸੋਜਸ਼ ਹੋ ਜਾਂਦੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਗਦੂਦਾਂ, ਔਰ ਬੁਢਾਪੇ 'ਚ ਇਹ ਜ਼ਿਆਦਾ ਹੁੰਦੀ ਹੈ। 40-50 ਸਾਲ ਤੋਂ ਬਾਅਦ ਇਹਦੇ ਚਾਂਸਸ ਜ਼ਿਆਦਾ ਹੁੰਦੇ ਆ। 1 out of 6 ਹਰ ਆਦਮੀ ਨੂੰ ਅਮਰੀਕਾ ਦੇ ਵਿੱਚ ਪ੍ਰੋਸਟੇਟ ਦੀ ਪ੍ਰੋਬਲਮ ਹੈ ਜੀ। ਔਨ ਦੈਟ ਨੋਟ ਆਪਾਂ ਲੈਣੇ ਆਪਣੇ ਪ੍ਰੋਗਰਾਮ ਦੀ ਅਗਲੀ ਕਾਲ। ਖਿਆਲ ਕਾਲ ਹੈਂਗ ਅਪ ਹੋ ਗਈ ਹੈ। ਪਲੀਜ਼ ਆਪਣੀ ਟੀਵੀ ਦੀ ਆਵਾਜ਼ ਦਾ ਖਾਸ ਧਿਆਨ ਰੱਖਿਆ ਜਾਵੇ। ਇਹ ਜਿਹੜੇ ਲਾਈਵ ਪ੍ਰੋਗਰਾਮ ਲੈ ਕੇ ਆਉਂਦੇ ਖਾਸ ਕਰਕੇ ਜੀ ਤੁਹਾਡੇ ਸਾਰਿਆਂ ਲਈ ਹੁੰਦੇ ਨੇ, ਤੁਸੀਂ ਸਾਨੂੰ ਕਾਲ ਕਰਕੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਜਾਓ। ਪ੍ਰੋਸਟੇਟ ਦੀ ਗੱਲ ਰਹਿ ਜਾਣੀ ਹੈ ਤੇ ਇਹਦੇ ਨਾਲ ਵੀ, ਪ੍ਰੋਸਟੇਟ ਦੇ ਨਾਲ ਵੀ ਇੱਕ ਤੇ ਹੋਏਗੀ ਨਲਾਂ 'ਚ ਸੋਜਸ਼ ਹੋਏਗੀ ਜੀ, ਐਨਸ ਔਰ ਸਕ੍ਰੋਟਮ ਦੇ ਵਿਚਕਾਰਲੇ ਏਰੀਆ 'ਚ ਪੇਨ ਹੋਏਗੀ,
ਔਰ ਇਹਦੇ ਨਾਲ ਵੀ ਨਾਮਰਦਾਨਗੀ ਵੀ ਆਉਂਦੀ, ਸੈਕਸੁਅਲ ਵੀਕਨੈਸ ਇਹਦੇ ਨਾਲ ਹੁੰਦੀ, ਪ੍ਰੋਸਟੇਟ ਜਿਨ੍ਹਾਂ ਦੇ ਵੱਧ ਜਾਂਦੇ। ਕਈ ਵਾਰੀ ਇਨਸਾਨ ਦਵਾਈਆਂ ਖਾਂਦੇ ਰਹਿੰਦੇ ਆ ਦੂਸਰੀਆਂ, ਲੇਕਿਨ ਕਾਰਨ ਹੁੰਦਾ ਪ੍ਰੋਸਟੇਟ ਕਰਕੇ ਵੀ ਸੈਮੀਨਲ ਕਮਜ਼ੋਰੀ ਹੋ ਜਾਂਦੀ। ਪ੍ਰੋਸਟੇਟ ਗਲੈਂਡ ਇਹ ਵੀਰਜ ਬਣਾਉਂਦਾ ਜੀ, ਜਿਹੜਾ ਮਿਲਕੀ ਫਲੂਇਡ ਜਿਹੜਾ ਹੈ ਵੀਰਜ ਹੈ ਆਦਮੀ ਦਾ, ਉਹ ਪ੍ਰੋਸਟੇਟ ਗਲੈਂਡ ਹੀ ਬਣਾਉਂਦਾ ਜੀ ਆਪਾਂ ਲੈਣੇ ਆਪਣੇ ਕਾਲ program ਲਓ ਦੇ ਤੁਸੀਂ ਲਈ ਜੀ call ਪਹਿਲਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਦੀ ਕਾਲ ਕਰ ਰਹੇ ਹੋ? ਜੀ ਮੈਂ ਕਰਮਜੀਤ ਬੋਲ ਰਹੀ ਹਾਂ ਨਿਊ ਜਰਸੀ ਤੋਂ। ਹਾਂਜੀ ਕਰਮਜੀਤ ਜੀ, ਤੁਹਾਡੇ ਕੀ ਸਵਾਲ ਹੈ ਡਾਕਟਰ ਸਾਹਿਬ ਲਈ? ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਡਾਕਟਰ ਸਾਹਿਬ ਤੁਹਾਨੂੰ ਪੁੱਛਣਾ ਸੀਗਾ ਆਪਣੇ ਬੇਟੇ ਬਾਰੇ। ਹਾਂਜੀ ਹਾਂਜੀ ਉਹ ਹਜੇ ਹੈਗਾ ਜੀ 7 ਮਹੀਨਿਆਂ ਦਾ, 7.5 ਮਹੀਨਿਆਂ ਦਾ। ਤੇ ਉਹਨੂੰ ਡਾਕਟਰ ਸਾਹਿਬ ਸਕਿਨ ਦੀ ਲਾਈਕ ਜਿੱਦਾਂ ਬੜੀ ਪ੍ਰੋਬਲਮ ਹੈਗੀ ਹੈ, ਰੈਸ਼ ਔਰ ਖਾਰਿਸ਼, ਔਰ ਡਾਕਟਰ ਜਿਹੜੇ ਹੈਗੇ ਆ ਇੱਥੇ ਉਹ ਉਹਨੂੰ ਐਗਜ਼ੀਮਾ ਦੱਸਦੇ ਨੇ। ਹਾਂਜੀ ਹਾਂਜੀ ਐਗਜ਼ੀਮਾ ਜਾਂਦੀ ਐਲਰਜੀਕ ਐਗਜ਼ੀਮਾ ਟਾਈਪ ਹੁੰਦੀ ਆ। ਹਾਂਜੀ ਉਹਦੇ ਤੇ ਉਹ ਹੁਣ ਲਾਈਕ ਅਸੀਂ ਉਹਦਾ ਦੁੱਧ ਵੀ ਕਾਫੀ ਵਾਰੀ ਚੇਂਜ ਕਰ ਦਿੱਤਾ ਉਹਨਾਂ ਨੇ ਕਦੀ ਉਹਨੂੰ ਐਲਮੈਂਟਮ ਦੇ ਦਿੱਤਾ ਆ, ਕਦੇ ਉਹਨੂੰ ਸੋਇਆ ਹੁੰਦਾ ਜਿਹੜਾ ਪ੍ਰਸੋਬੀ ਉਹ ਦਿੱਤਾ ਆ, ਬਟ ਕੋਈ ਖਾਸ ਫਰਕ ਨਹੀਂ ਹੈਗਾ। ਤੇ ਮੈਂ ਉਹਨੂੰ ਜਦੋਂ ਵੀ ਹੁੰਦੀ ਹੈ ਬਸ ਲਾਈਕ ਉਹਨੂੰ ਜਿਵੇਂ ਆਪਣਾ ਆਉਂਦੀ ਆ ਹਾਈਡਰੋਕੋਰਟਿਜ਼ੋਨ ਆਈ ਥਿੰਕ, ਤੇ ਉਹ ਮੈਂ ਉਹਨੂੰ ਜਿੱਦਾਂ 1% ਸਿਰਫ ਹੁਣ ਡਾਕਟਰ ਨੇ ਐਟ ਲਾਸਟ ਵੀ ਉਹੀ ਦੱਸੀ ਹੋਈ ਹੈ। ਤੇ ਆਪਣਾ ਸੈਟਾਫਿਲ ਆਈ ਉਹਨੂੰ ਸੋਪ ਜਾਂ ਸ਼ੈਂਪੂ ਜੋ ਵੀ ਹੈ, ਜੇ ਆਪਣਾ ਬਾਥ ਵੀ ਉਹਨੂੰ ਉਹਨਾਂ ਨੇ ਕਿਹਾ ਵੀ ਲਾਈਕ ਉਹਨੂੰ ਵੀਕ 'ਚ 1-2 ਵਾਰੀ ਹੀ ਸਿਰਫ ਦਿਓ, ਨਹੀਂ ਤਾਂ ਜ਼ਿਆਦਾ ਉਹਨੂੰ ਖਾਰਿਸ਼ ਹੁੰਦੀ ਹੈ ਜਿੱਦਾਂ। ਕਰਮਜੀਤ ਜੀ ਮੈਂ ਟਾਈਮ ਸ਼ਾਰਟ ਕਰਕੇ ਤੁਹਾਡੀ 2 ਮਿੰਟ ਸਾਰੀ ਗੱਲ ਦਾ ਜਵਾਬ ਦੇ ਦੇਣਾ। ਇਹ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਕਿ ਇਹ ਤੁਸੀਂ ਜਦੋਂ ਇੰਨਾ ਹੀ ਕਿਹਾ ਸੀ ਨਾ ਕਿ 7 ਮਹੀਨੇ ਦਾ ਬੱਚਾ, ਤੇ ਮੈਂ ਉਦੋਂ ਹੀ ਸਮਝ ਗਿਆ ਸੀ। ਸੈਕੰਡਲੀ ਇਹ ਹੈ ਕਿ ਇਹ ਫਿਰ ਯਾਦ ਰੱਖਿਓ, ਪ੍ਰਮਾਤਮਾ ਨਾ ਕਰੇ ਇਹ ਅੱਗੋਂ ਕਈ ਸਾਲਾਂ ਤੱਕ ਚਲਦੇ ਬਾਵਜੂਦ ਵੀ ਸਾਰੇ ਉਹਨਾਂ ਨੇ ਟੈਸਟ ਕਰਕੇ ਕਹਿ ਦੇਣਾ ਸਾਡੇ ਸਮਝ ਨਹੀਂ ਆਈ, ਔਰ ਉਹਨਾਂ ਨੇ ਤੁਹਾਨੂੰ ਸਿਰਫ ਹਾਈਡਰੋਕੋਰਟਿਜ਼ੋਨ ਦੇਣੀ ਹੈ, ਔਰ ਉਹਦੇ ਨਾਲ ਉਲਟਾ ਨੁਕਸਾਨ ਹੋਣਾ। ਜਿਹੜਾ ਤੁਸੀਂ ਲੱਖਾਂ ਸ਼ੋਅ 'ਚ ਅਸੀਂ ਦੱਸੋ ਕਿ ਦੋਜ਼ ਆਰ ਅਗੇਨ ਸਟੀਰੋਇਡਸ, ਉਹਦੇ ਨਾਲ ਤੁਹਾਨੂੰ ਲਾਓਗੇ ਉਸੇ ਵੇਲੇ ਆਰਾਮ, ਜਾਂ ਕਿਤੇ ਤੁਹਾਨੂੰ ਪੈਰਾਡਿਲ ਕਰੀਮ ਦੇਣੀ ਉਹ ਲਾਓਗੇ ਤੇ ਉਸੇ ਵੇਲੇ ਆਰਾਮ, ਲੇਕਿਨ ਦੈਟ ਇਜ਼ ਅ ਮੋਮੈਂਟਰੀ ਟੈਂਪਰੇਰੀ। ਉਲਟਾ ਸਕਿਨ ਸਗੋਂ ਉਹਦੇ ਨਾਲ ਵੀਕ ਹੋ ਜਾਂਦੀ ਹੈ, ਓਵਰ ਸੈਂਸਿਟਿਵ ਹੋ ਜਾਂਦੀ ਹੈ, ਉਹ ਫਿਰ ਕਿਸੇ ਵੇਲੇ ਉਹ ਹਾਈਡਰੋਕੋਰਟਿਜ਼ੋਨ ਵੀ ਕੰਮ ਕਰਨਾ ਬੰਦ ਕਰ ਜਾਣੀ ਹੈ। ਦੈਟ ਇਜ਼ ਨਾਟ ਇਟ ਆਲ ਏ ਰੈਮੇਡੀ। ਇੱਥੇ ਸਾਡੇ ਕੋਲ ਸਪੈਸ਼ਲ ਤੇਲ ਵੀ ਹੈ, ਕਰੀਮ ਵੀ ਹੈ। ਤੁਸੀਂ ਇਹਦੇ ਨਿਊ ਜਰਸੀ ਤੋਂ ਤੁਸੀਂ ਆ ਵੀ ਸਕਦੇ ਹੋ ਲੈ ਕੇ, ਨਾ ਵੀ ਆਓ ਤੇ ਬੇਸ਼ੱਕ ਸ਼ੋਅ ਤੋਂ ਬਾਅਦ ਮੇਰੇ ਨਾਲ ਡਿਟੇਲ 'ਚ ਹੋਰ ਗੱਲ ਕਰਨੀ। ਗੱਲ ਤਾਂ ਮਕਸਦ ਇਹ ਹੈ ਕਿ ਤੁਹਾਨੂੰ ਆਰਾਮ ਚਾਹੀਦਾ ਬੱਚੇ ਨੂੰ, ਅਸੀਂ ਤੁਹਾਡੀ 1 ਸੈਕਿੰਡ ਦੀ ਗੱਲ ਤੋਂ ਸਮਝ ਜਾਂਦੇ ਹਾਂ ਵੀ ਕੀ ਹੈ। ਜਸਟ ਫॉर ਯੂਰ ਸੈਟੀਸਫੈਕਸ਼ਨ ਮੈਨੂੰ ਕਹਿਣਾ ਪੈਂਦਾ ਕਿ ਤੁਸੀਂ ਆਣਾ ਚਾਹੋ ਤੇ ਜੀ ਸਦਕੇ ਆ ਸਕਦੇ ਹੋ। ਨਹੀਂ ਜ਼ਰੂਰ। ਹਾਂਜੀ ਡਾਕਟਰ ਐਕਚੁਅਲੀ ਮੈਂ ਬੜੀ ਪਰੇਸ਼ਾਨ ਆ, ਉਹ ਬਹੁਤ ਜ਼ਿਆਦਾ ਖਾਰਿਸ਼ ਕਰਦਾ ਹੈ ਲਾਈਕ ਮਹੀਨੇ ਦੇ ਮੈਂ ਉਹਨਾਂ ਵਿੱਚ ਟ੍ਰੀਟਮੈਂਟ ਕਰ ਰਿਹਾ ਜਿਹੜੇ 7-7 10-10 12-12 ਸਾਲ ਤੋਂ ਕੰਟੀਨਿਊਸਲੀ ਜੋ ਤੁਸੀਂ ਕਹਿ ਰਹੇ ਹੋ ਕਰ ਰਹੇ ਹੋ। ਇੱਕ ਫੈਮਿਲੀ 'ਚ ਇੱਕ ਬੱਚਾ ਨਹੀਂ, ਮਦਰਸ ਤੱਕ ਵੀ ਸਾਰਿਆਂ ਨੂੰ ਫੈਲੀ ਹੋ ਜਾਈ ਹੈ, ਔਰ ਫਿਰ ਉਹ ਹੌਲੀ ਹੌਲੀ ਕੀ ਹੋਏਗਾ, ਪਹਿਲਾਂ ਖਾਰਿਸ਼ ਧੱਪੜ, ਫਿਰ ਬਾਅਦ 'ਚ ਚਮੜੀ ਲੱਥਣੀ ਸ਼ੁਰੂ ਹੋ ਜਾਣੀ। ਬਿਲਕੁਲ ਜੀ। ਹਾਂਜੀ ਹਾਂਜੀ ਉਹਦੇ ਨਾ ਜਿੱਦਾਂ ਲਾਈਕ ਜਿੱਦਾਂ ਬਣ ਜਾਂਦੇ ਆ ਕਲੌਟਸ ਵਾਈਟ ਸਾਰੇ ਉਹਦੇ ਸਾਈਡਸ ਤੇ ਬਾਡੀ ਤੇ। ਹਾਂਜੀ ਵਾਈਟ ਸਪੌਟਸ ਇਜ਼ ਆਲਸੋ ਡੇਂਜਰਸ। ਫਿਰ ਉਹਨਾਂ ਨੇ ਕਹਿਣਾ ਜੀ ਫੰਗਲ ਇਨਫੈਕਸ਼ਨ ਹੈ, ਫਿਰ ਉਹ ਸੋਰਾਇਸਿਸ ਬਣ ਜਾਣੀ ਹੈ। ਹਜੇ ਬੱਚਾ ਵਿਚਾਰਾ 7 ਮਹੀਨੇ ਦਾ ਹੈ। ਹਾਂਜੀ ਤੇ ਹੋ ਸਕਦਾ ਜਦੋਂ ਤੁਸੀਂ ਆਪਣਾ ਕਿੰਨੀ ਦੇਰ ਉਹਨੂੰ ਦੁੱਧ ਪਿਆਇਆ ਤੁਸੀਂ ਆਪਣਾ? ਹਾਂਜੀ ਫੀਡ ਆਪਣੀ ਕਿੰਨੀ ਦੇਰ ਦਿੱਤੀ ਹੈ ਬ੍ਰੈਸਟ ਫੀਡ? ਫੀਡ ਡਾਕਟਰ ਐਕਚੁਅਲੀ ਮੈਂ ਸਿਰਫ 2 ਮਹੀਨੇ ਜਿੱਦਾਂ ਹਾਂਜੀ ਦਿੱਤੀ ਹੈ। ਕੀਤੀ ਹੈ। ਜੋ ਮਾਂ ਦੇ ਦੁੱਧ 'ਚ ਤਾਕਤ ਹੈ ਉਹ ਦੁਨੀਆ 'ਚ ਕਿਸੇ ਦਵਾਈ 'ਚ ਤਾਕਤ ਨਹੀਂ ਹੈਗੀ। ਹਾਂਜੀ ਜੀ ਦੇਖੋ ਬ੍ਰੈਸਟ ਮਿਲਕ ਜਿਹੜਾ ਹੁੰਦਾ ਨੈਚੁਰਲ ਇਮਿਊਨਿਟੀ ਹੁੰਦੀ ਬੱਚੇ ਦੀ, ਔਰ ਉਸ ਦੌਰਾਨ ਜਾਂ ਪ੍ਰੈਗਨੈਂਸੀ 'ਚ ਤੁਸੀਂ ਕੋਈ ਗਰਮ ਚੀਜ਼ਾਂ ਜ਼ਿਆਦਾ ਖਾਂਦੇ, ਆਈ ਮੀਨ देयर आर सो मेनी ਰੀਜ਼ਨਸ, ਕਿਉਂਕਿ ਟਾਈਮ ਸ਼ਾਰਟ ਹੈ। ਡਾਕਟਰ ਮੈਂ ਐਕਚੁਅਲੀ ਨਾ ਇੰਜੈਕਸ਼ਨ ਲੈਂਦੀ ਰਹੀ ਹਾਂ ਨਾ, ਲਾਈਕ ਪ੍ਰੀਮੈਚੁਰ ਬੇਬੀ ਸੀ ਪਹਿਲਾਂ ਮੇਰਾ, ਤੇ ਉਹਨਾਂ ਨੇ ਮੈਨੂੰ ਹਰ ਵੀਕ ਇੰਜੈਕਸ਼ਨ ਲੱਗਦਾ ਸੀਗਾ। ਬਸ ਫਿਰ ਆ ਗਈ ਗੱਲ ਹੋਈ। ਉਹਦੇ ਕਰਕੇ ਜਾਂ ਕੋਈ ਪ੍ਰੋਬਲਮ ਹੋਈ ਹੈ। ਮਾਵਾਂ ਵਿਚਾਰੀਆਂ ਨੂੰ ਤੇ ਕਈ ਤਕਲੀਫਾਂ ਕੱਟਣੀਆਂ ਪੈਂਦੀਆਂ ਨੇ, ਲੇਕਿਨ ਉਹ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਜੋ ਕੁਝ ਜ਼ਿਆਦਾ ਚੀਜ਼ਾਂ ਖਾਧੀਆਂ ਉਹ ਗਰਮੀ ਉਹ ਬੱਚੇ ਨਿਕਲ ਰਹੀ ਹੈ। ਪਰ ਹੁਣ ਆਪਾਂ ਬੱਚੇ ਦਾ ਧਿਆਨ ਕਰੀਏ। ਬਿਲਕੁਲ ਜੀ। ਤੁਸੀਂ ਕਰਮਜੀਤ ਜੀ ਇਹਨਾਂ ਦੇ ਨਾ ਡਾਕਟਰ ਸਾਹਿਬ ਦੇ ਤੁਸੀਂ ਜੀ ਕਲੀਨਿਕ ਤੇ ਜ਼ਰੂਰ ਕਾਲ ਕਰੋ, ਪ੍ਰੋਗਰਾਮ ਤੋਂ ਬਾਅਦ ਭਾਵੇਂ ਕਾਲ ਕਰ ਲਓ, ਡੀਟੇਲ ਦੇ ਵਿੱਚ ਗੱਲਬਾਤ ਕਰ ਲਓ, ਬਿਕੋਜ਼ ਸਾਡੇ ਕੋਲ ਸਮਾਂ ਇੰਨਾ ਜ਼ਿਆਦਾ ਨਹੀਂ ਰਹਿ ਚੁੱਕਾ ਤਾਂ ਜੀ ਸਾਡਾ ਪ੍ਰੋਗਰਾਮ ਵੀ ਐਂਡ ਹੋਣ ਵਾਲਾ ਹੈ। ਹਾਂਜੀ ਨਹੀਂ ਜ਼ਰੂਰ ਜੀ ਜ਼ਰੂਰ ਜੀ। ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਤੁਸੀਂ ਇਹਨਾਂ ਨੂੰ ਨੰਬਰ ਮੈਂ ਨੋਟ ਕਰ ਲਿਆ ਹੈਗਾ ਤੇ ਯਾ ਹਾਂਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਐਕਚੁਅਲੀ। ਤੇ ਉਸ ਤੋਂ ਬਾਅਦ ਮੈਂ ਕਾਲ ਕਰਦੀ ਘੰਟੇ ਬਾਅਦ ਚੈੱਕ ਕਰ ਲਿਓ ਫਿਰ ਕਲੀਨਿਕ ਦੇ ਨੰਬਰ ਤੇ ਆਈ ਵਿਲ ਟੈਲ ਯੂ ਲੋਟ ਆਫ ਥਿੰਗਸ ਇਨ ਡਿਟੇਲ। ਯਾ ਸ਼ੋਰ ਓਕੇ ਜੀ ਥੈਂਕ ਯੂ ਸੋ ਮਚ ਥੈਂਕ ਯੂ। ਹਾਂਜੀ ਪ੍ਰਿਆ ਜੀ ਪ੍ਰੋਸਟੇਟ ਦੀ ਗੱਲ ਵਿੱਚ ਹੀ ਰਹਿ ਜਾਂਦੀ ਹੈ। ਬਿਲਕੁਲ ਹਰ ਵਾਰੀ ਵਿੱਚ ਹੀ ਰਹਿੰਦੀ ਹੈ। ਅਗਲੀ ਵਾਰੀ ਅਸੀਂ ਸ਼ੁਰੂਆਤ ਹੀ ਉਸੇ ਟੌਪਿਕ ਤੋਂ ਕਰਾਂਗੇ। ਕੋਈ ਨਹੀਂ, ਫਿਰ ਕੀ ਹੈ, ਚੰਗਾ ਸਗੋਂ ਇੱਕ ਟੌਪਿਕ ਚੱਲਦਾ ਰਹੇਗਾ ਤੇ ਉਹਦੇ 'ਚ ਫਿਰ ਵੀ ਇੰਨਾ ਹੀ ਹੈ ਜਿੰਨਾ ਕੁ ਟਾਈਮ ਹਜੇ ਵੀ ਆਪਣੇ ਕੋਲ 2-4 ਮਿੰਟ ਜਿਹੜੇ ਆ। ਤੇ ਉਹਦੇ 'ਚ ਮਕਸਦ ਕੀ ਹੈ ਕਿ ਪ੍ਰੋਸਟੇਟ ਦੇ ਨਾਲ ਫਿਰ ਕੀ ਹੁੰਦਾ ਵੀ ਜਿੱਦਾਂ ਮੈਂ ਦੱਸ ਰਿਹਾ ਸੀ ਬਈ ਸੈਕਸ ਦੀ ਕਮਜ਼ੋਰੀ ਵੀ ਹੁੰਦੀ ਹੈ, ਔਰ ਫਿਰ ਸਾਡੇ ਕੋਲ ਉਹਦੇ 'ਚ ਪ੍ਰੋਸਟੇਟ ਇਨਫਲੇਮੇਸ਼ਨ ਹੁੰਦੀ ਹੈ। ਗੱਲ ਅਖੀਰ ਆਣੀ ਹੈ ਜਦੋਂ ਸਾਡੇ ਕੋਲ ਟਾਈਮ ਬਚਿਆ ਵੀ ਕੈਂਸਰ ਬਣ ਜਾਂਦਾ ਹੈ ਜੀ। ਪ੍ਰੋਸਟੇਟ ਦੀ ਗਦੂਦ ਦੀ ਸੋਜਸ਼ ਦਾ ਹੋਣਾ,
ਸੈਕਸ ਦੀ ਕਮਜ਼ੋਰੀ ਦਾ ਹੋਣਾ, ਔਰ ਜੇ ਕਿਤੇ ਪਿਸ਼ਾਬ ਦੇ ਸੱਚ ਮੇਨ ਤਾਂ ਗੱਲ ਦੱਸੀ ਨਹੀਂ ਕਿਉਂਕਿ ਵਿੱਚ ਕਾਲ ਆ ਗਈ ਕਿ ਹੁੰਦਾ ਕੀ ਹੈ, ਬਾਰ-ਬਾਰ ਪਿਸ਼ਾਬ ਦੀ ਹਾਜਤ ਹੁੰਦੀ ਹੈ ਜੀ, ਲੇਕਿਨ ਪਿਸ਼ਾਬ ਹੁੰਦਾ ਨਹੀਂ ਖਾਸ, ਕਿਉਂਕਿ ਸੋਜਸ਼ ਉਹਦੀ ਪ੍ਰੋਸਟੇਟ ਗਲੈਂਡ ਯੂਰੀਨਰੀ ਬਲੈਡਰ ਤੇ ਪਿਆ ਤੇ ਯੂਰੀਨਰੀ ਬਲੈਡਰ ਇਵੈਕੂਏਟ ਨਹੀਂ ਪੂਰਾ ਹੁੰਦਾ। ਉਹ ਪੇਸ਼ੈਂਟ ਨੂੰ ਫਿਰ ਪਹਿਲਾਂ ਤੇ ਤਕਲੀਫ ਪਿਸ਼ਾਬ ਕਰਨ 'ਚ ਹੋਏਗੀ। ਜਾਂਦੇ ਜਾਂਦੇ ਇਹਨਾਂ ਦੱਸ ਦਿੰਦੇ ਕਿ ਤੁਸੀਂ ਆਪਣੇ ਆਪ ਕੀ ਕਰ ਸਕਦੇ ਹੋ। ਕਈ ਵਾਰੀ ਜੇ ਪਿਸ਼ਾਬ ਕਰਦੇ ਕਰਦੇ ਹਾਜਤ ਹੋਵੇ, ਪਿਸ਼ਾਬ ਖੁੱਲ ਕੇ ਨਾ ਕਰ ਸਕਦੇ, ਯੂਰਿਨ ਦੀ ਪ੍ਰੋਬਲਮ ਹੋਵੇ, ਤੁਸੀਂ ਟੱਬ ਲੈ ਕੇ ਪਾਣੀ ਉਹਦੇ 'ਚ ਜਾਂ ਤੇ ਠੰਡਾ ਜਾਂ ਲਿਊਕਵਾਰਮ ਟੱਬ ਬਾਥ ਉਹਨੂੰ ਕਹਿੰਦੇ ਆ ਪ੍ਰੋਸਟੇਟ ਲਈ ਸਪੈਸ਼ਲੀ, ਉਹਦੇ ਵਿੱਚ ਪਾਣੀ ਆਪਣੇ ਧੁੰਨੀ ਤੋਂ ਉੱਪਰ ਤੱਕ ਤੁਸੀਂ ਮਤਲਬ ਪਾਣੀ ਰੱਖ ਕੇ ਉਹਦੇ 'ਚ ਬੈਠਣਾ ਸਿਰਫ, ਦੈਟ ਇਜ਼ ਕਾਲਡ ਟੱਬ ਬਾਥ। ਟੱਬ ਬਾਥ ਲੈਣਾ ਲਿਊਕਵਾਰਮ ਵਾਟਰ ਜਾਂ ਕੂਲ ਵਾਟਰ, ਉੱਥੇ ਤੱਕ ਤੁਸੀਂ ਧੁੰਨੀ ਤੋਂ ਉੱਪਰ ਤੱਕ ਪੇਟ ਤੱਕ ਮਤਲਬ ਪਾਣੀ ਟੱਬ ਦੇ ਵਿੱਚ ਹੋਵੇ ਤੇ ਉਹਦੇ 'ਚ ਥੋੜੀ ਦੇਰ ਬੈਠੋ। ਉਹਦੇ ਬਾਵਜੂਦ ਵੀ ਜੇ ਯੂਰਿਨ ਨਹੀਂ ਆ ਰਿਹਾ ਤਾਂ ਦੈਨ ਇਟ ਇਜ਼ ਸੀਰੀਅਸ। ਉਹਨਾਂ ਨੇ ਫਿਰ ਉਸ ਤੋਂ ਬਾਅਦ ਕੈਥੀਟਰ ਹੀ ਪਾਣਾ, ਪਿਸ਼ਾਬ ਦੀ ਨਾਲੀ ਪਾਣੀ ਹੈ। ਲੇਕਿਨ ਜੇ ਟਿਊਮਰ ਬਣ ਗਿਆ ਜਾਂ ਬਿਨਾਈਨ ਬਣ ਗਿਆ ਜਾਂ ਫਿਰ ਮੈਲਿਗਨੈਂਟ ਬਣ ਗਿਆ ਤੇ ਕੈਂਸਰ, ਸੋ ਇਟਸ ਵੈਰੀ ਰਿਸਕੀ। ਜਿੱਦਾਂ ਮੈਂ ਇਹਦੀ ਗਿਣਤੀ ਵੀ ਦੱਸੀ ਸੀ ਕਿ ਪ੍ਰੋਸਟੇਟ ਕੈਂਸਰ ਦੇ ਜਿਹੜੀ ਮੈਂ 5 ਸਾਲ ਪਹਿਲਾਂ ਦੀ 2005 ਦੇ ਹੁਣ ਤਾਂ 8 ਸਾਲ ਹੋ ਗਏ। ਸੋ ਆਈ ਮੀਨ ਟੂ ਸੇ ਸਾਡੀ ਉਦੋਂ ਦੀ ਸਟੱਡੀ ਦੀਆਂ ਮੈਨੂੰ ਫਿਗਰਸ ਯਾਦ ਨੇ। ਤਾਂ ਲੱਖਾਂ ਲੋਕਾਂ ਨੂੰ ਇੱਥੇ ਹੈ ਪ੍ਰੋਸਟੇਟ ਗਲੈਂਡ, ਭਾਵੇਂ ਨੂੰ ਬਿਨਾਈਨ ਟਿਊਮਰ ਹੋਵੇ। ਟਿਊਮਰ ਦੀ ਤਾਂ ਆਪਾਂ ਬਾਅਦ 'ਚ ਗੱਲ ਕਰੀਏ ਕਿਉਂਕਿ ਪ੍ਰੋਸਟੇਟ ਜੇ ਹੋ ਹੀ ਗਿਆ, ਜੇ ਪਿਸ਼ਾਬ ਬਾਰ-ਬਾਰ ਆਉਂਦਾ ਲੇਕਿਨ ਖੁੱਲ ਕੇ ਨਹੀਂ ਆਉਂਦਾ, ਰਾਤ ਬਾਰ-ਬਾਰ ਉੱਠਣਾ ਪੈਂਦਾ, ਜਾਂ ਸਕਰੋਟਮ 'ਚ ਜਾਂ ਨਲਾਂ 'ਚ ਨੀਚੇ ਦਰਦ ਹੁੰਦੀ ਹੈ, ਜਾਂ ਪਿਸ਼ਾਬ ਦੇ ਨਾਲ ਕਿਸੇ ਵੇਲੇ ਤੁਹਾਨੂੰ ਪਸ ਆਉਣ ਲੱਗ ਗਈ ਹੈ ਜਾਂ ਬਲੱਡ ਆਉਣ ਲੱਗ ਗਿਆ, ਤੇ ਇਹਨੂੰ ਸੀਰੀਅਸਲੀ ਲੈਣਾ। ਉਹਦਾ ਮਤਲਬ ਹੈ ਕਿ ਇਨਫੈਕਸ਼ਨ ਜ਼ਿਆਦਾ ਹੋ ਚੁੱਕੀ ਹੈ, ਗਦੂਦ ਸੋਜਸ਼ ਹੋ ਚੁੱਕੀ ਹੈ, ਪ੍ਰੋਸਟੇਟਾਈਟਸ ਕਹਿੰਦੇ ਆ। ਪ੍ਰੋਸਟੇਟਾਈਟਸ ਜੇ ਬਾਅਦ ਦੇ ਵਿੱਚ ਇਹ ਬਿਨਾਈਨ ਟਿਊਮਰ ਬਣ ਜਾਂਦਾ, ਫਿਰ ਜਾ ਕੇ ਮੈਲਿਗਨੈਂਟ ਬਣ ਜਾਂਦਾ, ਫਿਰ ਉਹ ਸਰਜਰੀ ਕਰਨੀ ਹੈ, ਕੀਮੋਥੈਰੇਪੀ ਕਰਨੀ, ਦੇਰ ਆਰ ਸੋ ਮੈਨੀ ਇਨ ਡਿਟੇਲਸ। ਲੇਕਿਨ ਉਹਦੇ 'ਚ ਮਜ਼ੇਦਾਰ ਗੱਲ ਫਿਰ ਉੱਥੇ ਇਹੀ ਹੈ ਕਿ ਸਾਡੇ ਨੈਚੁਰਲ ਐਂਟੀਬਾਇਓਟਿਕ ਨੇ ਉਹ ਤੁਹਾਡੀ ਸੋਜਸ਼ ਵੀ ਢਾਣੀ ਹੈ, ਪਿਸ਼ਾਬ ਖੁੱਲ੍ਹ ਕੇ ਆਉਣਾ, ਨਾਲ ਉਹਦੇ ਨਾਲ ਸੈਕਸੁਅਲ ਤਾਕਤ ਵੱਧਦੀ ਹੈ, ਮਰਦਾਨਗੀ ਤਾਕਤ ਵੱਧਦੀ ਉਹਨਾਂ ਦਵਾਈਆਂ ਨਾਲ। ਮਜ਼ੇਦਾਰ ਗੱਲ ਇਹ ਹੈ ਕਿ ਅਸੀਂ ਪ੍ਰੋਸਟੇਟ ਦੀ ਟ੍ਰੀਟਮੈਂਟ ਕਰਦੇ ਹਾਂ ਲੇਕਿਨ ਸਾਡੀਆਂ ਉਹ ਦਵਾਈਆਂ ਨਾਲ ਸੈਕਸੁਅਲ ਤਾਕਤ ਵੀ ਵਧਾਉਂਦੀਆਂ। ਜੇ ਅਸੀਂ ਸਰਜਰੀ 'ਚ ਪੈਂਦੇ ਹਾਂ, ਇੱਕ ਤਾਂ ਪ੍ਰੋਸਟੇਟ ਕਰਕੇ ਵੈਸੇ ਸੈਕਸੁਅਲ ਕਮਜ਼ੋਰੀ, ਇੱਕ ਉਹ ਤੋਂ ਸਰਜਰੀ ਤੋਂ ਬਾਅਦ ਫਿਰ ਪੋਸਟ ਆਪਰੇਟਿਵ ਕੰਪਲਿਕੇਸ਼ਨਸ, ਫਿਰ ਵੀ ਬੰਦਾ ਠੀਕ ਨਹੀਂ ਹੁੰਦਾ। ਸੋ ਨੈਚੁਰਲ ਚੀਜ਼ ਜਿਹੜੀ ਨੈਚੁਰਲੀ ਹੁੰਦੀ ਹੈ, ਭਾਵੇਂ ਬੋਡੀ ਦਾ ਕੋਈ ਪਾਰਟ ਹੈ ਜਿਹੜਾ ਨੈਚੁਰਲੀ ਹੈ। ਤੇ ਕਿਉਂ ਪ੍ਰਿਆ ਨੇ ਫਿਰ ਬੜੇ ਤਰੀਕੇ ਦੇ ਨਾਲ ਤੁਹਾਨੂੰ ਪੁੱਛ ਲਿਆ ਕਿ ਹਰ ਵਾਰੀ ਰਹਿ ਜਾਂਦਾ ਟਾਈਮ, ਤੇ ਪ੍ਰੋਸਟੇਟ ਦੀ ਹੋ ਸਕੇ ਤਾਂ ਡਿਟੇਲ 'ਚ ਗੱਲ ਕਰਾਂਗੇ, ਭਾਵੇਂ ਘੰਟਾ ਲੱਗ ਜਾਏ। ਲੇਕਿਨ ਅੱਜ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਵੀ ਜਾਣਨਾ ਚਾਹੀਦਾ ਕਿ ਕਿਸੇ ਕਿਸਮ ਦੀ 40-50 ਸਾਲ ਤੋਂ ਬਾਅਦ ਕਿਸੇ ਵੀ ਮਰਦ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੋਵੇ, ਉਹਨਾਂ ਦੇ ਬਲੱਡ ਰਿਪੋਰਟ 'ਚ PSA ਟੈਸਟ ਤੋਂ ਬਾਅਦ ਉਸੇ ਵੇਲੇ ਪਤਾ ਲੱਗ ਜਾਣਾ। ਸੋ ਦੇ ਹੈਵ ਦਾ ਵੈਰੀ ਗੁੱਡ ਓਪਰਚੁਨਿਟੀ ਟੂ ਕਾਲ ਮੀ ਐਟ ਮਾਈ ਨੰਬਰਸ। ਉਹਨਾਂ ਨੂੰ ਅਸੀਂ ਫਿਰ ਉਹ ਦਵਾਈ ਭੇਜਾਂਗੇ। ਨਾ ਸਿਰਫ ਪ੍ਰੋਸਟੇਟ ਠੀਕ ਹੋਏਗਾ, ਪਿਸ਼ਾਬ ਵੀ ਖੁੱਲ੍ਹ ਕੇ ਆਏਗਾ। ਪਿਸ਼ਾਬ ਆਵੇ ਖੁੱਲ੍ਹ ਕੇ ਜਦੋਂ ਆਵੇ, ਇਹ ਨਹੀਂ ਕਈ ਵਾਰੀ ਫਿਰ ਉਹਨਾਂ ਦਾ ਤਾਂ ਕਸੂਰ ਨਹੀਂ, ਮੋਟਾਪੇ ਕਰਕੇ ਵੀ ਬੈਠੇ ਰਹਿੰਦੇ ਪੇਸ਼ੈਂਟ ਵਿਚਾਰੇ, ਕਿੰਨੀ ਦੇਰ ਪਿਸ਼ਾਬ ਖੁੱਲ੍ਹ ਕੇ ਨਹੀਂ ਆਉਂਦਾ, ਹਾਜਤ ਨਹੀਂ ਹੁੰਦੀ। ਫਿਰ ਇਹ ਤਾਂ ਜਿਸ ਤਰ੍ਹਾਂ ਲਾਗੇ ਸੋ ਤਾਂ ਜਾਣੇ ਔਰ ਕਿਆ ਜਾਣੇ ਪੀਰ ਭਰਾਈ, ਜਿਹਨੂੰ ਤਕਲੀਫ ਹੋਣ ਨਹੀਂ। ਸੋ ਐਨੀਬਡੀ ਹੂ ਇਜ਼ ਵਾਚਿੰਗ ਮੀ, ਇਫ ਦੇ ਹੈਵ ਪ੍ਰੋਸਟੇਟ ਪ੍ਰੋਬਲਮ, ਦੇ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਐਟ ਮਾਈ ਬੋਥ ਦ ਨੰਬਰਸ ਔਨ ਦ ਸਕਰੀਨ। ਦੈਟਸ ਰਾਈਟ ਜੀ। ਇਸੀ ਨੋਟ ਦੇ ਨਾਲ ਅਸੀਂ ਆਪ ਸਭ ਤੋਂ ਹੁਣ ਲੈਣਗੇ ਅਲਵਿਦਾ। ਆਪ ਸਭ ਨੂੰ ਅਸੀਂ ਜੁਆਇਨ ਕਰਾਂਗੇ ਜੀ ਅਗਲੇ ਫਰਾਈਡੇ 7 PM ਈਸਟਰਨ ਸਟੈਂਡਰਡ ਟਾਈਮ ਜ਼ੋਨ ਦੇ ਹਿਸਾਬ ਨਾਲ, ਔਰ ਇਹ ਸਾਡਾ ਸੇਮ ਸ਼ੋ ਸ਼ਾਮੀ 7:30 ਵਜੇ ਦੀ ਰਿਪੀਟ ਟੈਲੀਕਾਸਟ ਤੁਸੀਂ ਵੇਖ ਸਕਦੇ ਹੋ। ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ 7182165137 7188495859 ਜੀ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ। ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰਕੇ ਜੀ ਆਪਣੇ ਸਵਾਲ ਪੁੱਛ ਸਕਦੇ ਹੋ। ਆਪ ਜੀ ਦਾ ਇੱਕ ਵਾਰੀ ਫਿਰ ਬਹੁਤ ਧੰਨਵਾਦ ਸਾਨੂੰ ਜੁਆਇਨ ਕਰਨ ਲਈ। ਥੈਂਕ ਯੂ ਵੈਰੀ ਮਚ once again for joining। ਤਾਂ ਜੀ ਇਸੇ ਦੇ ਨਾਲ ਮੈਨੂੰ ਪ੍ਰਿਆ ਸਹਾਇ ਤੇ ਡਾਕਟਰ ਸਾਹਿਬ ਨੂੰ ਦਿਓ ਇਜਾਜ਼ਤ ਜੀ। ਸਤਿ ਸ਼੍ਰੀ ਅਕਾਲ। ਨੈਚੁਰਲ ਹਰਬਲ ਸਪੈਸ਼ਲਿਸਟ ਡਾਕਟਰ ਕੁਮਾਰ ਹਰ ਬਿਮਾਰੀ ਨੂੰ ਕੁਦਰਤੀ ਜੜੀ ਬੂਟੀਆਂ ਨਾਲ ਇਲਾਜ ਕਰਕੇ ਜੜੋਂ ਖਤਮ ਕੀਤਾ ਜਾਂਦਾ ਹੈ। ਹਰ ਕਿਸਮ ਦੀਆਂ ਦਰਦਾਂ, ਸ਼ੂਗਰ, ਭਾਰ ਘਟਾਉਣਾ ਤੇ ਗੁਪਤ ਰੋਗਾਂ ਦਾ ਸ਼ਰਤੀਆ ਇਲਾਜ ਡਾਕਟਰ ਕੁਮਾਰ, ਜਿਨ੍ਹਾਂ ਨੂੰ 30 ਸਾਲ ਦਾ ਤਜਰਬਾ ਹੈ। ਸੈਕਸੁਅਲ ਪ੍ਰੋਬਲਮ, ਸੰਤਾਨ ਦਾ ਨਾ ਹੋਣਾ, ਮਰਦਾਂ ਤੇ ਇਸਤਰੀਆਂ ਦੇ ਗੁਪਤ ਰੋਗਾਂ ਅਤੇ ਦਿਮਾਗੀ ਪਰੇਸ਼ਾਨੀ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਕਿਸੇ ਵੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ। ਮੁਫਤ ਮਸ਼ਵਰੇ ਲਈ ਡਾਕਟਰ ਕੁਮਾਰ ਨੂੰ ਫੋਨ ਕਰੋ 7182165137 7188495859। ਨੈਚੁਰਲ ਹਰਬਲ ਸਪੈਸ਼ਲਿਸਟ ਡਾਕਟਰ ਕੁਮਾਰ ਹਰ ਬਿਮਾਰੀ ਨੂੰ ਕੁਦਰਤੀ ਜੜੀ ਬੂਟੀਆਂ ਨਾਲ ਇਲਾਜ ਕਰਕੇ ਜੜੋਂ ਖਤਮ ਕੀਤਾ ਜਾਂਦਾ ਹੈ। ਹਰ ਕਿਸਮ ਦੀਆਂ ਦਰਦਾਂ, ਸ਼ੂਗਰ, ਭਾਰ ਘਟਾਉਣਾ ਤੇ ਗੁਪਤ
ਗੁਪਤ ਰੋਗਾਂ ਦਾ ਸ਼ਰਤੀਆ ਇਲਾਜ ਡਾਕਟਰ ਕੁਮਾਰ, ਜਿਨ੍ਹਾਂ ਨੂੰ 30 ਸਾਲ ਦਾ ਤਜਰਬਾ ਹੈ। ਸੈਕਸੁਅਲ ਪ੍ਰੋਬਲਮ, ਸੰਤਾਨ ਦਾ ਨਾ ਹੋਣਾ, ਮਰਦਾਂ ਤੇ ਇਸਤਰੀਆਂ ਦੇ ਗੁਪਤ ਰੋਗਾਂ ਅਤੇ ਦਿਮਾਗੀ ਪਰੇਸ਼ਾਨੀ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਕਿਸੇ ਵੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ। ਮੁਫਤ ਮਸ਼ਵਰੇ ਲਈ ਡਾਕਟਰ ਕੁਮਾਰ ਨੂੰ ਫੋਨ ਕਰੋ 7182165137 7188495859। ਖੁਸ਼ਾਮਦੀ ਜੀ ਆਇਆਂ ਨੂੰ, ਵੈਲਕਮ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ। ਮੈਂ ਪ੍ਰਿਆ ਸਹਾਈ ਜੀ ਹਰਵਾਲੀ ਤੋਂ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਨਿੱਘਾ ਜੀ ਆਇਆਂ ਨੂੰ ਆਖਦੀ ਹਾਂ ਜੀ ਤੁਹਾਡੇ ਆਪਣੇ ਟੀਵੀ ਚੈਨਲ ਧਮਕ ਪੰਜਾਬੀ ਤੇ ਔਰ ਤੁਹਾਡੇ ਆਪਣੇ ਵੀਡੀਓ ਧਮਕ ਪੰਜਾਬੀ ਵੀਡੀਓ ਤੇ। ਹਰ ਵਾਰ ਦੀ ਤਰ੍ਹਾਂ ਜਿਵੇਂ ਕਿ ਜਿਹੜਾ ਸਾਡਾ ਵਾਅਦਾ ਜੀ ਅਸੀਂ ਨਿਭਾਉਂਦੇ ਹੈਗੇ ਆ, ਸਾਡੇ ਨਾਲ ਡਾਕਟਰ ਕੁਮਾਰ ਜੁੜਦੇ ਨੇ ਸਾਡੇ ਧਮਕ ਪੰਜਾਬ ਦੀ ਅਦਾਰੇ ਰਾਹੀਂ, ਸਾਡੇ ਧਮਕ ਪੰਜਾਬ ਦੀ ਪੰਜਾਬੀ ਟੀਵੀ ਚੈਨਲ ਰਾਹੀਂ ਜੀ। ਡਾਕਟਰ ਕੁਮਾਰ ਜੀ ਦੇ ਨਾਲ ਅਸੀਂ ਤੁਹਾਡੀ ਖਾਸ ਮੁਲਾਕਾਤ ਕਰਾਉਂਦੇ ਹਾਂ ਜੀ। ਉਸੇ ਵਾਅਦੇ ਨੂੰ ਪੂਰਾ ਕਰਦਿਆਂ ਹੋਇਆ ਇੱਕ ਵਾਰੀ ਫੇਰ ਅਸੀਂ ਆਪ ਸਭ ਦੇ ਮੂਹਰੇ ਆਪਣਾ ਇਹ ਪ੍ਰੋਗਰਾਮ ਲੈ ਕੇ ਪੇਸ਼ ਹੋਏ ਹਾਂ। ਡਾਕਟਰ ਕੁਮਾਰ ਜੀ ਹਰਬਲ ਸਪੈਸ਼ਲਿਸਟ ਨੇ ਔਰ ਪਿਛਲੇ ਕਈ ਸਾਲਾਂ ਤੋਂ ਜੀ ਇਸ ਮੈਡੀਕਲ ਫੀਲਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ। ਖਾਨਦਾਨੀ ਹਕੀਮ ਯਾਨੀ ਕਿ ਇਹਨਾਂ ਦੇ ਫਾਦਰ ਵੀ ਉਹਨਾਂ ਦੇ ਜੀ, ਇਹਨਾਂ ਦੇ ਦਾਦਾ ਜੀ ਵੀ ਇਸੇ ਫੀਲਡ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਰਹੇ ਨੇ। ਇੰਡੀਆ ਦੇ ਵਿੱਚ ਵੀ, ਖਾਸ ਕਰਕੇ ਪੰਜਾਬ ਦੇ ਵਿੱਚ ਵੀ ਡਾਕਟਰ ਸਾਹਿਬ ਦਾ ਬਹੁਤ ਵੱਡਾ ਹਸਪੀਟਲ ਸੀਗਾ ਔਰ ਇੱਥੇ ਸਾਨੂੰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ, ਸਰੀਰਕ ਤੌਰ ਤੇ ਕੋਈ ਵੀ ਪ੍ਰੋਬਲਮ ਆ ਰਹੀ ਹੈਗੀ ਆ ਜੀ, 718 850 3737 ਸਾਡਾ ਲਾਈਵ ਨਾਓ ਕਾਲ ਤੇ ਤੁਸੀਂ ਇਸ ਵੇਲੇ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਲਾਈਵ ਨਾਓ ਕਾਲ ਦੇ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਨੂੰ। ਪਲੀਜ਼ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਕਾਲ ਕਰ ਰਹੇ ਹੋ ਵੀ ਟੀਵੀ ਦੀ ਆਵਾਜ਼ ਨੂੰ ਬੰਦ ਕਰ ਦਿਓ, ਜਿਸ ਦੇ ਨਾਲ ਤੁਹਾਡਾ ਸਵਾਲ ਜਿਹੜਾ ਹੈਗਾ ਡਾਕਟਰ ਸਾਹਿਬ ਦੇ ਕੋਲ ਵਧੀਆ ਤਰੀਕੇ ਨਾਲ ਪਹੁੰਚ ਜਾਏਗਾ। ਨਹੀਂ ਤਾਂ ਕਨਫਿਊਜ਼ਨ ਹੋ ਜਾਂਦੀਆਂ ਨੇ। ਔਰ ਨਾਲ ਹੀ ਨਾਲ ਜ਼ਰੂਰ ਦੱਸ ਦੇਣਾ ਚਾਹੁੰਦੀ ਹਾਂ, ਕਿਸੇ ਵੀ ਤਰੀਕੇ ਦੀ ਬਿਮਾਰੀ ਹੋਵੇ, ਭਾਵੇਂ ਉਹ ਬੱਚਿਆਂ ਦਾ ਕੋਈ ਰੋਗ ਹੋਵੇ, ਬਜ਼ੁਰਗਾਂ ਦੀ ਕੋਈ ਬਿਮਾਰੀ ਹੋਵੇ, ਹਾਈ ਬਲੱਡ ਪ੍ਰੈਸ਼ਰ, ਕੋਲੈਸਟਰੋਲ ਪ੍ਰੋਬਲਮ ਜਾਂ ਫਿਰ ਸੈਕਸ਼ੂਅਲ ਪ੍ਰੋਬਲਮ, ਯਾਨੀ ਕਿ ਅਗਰ ਤੁਹਾਨੂੰ ਸਰੀਰਕ ਤੌਰ ਤੇ ਗੁਪਤ ਰੋਗਾਂ ਦੇ ਕਰਕੇ ਜੀ ਤੁਹਾਨੂੰ ਤਕਲੀਫ ਹੋ ਰਹੀ ਹੈ, ਤਕਲੀਫ ਆ ਰਹੀ ਹੈ, ਜ਼ਰੂਰ ਤੁਸੀਂ ਡਾਕਟਰ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ। 7188495859 7182165137 ਜੀ, ਇਹ ਨੰਬਰ ਵੀ ਤੁਹਾਡੀ ਸਕਰੀਨ ਤੇ ਲਗਾਤਾਰ ਆ ਰਹੇ ਨੇ। ਇਸੇ ਦੇ ਨਾਲ ਆਪਾਂ ਡਾਕਟਰ ਸਾਹਿਬ ਦਾ ਨਿੱਘਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਆਪ ਜੀ ਦਾ ਸਵਾਗਤ ਹੈ ਇੱਕ ਵਾਰੀ ਫੇਰ। ਥੈਂਕ ਯੂ ਵੈਰੀ ਮਚ। ਗੁੱਡ ਟੂ ਸੀ ਯੂ ਅਗੇਨ। ਐਜ਼ ਆਈ ਆਲਵੇਜ਼ ਸੇ ਕਿ ਬਹੁਤ ਵਧੀਆ ਲੱਗਦਾ ਆਪ ਜੀ ਨੂੰ ਮਿਲ ਕੇ। ਸਾਡੇ ਪ੍ਰੋਗਰਾਮ ਦੇ ਰਾਹੀਂ ਸਾਡੇ ਨਾਲ ਤੁਸੀਂ ਜੁੜਦੇ ਹੈਗੇ ਆ, ਧਮਕ ਪੰਜਾਬ ਦੀ ਅਦਾਰੇ ਦੇ ਨਾਲ ਜੁੜਦੇ ਆ। ਡਾਕਟਰ ਸਾਹਿਬ, ਅੱਜ ਮੈਂ ਐਕਚੁਅਲੀ ਵਿਸ਼ੇ ਤਾਂ ਕਾਫੀ ਸਾਰੇ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ। ਸਾਨੂੰ ਜ਼ਰੂਰ ਤੁਸੀਂ ਦੱਸੋ ਕਿ ਨਵੀਂ ਅਗਰ ਕੋਈ ਖੋਜ ਹੋਈ ਹੋਵੇ ਔਰ ਉਸੀ ਦੇ ਨਾਲ ਅੱਜ ਤੁਹਾਡਾ ਦਿਨ ਕਿਹੋ ਜਿਹਾ ਰਿਹਾ ਔਰ ਕਿਹੋ ਜਿਹੇ ਪੇਸ਼ੈਂਟ ਨੂੰ ਅੱਜ ਤੁਸੀਂ ਫੇਸ ਕੀਤਾ। ਪ੍ਰਿਆ, ਵਾਕਈ ਜਦੋਂ ਤੁਸੀਂ ਇਦਾਂ ਪੁੱਛਦੇ ਹੋ ਮੈਨੂੰ ਸੋਚਣਾ ਪੈਂਦਾ ਕਿ ਹਰ ਤਰ੍ਹਾਂ ਦੇ ਪੇਸ਼ੈਂਟ ਨਾਲ ਡੀਲ ਕਰੀਦਾ। ਬਿਲਕੁਲ ਆਲ ਓਵਰ ਅਮਰੀਕਾ, ਕੈਨੇਡਾ ਕਾਲਸ ਵੀ ਆਉਂਦੀਆਂ, ਇੰਨੀ ਸਪਲਾਈ ਵੀ ਭੇਜਦੇ ਆ ਤੇ ਲੋਕਲ ਪੇਸ਼ੈਂਟਸ ਨਾਲ ਵੀ ਡੀਲ ਕਰਦੇ ਆ। ਜਦੋਂ ਤੁਸੀਂ ਇਹ ਪੁੱਛਦੇ ਵੀ ਅੱਜ ਕਿਹੜੇ ਪੇਸ਼ੈਂਟਸ ਸੀ, ਹਰ ਤਰ੍ਹਾਂ ਦੇ ਡੀਲ ਕਰੀਦੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਵੀ ਕੋਈ ਨਾ ਕੋਈ ਆਪਾਂ ਡਿਫਰੈਂਟ ਟੌਪਿਕ ਤੇ ਗੱਲ ਕਰੀਏ। ਉਹਦੇ ਲਈ ਮੇਰਾ ਖਿਆਲ ਆ ਆਪਾਂ ਪ੍ਰਿਆ ਸ਼ਾਇਦ ਪਿਛਲੀ ਵਾਰੀ ਜਿੱਦਾਂ ਸਾਡਾ ਟਾਈਮ ਕਈ ਵਾਰੀ ਸ਼ਾਰਟ ਰਹਿ ਜਾਂਦਾ, ਪ੍ਰੋਸਟੇਟ ਤੇ ਵੀ ਆਪਾਂ ਗੱਲ ਕੀਤੀ ਸੀ। ਇਸੇ ਤਰ੍ਹਾਂ ਹੀ ਅੱਜ ਆਈ ਥਿੰਕ ਜਿੱਦਾਂ ਪ੍ਰੋਸਟੇਟ ਕਰਕੇ ਵੀ ਜਿੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨਾ, ਇਦਾਂ ਇੱਕ ਬਿਮਾਰੀ ਹੁੰਦੀ ਜਿਹਨੂੰ ਕਹਿੰਦੇ ਆ ਸਿਸਟਾਈਟਸ। ਸਿਸਟਾਈਟਸ ਹੁੰਦੀ ਕੀ ਆ ਜੀ? ਇਟਸ ਐਨ ਇਨਫਲੇਮੇਸ਼ਨ ਆਫ ਦ ਯੂਰੀਨਰੀ ਬਲੈਡਰ। ਰਾਈਟ। ਸੋ ਆਪਾਂ ਦਰਸ਼ਕਾਂ ਨੂੰ ਇਹ ਵੀ ਦਸੀਏ ਕਿਉਂਕਿ ਐਕਚੁਅਲੀ ਕਈ ਤਰ੍ਹਾਂ ਦੇ ਸਿੰਪਟਮਸ ਹੁੰਦੇ ਆ, ਪੇਸ਼ੈਂਟਸ ਨੂੰ ਪਤਾ ਨਹੀਂ ਹੁੰਦਾ ਬਿਲਕੁਲ ਮੋਸਟਲੀ। ਸੋ ਪਿਆਰੇ ਦਰਸ਼ਕੋ, ਜੇ ਤੁਸੀਂ ਇਸ ਵੇਲੇ ਸੁਣ ਵੀ ਰਹੇ ਹੋ, ਜਿੱਦਾਂ ਅਸੀਂ ਕਈ ਵਾਰੀ ਗੱਲ ਕਰਦੇ ਆ ਭਾਵੇਂ ਫੈਰਨਜਾਈਟਸ, laryngitis, bronchitis, tonsillitis, prostatitis। ਸੋ ਇਹਦਾ ਮਤਲਬ ਡਿਫਰੈਂਟ ਪਾਰਟਸ ਤੇ ਡਿਫਰੈਂਟ ਤਰ੍ਹਾਂ ਦੀ ਸੋਜਸ਼, ਇਨਫੈਕਸ਼ਨ, ਬਿਮਾਰੀਆਂ ਫੈਲਦੀਆਂ ਰਹਿੰਦੀਆਂ ਤੇ ਲੋਟ ਆਫ ਪੀਪਲ ਦੇ ਡੋਨਟ ਨੋ ਵਾਟ ਇਜ਼ ਸਿਸਟਾਈਟਸ ਐਕਚੁਅਲੀ। ਰਾਈਟ। ਤੇ ਇਸੇ ਕਰਕੇ ਜਿੱਦਾਂ ਤੁਸੀਂ ਮੈਨੂੰ ਕਿਹਾ ਤੇ ਮੇਰੇ ਮਾਈਂਡ 'ਚ ਆਇਆ ਵੀ ਆਪਾਂ ਪ੍ਰੋਸਟੇਟ ਗਲੈਂਡ ਦੀ ਵੀ ਗੱਲ ਕੀਤੀ, ਗਦੂਦ ਹੁੰਦੀ ਹੈ ਪਰ ਸਿਸਟਾਈਟਸ ਕੀ ਐਕਚੁਅਲੀ? ਰਾਈਟ। ਸਿਸਟਾਈਟਸ ਇਹ ਨਾ ਯੂਰੀਨਰੀ ਬਲੈਡਰ ਦੀ ਸੋਜਸ਼ ਹੋ ਜਾਂਦੀ ਹੈ ਜੀ, ਤੇ ਵੈਸੇ ਵੂਮਨ 'ਚ ਜ਼ਿਆਦਾ ਹੁੰਦੀ ਆ। ਰਾਈਟ। ਤੇ ਹੁੰਦਾ ਕੀ ਹੈ ਕਿ ਇਹਦੇ 'ਚ ਸਵੈਲਿੰਗ ਜਦੋਂ ਯੂਰੀਨਰੀ ਬਲੈਡਰ ਦੀ ਹੁੰਦੀ ਹੈ ਜੀ, ਐਕਚੁਅਲੀ ਇਹ ਹੁੰਦੀ ਇੱਕ ਕਿਸਮ ਦੀ ਬੈਕਟੀਰੀਅਲ ਇਨਫੈਕਸ਼ਨ ਨਾਲ ਹੈ। ਰਾਈਟ। ਐਂਡ ਦ ਨੇਮ ਆਫ ਦੈਟ ਬੈਕਟੀਰੀਆ ਇਜ਼ E. coli। Okay. It's inflammation of the urinary bladder caused by the bacterial infection. The name of the bacteria is E. coli. Right. ਤੇ ਪੰਜਾਬੀ 'ਚ ਪੇਸ਼ੈਂਟਸ ਨੂੰ ਇਹ ਦੱਸੀਏ ਕਿ ਇਹਦੇ 'ਚ ਕਈ ਵਾਰੀ ਕੀ ਹੁੰਦਾ, ਹਾਂ ਜੇ ਇਹਦੇ 'ਚ ਵੀ ਉਸੇ ਤਰ੍ਹਾਂ ਜਿੱਦਾਂ ਪ੍ਰੋਸਟੇਟ ਦੇ ਬਾਰੇ ਅਸੀਂ ਦੱਸਦੇ ਸੀ ਵੀ ਹਾਜਤ ਹੁੰਦੀ ਹੈ ਬਿਲਕੁਲ, ਤੇ ਜੇ ਯੂਰੀਨਰੀ ਬਲੈਡਰ ਦੀ ਇਨਫਲੇਮੇਸ਼ਨ ਹੋਵੇ ਉਹਦੇ 'ਚ ਸਿੰਪਟਮਸ ਇਸੇ ਤਰ੍ਹਾਂ ਦੇ ਹੁੰਦੇ ਕੁਛ ਕਿ ਬਾਰ-ਬਾਰ ਫ੍ਰੀਕੁਐਂਟ ਮਿਕਚੁਰੇਸ਼ਨ, ਪਿਸ਼ਾਬ ਦੀ ਹਾਜਤ ਬਾਰ-ਬਾਰ ਹੋਏਗੀ ਜੀ, ਲੇਕਿਨ ਇਹਦੇ 'ਚ ਇਹ ਹੈ ਕਿ ਇਹਦੇ ਨਾਲ ਪੇਨ ਜ਼ਰੂਰ ਹੁੰਦੀ ਹੈ।
ਪੇਨਫੁਲ ਮਿਕਚੁਰੇਸ਼ਨ ਹੁੰਦੀ ਹੈ। ਰਾਈਟ। ਸੋ ਇਸ ਕਰਕੇ ਜਦੋਂ ਵੀ ਲੇਡੀਜ਼ ਨੂੰ ਨਲਾਂ ਵੱਲ ਨੂੰ ਦਰਦ ਹੋਵੇ ਜੀ। ਔਰ ਯੂਰਿਨ ਕਰਨ ਲੱਗਿਆਂ ਬਾਰ-ਬਾਰ ਤਕਲੀਫ ਹੋਵੇ ਤੇ ਸਮਝੋ ਵੀ ਯੂਰਿਨਰੀ ਬਲੈਡਰ 'ਚ ਇਨਫੈਕਸ਼ਨ ਹੈ। ਬਿਲਕੁਲ। ਫਿਰ ਇਹਦੇ 'ਚ ਜੇ ਪਿਸ਼ਾਬ ਕਰਨ ਲੱਗਿਆਂ ਦਰਦ ਹੋਣੀ ਜਾਂ ਪਿਸ਼ਾਬ 'ਚ ਪਸ ਦਾ ਆਉਣਾ ਤੇ ਜਾਂ ਬਲੱਡ ਦਾ ਆਉਣਾ, ਇਹਦੇ 'ਚ ਚਾਂਸ ਹਾਂ ਬਿਲਕੁਲ ਸੀਵੀਅਰ Very ਕੇਸ ਹੋ severe। ਜਾਣਾ। ਬਿਲਕੁਲ। ਔਰ ਸਿਸਟਾਈਟਸ ਇਹ ਹੈ ਕਿ ਜਦੋਂ ਇਹਦੇ 'ਚ ਪਿਸ਼ਾਬ 'ਚ ਬਲੱਡ ਆਉਣ ਲੱਗ ਜਾਂਦਾ ਹੈ, ਜੀ। ਤੁਸੀਂ ਇਹ ਸਮਝੋ ਕਿ ਚਾਂਸਿਸ ਆਰ ਵਰਸਟ। ਰਾਈਟ। ਮੋਸਟਲੀ ਇਹ ਲੇਡੀਜ਼ ਨੂੰ ਹੁੰਦੀ ਹੈ। ਜੀ। ਲੇਡੀਜ਼ ਨੂੰ ਕਿਉਂ ਮੈਂ ਕਹਿ ਰਿਹਾ ਜ਼ਿਆਦਾ ਹੁੰਦੀ ਹੈ ਕਿ ਯੂਰੀਥਰਾ, ਵਜਾਈਨਾ ਐਂਡ ਐਨਸ ਇਹ ਇੱਕ ਬੜੇ ਨਜ਼ਦੀਕ ਇੱਕ ਦੂਜੇ ਦੇ ਹੁੰਦੇ ਆ। ਬਿਲਕੁਲ। ਪਿਸ਼ਾਬ ਵਾਲੀ ਜਗ੍ਹਾ, ਵਜਾਈਨਲ ਪੋਰਸ਼ਨ ਔਰ ਐਨਸ, ਇਹ ਜਿਹੜੇ ਪ੍ਰਾਈਵੇਟ ਪਾਰਟਸ ਲੇਡੀਜ਼ ਦੇ ਵਿੱਚ ਕਿਉਂਕਿ ਕਾਫੀ ਇੱਕ ਦੂਜੇ ਦੇ ਕਲੋਜ਼ ਹੁੰਦੇ ਨੇ ਤੇ ਚਾਂਸਿਸ ਆਰ ਮੋਰ ਇਨ ਦਾ ਵੂਮਨ। ਬਿਲਕੁਲ। ਨੋ ਡਾਊਟ ਇਹ ਦੇਖੋ ਸੈਕਸੁਅਲੀ ਟਰਾਂਸਮਿਟਡ ਡਿਜ਼ੀਜ਼ਸ ਤੋਂ ਵੀ ਹੋ ਸਕਦੀ ਹੈ, ਇਨਫੈਕਸ਼ਨ ਤੋਂ ਜਿੱਦਾਂ ਮੈਂ ਦੱਸਿਆ ਬੈਕਟੀਰੀਆ ਤੋਂ ਵੀ ਹੋ ਸਕਦੀ ਹੈ। ਉਹਦੇ 'ਚ ਕੀ ਹੋਏਗਾ ਕਿ ਯੂਰਿਨਰੀ ਬਲੈਡਰ ਦੀ ਸੋਜਸ਼ ਦੇ ਨਾਲ ਆਦਮੀ ਨੂੰ ਸਮਝੋ ਜਦੋਂ ਤੁਹਾਨੂੰ ਬਾਰ-ਬਾਰ ਪਿਸ਼ਾਬ ਦਾ ਆਉਣਾ, ਫਿਰ ਪਿਸ਼ਾਬ 'ਚ ਪਸ ਦਾ ਆਉਣਾ ਜਾਂ ਬਲੱਡ ਦਾ ਆਉਣਾ, ਲੇਕਿਨ ਹਰ ਕੇਸ ਦੇ ਵਿੱਚ ਨਾਲ ਨਲਾਂ 'ਚ ਦਰਦ ਹੋਏਗੀ ਜੀ। ਔਰ ਫਿਰ ਨਾਲ ਸਕਿਨ 'ਚ ਔਰ ਉਸ ਜਗ੍ਹਾ ਤੇ ਨੀਚੇ ਖਾਰਿਸ਼ ਹੋਏਗੀ ਔਰ ਇਰੀਟੇਸ਼ਨ ਔਰ ਸਵੈਲਿੰਗ ਔਰ ਸਕ੍ਰੈਚਿੰਗ ਬਾਰ-ਬਾਰ ਤੇ ਚਾਂਸਿਸ ਆਲਵੇਜ਼ ਵਰਸਟ। ਔਰ ਜੇ ਇਹ ਚੀਜ਼ ਮੈਨ 'ਚ ਹੋਵੇ ਜੀ। ਤੇ ਉਹ ਸਮਝੋ ਦੈਟ ਇਜ਼ ਮੋਰ ਸੀਰੀਅਸ। ਆਈ ਮੀਨ ਮੈਨ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਪਏ ਸੀ, ਇਜ਼ ਦੈਟ ਕਾਲਡ ਪ੍ਰੋਸਟੇਟ ਕੈਂਸਰ। ਹਾਂ। ਉਹਨੂੰ ਤੁਸੀਂ ਪ੍ਰੋਸਟੇਟ ਕੈਂਸਰ ਦਾ ਨਾਮ ਦਿੱਤੇ ਹੈਗੇ। ਦੂਜੇ ਪਾਸੇ ਲੇਡੀਜ਼ ਦਾ ਜਿਹੜਾ ਹੈਗਾ ਦੈਟਸ ਅ ਡਿਫਰੈਂਟ ਨੇਮ, ਰਾਈਟ? ਨਹੀਂ, ਇਹਦੇ 'ਚ ਤੁਹਾਡਾ ਤੇ- ਥੋੜਾ ਜਿਹਾ ਤੁਸੀਂ ਗਲਤ ਸਮਝੇ, ਜੀ ਬਿਲਕੁਲ। ਕਿਉਂਕਿ ਯੂਰਿਨਰੀ ਬਲੈਡਰ ਤੇ ਸਾਰਿਆਂ 'ਚ ਹੀ ਹੈ, ਬਿਲਕੁਲ। ਪਿਸ਼ਾਬ ਤੇ ਸਾਰਿਆਂ ਨੂੰ ਆਉਂਦਾ ਹੈ। ਜੀ। ਲੇਕਿਨ ਮੈਂ ਇਹ ਦੱਸਿਆ ਕਿ ਮੈਡੀਕਲੀ ਸਟੱਡੀ ਜਿਹੜੀ ਹੈ ਨਾ, ਜੀ। ਉਹ ਵੂਮਨ ਦੇ ਵਿੱਚ ਚਾਂਸਿਸ ਇਹਦੇ 'ਚ ਥੋੜੇ ਜਿਹਾ ਜ਼ਿਆਦਾ ਇਸ ਕਰਕੇ ਹੁੰਦੇ ਆ ਕਿ ਵਜਾਈਨਾ ਔਰ ਐਨਸ ਔਰ ਯੂਰੀਥਰਾ ਕਿਉਂਕਿ ਕਲੋਜ਼ ਨੇ, ਬਿਲਕੁਲ। ਇਸ ਕਰਕੇ ਕਿਉਂਕਿ ਉਸ ਜਗ੍ਹਾ ਦੀ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ। ਜੀ। ਹੁੰਦੀ ਮੈਨ 'ਚ ਵੀ ਹੈ, ਜੀ। ਮੈਨ 'ਚ ਵੀ ਇਸੇ ਤਰ੍ਹਾਂ ਹੀ ਪ੍ਰੋਸਟੇਟ ਟੋਟਲੀ ਡਿਫਰੈਂਟ ਹੈ। ਜੀ। ਪ੍ਰੋਸਟੇਟ ਦਾ ਦੱਸਿਆ ਸੀ ਨਾ ਵੀ ਉਹ ਗਦੂਦ ਹੁੰਦੀ ਹੈ ਯੂਰੀਥਰਾ ਦੇ ਉੱਪਰ ਤੇ ਯੂਰਿਨਰੀ ਬਲੈਡਰ ਦੇ ਥੱਲੇ ਇੱਕ ਜੀ। ਅਖਰੋਟ ਦਾ ਵਾਲਨਟ remember, ਸ਼ੇਪ right. ਸਾਈਜ਼ ਹੁੰਦਾ ਪ੍ਰੋਸਟੇਟ ਸਾਈਜ਼। ਰਾਈਟ। ਤੇ ਪ੍ਰੋਸਟੇਟ ਦਾ ਤੇ ਇਹਦੇ 'ਚ ਇੱਕ ਹੋਰ ਹੈ ਕਿ ਪ੍ਰੋਸਟੇਟ ਮੋਸਟਲੀ ਜ਼ਿਆਦਾ ਚਾਂਸਸ ਹੁੰਦੇ 40 ਜਾਂ 50 ਤੋਂ ਬਾਅਦ, ਅੱਛਾ ਜੀ। ਜੀ। ਔਰ ਉਹ ਤੇ ਆਦਮੀਆਂ 'ਚ ਹੀ ਹੈ। ਜੀ। ਤੇ ਜਿਹੜੀ ਸਿਸਟਾਈਟਸ ਹੈ, Right. ਇਹ ਯੂਰਿਨਰੀ ਬਲੈਡਰ ਦੀ ਸੋਜਸ਼ ਹੈ। ਜੀ। ਇਹ ਲੜਕੀਆਂ ਨੂੰ ਵੀ ਹੋ ਸਕਦੀ ਹੈ, ਲੜਕਿਆਂ ਨੂੰ ਵੀ ਹੋ ਸਕਦੀ ਹੈ, Okay. ਸੈਕਸੁਅਲੀ ਟਰਾਂਸਮਿਟਡ ਡਿਜ਼ੀਜ਼ਸ ਤੋਂ ਵੀ ਹੋ ਸਕਦੀ ਹੈ, ਮੋਸਟਲੀ ਬਿਕੋਜ਼ ਆਫ ਨਾਟ ਅਨਹਾਈਜੀਨਿਕ, ਹਾਈਜੀਨਿਕਲੀ ਸਫਾਈ ਨਾ ਰੱਖਣ ਨਾਲ। ਇਟਸ ਅ ਵੈਰੀ ਇੰਪੋਰਟੈਂਟ ਪੁਆਇੰਟ। ਡਾਕਟਰ ਸਾਹਿਬ ਬਹੁਤ ਇੱਕ ਵਧੀਆ ਪੁਆਇੰਟ ਸਾਨੂੰ ਦੱਸ ਰਹੇ ਨੇ ਕਿ ਆਪਣੇ ਆਪ ਨੂੰ ਕਲੀਨ ਰੱਖਣਾ ਕਿੰਨਾ ਜ਼ਰੂਰੀ ਹੈ। ਇਟਸ ਰੀਲੀ ਇੰਪੋਰਟੈਂਟ ਸਪੈਸ਼ਲੀ ਫॉर एवरीवन, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਜਿਹੜੇ ਸਾਡੇ ਖਾਸ ਕਰਕੇ ਪੂਰੇ ਸਰੀਰ ਦਾ ਅਸੀਂ ਧਿਆਨ ਚੰਗੀ ਤਰ੍ਹਾਂ ਰੱਖੀਏ, ਹਮੇਸ਼ਾ ਹਾਈਜੀਨਿਕਲੀ ਕਲੀਨ ਰੱਖੀਏ ਆਪਣੇ ਆਪ ਨੂੰ। ਉਸ ਦੇ ਨਾਲ ਅਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਅਗਰ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਆ ਰਿਹਾ ਹੈ, ਆਫ ਕੋਰਸ ਅਸੀਂ ਇੱਕ ਟੌਪਿਕ ਚੁਣ ਕੇ ਲੈ ਕੇ ਆਉਂਦੇ ਹਾਂ, ਇੱਕ ਵਿਸ਼ੇ ਦੇ ਬਾਰੇ ਗੱਲ ਕਰਦੇ ਪਏ ਹਾਂ, ਲੇਕਿਨ ਅਗਰ ਤੁਹਾਡੇ ਮਨ ਦੇ ਵਿੱਚ ਇਸ ਵਿਸ਼ੇ ਤੋਂ ਇਲਾਵਾ ਹੋਰ ਕੋਈ ਵੀ ਸਵਾਲ ਹੈਗਾ, ਜ਼ਰੂਰ ਤੁਸੀਂ ਇਸ ਵੇਲੇ ਸਾਡੇ ਸਟੂਡੀਓ ਤੇ ਕਾਲ ਨਾਓ ਜੀ ਲਾਈਵ ਨੰਬਰ ਤੇ ਸਾਡੇ ਤੁਸੀਂ ਕਾਲ ਕਰ ਸਕਦੇ ਹੋ 7188503737 9175032013। ਇਹ ਨੰਬਰ ਲਗਾਤਾਰ ਜੀ ਤੁਹਾਡੀ ਸਕਰੀਨ ਤੇ ਆਉਂਦੇ ਰਹਿਣਗੇ। ਉਸੇ ਨਾਲ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਡਾਕਟਰ ਸਾਹਿਬ ਦੇ ਕਲੀਨਿਕ ਤੇ ਵੀ ਤੁਸੀਂ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ, ਬਿਕੋਜ਼ ਕਈ ਵਾਰੀ ਇਹੋ ਜਿਹੇ ਸਵਾਲ ਹੁੰਦੇ ਨੇ ਜੋ ਅਸੀਂ ਲਾਈਵ ਪ੍ਰੋਗਰਾਮ ਰਾਹੀਂ ਨਹੀਂ ਪੁੱਛਣਾ ਚਾਹੁੰਦੇ। ਦੇयर इज नो प्रॉब्लम एट ऑल जी। ਉਹ ਡਾਕਟਰ ਸਾਹਿਬ ਦੇ ਕਲੀਨਿਕ ਦੇ ਨੰਬਰ ਵੀ ਤੁਹਾਡੀ ਸਕਰੀਨ ਤੇ ਆ ਰਹੇ ਨੇ 7188495859 7182165137 ਰੈਗੂਲਰਲੀ ਜੀ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। देयर इज नो प्रॉब्लम। ਅਗਰ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਏ ਹੋ, ਕੋਈ ਘਬਰਾਉਣ ਦੀ ਬਿਲਕੁਲ ਵੀ ਨਹੀਂ ਜ਼ਰੂਰਤ, ਕਿਉਂਕਿ ਅਸੀਂ ਲਾਈਵ ਪ੍ਰੋਗਰਾਮ ਤੁਹਾਡੇ ਲਈ ਨਿਊਯਾਰਕ ਸਿਟੀ ਤੋਂ ਲੈ ਕੇ ਆ ਰਹੇ ਹਾਂ। ਲੇਕਿਨ ਘਬਰਾਉਣ ਦੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਕੋਈ ਜ਼ਰੂਰਤ ਨਹੀਂ ਹੈ। ਫੋਨ ਤੇ ਤੁਹਾਡਾ ਇਲਾਜ ਕੀਤਾ ਜਾਏਗਾ ਜ਼ਰੂਰ 7188495859 7182165137 ਤੇ ਜੀ ਤੁਸੀਂ ਕਾਲ ਕਰਕੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ, ਫ੍ਰੀ ਕੰਸਲਟੇਸ਼ਨ। ਔਰ ਇਸ ਵੇਲੇ ਵੀ ਤੁਸੀਂ ਡਾਕਟਰ ਸਾਹਿਬ ਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਡਾਕਟਰ ਸਾਹਿਬ। ਹਾਂਜੀ, ਤੇ ਇਸੇ ਤਰ੍ਹਾਂ ਹੀ ਮੈਂ ਦੱਸਿਆ ਸੀ ਨਾ ਕਿ ਮੋਸਟਲੀ ਇਹ ਹਾਈਜੀਨਿਕਲੀ ਜ਼ਰੂਰ ਰੱਖਣਾ, ਇਸ ਪ੍ਰਾਈਵੇਟ ਪਾਰਟਸ ਦੀ ਸਫਾਈ ਰੱਖਣੀ ਚਾਹੀਦੀ It's really ਹੈ। important, ਸੋ that's right. ਉਹ ਜਿਹੜਾ ਬੈਕਟੀਰੀਆ ਜਿਹਨੂੰ ਈਕੋਲਾਈ ਹੈ ਉਹ ਬੜਾ ਡੇਂਜਰਸ ਹੈ। ਜੀ। ਜਿੱਦਾਂ ਮੈਂ ਦੱਸਿਆ ਕਿ ਲੇਡੀਜ਼ ਨੂੰ ਇਹ ਜ਼ਿਆਦਾ ਹੁੰਦੇ ਆ, ਲੇਕਿਨ ਇਹਦੇ 'ਚ ਇਹ ਮਤਲਬ ਨਹੀਂ ਕਿ ਲੜਕਿਆਂ ਨੂੰ ਵੀ ਹੁੰਦੇ, ਪਰ ਆਦਮੀਆਂ ਨੂੰ ਹੋ ਜਾਏ ਤੇ ਉਹ ਜ਼ਿਆਦਾ ਖਤਰਨਾਕ ਹੈ। Oh my God, ਹਾਂ, right. ਉਹ ਸੋ ਪਿਆਰੇ ਦਰਸ਼ਕੋ ਬੜੇ ਧਿਆਨ ਨਾਲ ਸੁਣਨਾ। ਟੁਡੇ ਵੀ ਆਰ ਟਾਕਿੰਗ ਅਬਾਊਟ ਸਿਸਟਾਈਟਸ, ਜੇ ਬਲੈਡਰ ਦੀ ਸੋਜਸ਼ ਹੁੰਦੀ ਹੈ ਤੇ ਉਹ ਜੇ ਆਦਮੀਆਂ ਨੂੰ ਹੁੰਦੇ ਆ ਤੇ ਉਹਦੇ ਬੜੇ ਸੀਰੀਅਸ ਕਨਸੀਕੁਐਂਸਿਸ ਬਾਅਦ 'ਚ ਹੋ ਜਾਂਦੇ ਆ। ਜੀ।
ਅੱਛਾ, ਫਿਰ ਪਤਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਵੀ ਇਹ ਚੀਜ਼ ਜੋ ਮੈਂ ਦੱਸ ਰਿਹਾ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ? ਪਹਿਲਾਂ ਤਾਂ ਇਹੀ ਮੈਂ ਜਿੱਦਾਂ ਦੱਸਿਆ ਵੀ ਨਲਾਂ 'ਚ ਦਰਦ ਹੋਏਗੀ। ਅੱਛਾ, ਫਿਰ ਪਿਸ਼ਾਬ 'ਚ ਪਸ ਆਏਗਾ, ਬਲੱਡ ਆਏਗੀ। ਜੇ ਇਹ ਇਨਫੈਕਸ਼ਨ ਬਲੈਡਰ ਤੋਂ ਉੱਪਰ ਯੂਰੀਥਰਾ ਦੇ ਨਾਲ ਯੂਰੀਟਸ ਦੇ ਥਰੂ ਕਿਡਨੀਜ਼ ਨੂੰ ਚਲੇ ਜਾਏ, ਇਟ ਕੈਨ ਅਸੈਂਡ ਟੂ ਦਾ ਕਿਡਨੀਜ਼ ਐਜ਼ ਵੈਲ। ਸੋ ਉਹ ਜੇ ਕਿਡਨੀਜ਼ 'ਚ ਚਲ ਜਾਂਦੀ ਤੇ ਫਿਰ ਉਹਦੇ 'ਚ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਆਪਣੀ ਲੋਅਰ ਬੈਕ 'ਚ ਦਰਦ ਹੁੰਦੀ। ਇੱਦਾਂ ਵੱਖੀ 'ਚ ਦਰਦ ਹੋਏਗੀ, ਨਲਾਂ ਵੱਲ ਨੂੰ ਵੀ ਜਾਏਗੀ, ਪਿਸ਼ਾਬ ਵੀ ਰੋਕੇ ਆਏਗਾ ਔਰ ਬਲੱਡ ਵੀ ਆਉਣ ਲੱਗ ਜਾਂਦਾ। ਇਨਫੈਕਸ਼ਨ ਹੁੰਦੀ ਹੈ ਨਾਲੇ ਇਹਦੇ 'ਚ ਦਰਦ ਹੁੰਦੀ ਹੈ। ਆਪਾਂ ਆਪਣੇ ਪ੍ਰੋਗਰਾਮ ਦੀ ਪਹਿਲੀ ਕਾਲ ਲੈਂਦੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਨਨਕੋ ਟੀਵੀ ਦਾ ਵੋਲਿਊਮ ਸਲੋ ਕਰਨ ਆਵਾਜ਼। ਹੈਲੋ ਜੀ ਦਰਸ਼ਕੋ, ਪਲੀਜ਼ 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 ਅਸੀਂ ਇਹ ਰਿਕੁਐਸਟ ਹਮੇਸ਼ਾ ਕਰਦੇ ਆ ਰਹੇ ਹਾਂ, ਹੁਣ ਤਾਂ ਅਸੀਂ ਰਿਕੁਐਸਟ ਕਰ ਕਰਕੇ ਵੀ ਥੱਕ ਚੁੱਕੇ ਆਪਣੇ ਲਾਈਵ ਪ੍ਰੋਗਰਾਮ ਦੇ ਰਾਹੀਂ। ਆਲਵੇਜ਼ ਮੇਕ ਸ਼ੋਰ ਟੂ ਮਿਊਟ ਯੂਰ ਟੀਵੀ। ਆਪਣੀ ਟੀਵੀ ਦੀ ਆਵਾਜ਼ ਨੂੰ ਵੀ ਨਾ ਘੱਟ ਕਰੋ, ਆਪਣੀ ਟੀਵੀ ਦੀ ਆਵਾਜ਼ ਨੂੰ ਬੰਦ ਕਰ ਦਿਓ ਥੋੜੀ ਦੇਰ ਲਈ, ਜਿਸ ਦੇ ਨਾਲ ਸਾਡੀ ਗੱਲਬਾਤ ਵਧੀਆ ਹੋ ਪਾਏਗੀ। ਮੇਰੇ ਖਿਆਲ ਨਾਲ ਸਾਡੇ ਕਾਲਰ ਜੁੜੇ ਸੀਗੇ ਸਾਡੇ ਨਾਲ, ਲੇਕਿਨ ਉਹਨਾਂ ਦੀ ਕਾਲ ਕੱਟੀ ਗਈ ਹੈ ਕਿਸੇ ਕਾਰਨ ਕਰਕੇ, ਔਰ ਉਸਦਾ ਮੇਨ ਕਾਰਨ ਜੀ ਟੀਵੀ ਦੀ ਵੋਲਿਊਮ ਵੀ ਹੋ ਸਕਦਾ ਹੈ। ਪਲੀਜ਼ ਆਲਵੇਜ਼ ਮੇਕ ਸ਼ੋਰ ਟੂ ਮਿਊਟ ਯੂਰ ਟੀਵੀ ਵੈਨਐਵਰ ਯੂ ਆਰ ਕਾਲਿੰਗ ਡਿਊਰਿੰਗ ਲਾਈਵ ਸ਼ੋਜ਼। ਜੀ ਆਪਾਂ ਡਾਕਟਰ ਸਾਹਿਬ ਦੇ ਨਾਲ ਆਪ ਸਭ ਦੇ ਲਈ ਇੱਕ ਖਾਸ ਮੁਲਾਕਾਤ ਜੋ ਹਮੇਸ਼ਾ ਲੈ ਕੇ ਆਉਂਦੇ ਹੈਗੇ, ਲਾਈਵ ਪ੍ਰੋਗਰਾਮ ਲੈ ਕੇ ਆਉਂਦੇ। ਇਹਨਾਂ ਲਾਈਵ ਪ੍ਰੋਗਰਾਮਾਂ ਦੇ ਰਾਹੀਂ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਹੈਲਥ ਦੇ ਰਿਲੇਟਡ, ਅਗਰ ਤੁਹਾਡੇ ਕੋਲ ਕੋਈ ਵੀ ਕੁਐਸਚਨ ਹੈਗਾ, ਤੁਸੀਂ ਡਾਕਟਰ ਸਾਹਿਬ ਨੂੰ ਇਸ ਵੇਲੇ ਸਾਡੇ ਲਾਈਵ ਪ੍ਰੋਗਰਾਮ ਦੇ ਰਾਹੀਂ ਜੀ ਆਪਣਾ ਸਵਾਲ ਪੁੱਛ ਸਕਦੇ ਹੋ। ਕਾਫੀ ਇਹੋ ਜਿਹੇ ਸਿੰਪਟਮਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਅਣਗਹਿਲੀ ਕਰਕੇ ਜਾਂ ਫਿਰ ਇਗਨੋਰ ਕਰ ਦਿੰਦੇ ਹਾਂ, ਨਿਗਲੈਕਟ ਕਰ ਦਿੰਦੇ ਹਾਂ। ਅਗਰ ਬੈਕ ਪੇਨ ਹੋ ਰਹੀ ਹੈ, ਹੈਡੇਕ ਹੋ ਰਿਹਾ ਹੈ, ਸ਼ੋਲਡਰ ਪੇਨ ਹੋ ਰਹੀ ਹੈ, ਕਿਤੇ ਸਕਿਨ ਤੇ ਮੈਨੂੰ ਯਾਦ ਹੈ ਕਿ ਸਾਡੇ ਕਾਲਰ ਨੇ ਸਾਨੂੰ ਪਿਛਲੀ ਵਾਰੀ ਕਾਲ ਕੀਤੀ ਸੀ, ਮੇਰੇ ਸ਼ੋਲਡਰ ਤੇ ਪਿੰਪਲਸ ਹੋਏ ਸੀਗੇ। ਅਸੀਂ ਕਾਫੀ ਇਹੋ ਜਿਹੀ ਚੀਜ਼ਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਕੰਮ ਤੇ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦੇ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਬਿਲਕੁਲ ਹੀ ਭੁੱਲ ਜਾਂਦੇ ਹਾਂ। ਇਸ ਕਰਕੇ ਜੀ ਖਾਸ ਲਾਈਵ ਪ੍ਰੋਗਰਾਮ ਅਸੀਂ ਤੁਹਾਡੇ ਸਾਰਿਆਂ ਲੈ ਕੇ ਆਉਂਦੇ ਹਾਂ। ਡਾਕਟਰ ਕੁਮਾਰ ਜੀ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਨੇ, ਹਮੇਸ਼ਾ ਕੋਸ਼ਿਸ਼ ਕਰਦੇ ਨੇ ਤੁਹਾਨੂੰ ਵਧੀਆ ਤੋਂ ਵਧੀਆ ਘਰੇਲੂ ਨੁਕਤੇ ਦੱਸਣ ਦੀ, ਹਮੇਸ਼ਾ ਕੋਸ਼ਿਸ਼ ਕਰਦੇ ਨੇ। ਤਾਂ ਇਹਨਾਂ ਘਰੇਲੂ ਨੁਕਤਿਆਂ ਨੂੰ ਤੁਸੀਂ ਨੋਟ ਡਾਊਨ ਵੀ ਕਰ ਸਕਦੇ ਹੋ ਜੀ ਡਾਕਟਰ ਸਾਹਿਬ। ਹਾਂਜੀ, ਵੈਸੇ ਮੈਨੂੰ ਅੱਛਾ ਲੱਗਾ ਪ੍ਰਿਆ, ਜਿਸ ਤਰ੍ਹਾਂ ਤੁਸੀਂ ਦੇਖਿਆ ਨਾ ਕਿ ਜਦੋਂ ਕੋਈ ਕਾਲ ਕਰਦਾ ਹੈ ਜੀ ਤੇ ਕਈ ਵਾਰੀ ਉਹ ਆਪਣਾ ਟੀਵੀ ਵੋਲਿਊਮ ਨਹੀਂ ਲੋ ਕਰਦੇ। ਅੱਜ ਮੈਂ ਲਾਈਵ ਟੀਵੀ ਸ਼ੋਅ ਤੇ ਇੱਕ ਹੋਰ ਗੱਲ ਦੱਸਾਂ ਕਿ ਮੈਨੂੰ ਸਾਰਾ ਦਿਨ ਯੂ ਵੋਂਟ ਬਿਲੀਵ ਕਿ ਕਿੰਨੀਆਂ ਕੁ ਮੈਂ ਕਾਲ ਅਟੈਂਡ ਕਰਦਾ ਜੀ। ਉਹਦੇ 'ਚ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਪਲੀਜ਼ 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 ਜਦੋਂ ਤੁਸੀਂ ਕਾਲ ਕਰੋ ਬੱਚਿਆਂ ਨੂੰ ਥੋੜਾ ਸਾਈਡ ਤੇ ਕਰ ਦਿਆ ਕਰੋ, ਕਿਉਂਕਿ ਉਧਰੋਂ ਤੁਸੀਂ ਮੈਨੂੰ ਕਾਲ ਕਰਕੇ ਆਪਣੀ ਬਿਮਾਰੀ ਦਾ ਪੁੱਛ ਰਹੇ ਹੁੰਦੇ ਬੜੇ ਧਿਆਨ ਨਾਲ, ਔਰ ਮੈਂ ਆਪਣਾ ਕੰਮ ਛੱਡ ਕੇ ਸਾਰਾ ਤੁਹਾਨੂੰ ਜਵਾਬ ਦੇ ਰਿਹਾ ਹੁੰਦਾ ਤੇ ਤੁਹਾਡੇ ਪਿੱਛੋਂ ਬੱਚਿਆਂ ਦੀ ਨਾਲ ਆਵਾਜ਼ ਆ ਰਹੀ ਹੁੰਦੀ ਹੈ। ਜੋ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਉਹ ਤੁਸੀਂ ਸੁਣ ਵੀ ਨਹੀਂ ਪਾਉਂਦੇ। ਸੋ ਪਲੀਜ਼ ਬੱਚਿਆਂ ਨੂੰ ਜਾਂ ਤੇ ਤੁਸੀਂ ਸਾਈਡ ਤੇ ਕਰ ਦਿਆ ਕਰੋ ਜਾਂ ਬੱਚਿਆਂ ਨੂੰ ਚੁੱਪ ਕਰਾ ਕੇ ਫੇਰ ਕਾਲ ਕਰਿਆ ਕਰੋ। ਈਵਨ openly telling you on the live TV show, even I have put signs on my office। ਕਈ ਵਾਰੀ ਕੀ ਹੁੰਦਾ ਹੈ ਕਿ ਆਂਦੇ ਵਿਚਾਰੇ ਪੇਸ਼ੈਂਟ ਠੀਕ ਹੈ, ਨਾਲ 10 ਜਣੇ ਹੁੰਦੇ ਤੇ ਬੱਚੇ ਵਿਚਾਰੇ ਫਿਰ ਕਈ ਵਾਰੀ ਕੰਟਰੋਲ ਕਰਨੇ ਮੁਸ਼ਕਲ ਹੋ ਜਾਂਦੇ। ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਅੱਜ ਵੀ ਮੈਂ ਦੇਖੇ, ਪਰ ਉਹ ਕੁੜੀ ਬੜੀ ਸਿਆਣੀ ਨਿਕਲੀ, ਉਹਨੇ ਆਪਣੇ ਬੱਚੇ ਨੂੰ ਆਪਣੀ ਮਦਰ ਦੇ ਨਾਲ ਵਿਚਾਰੀ ਨੇ ਕਿਹਾ ਗੁਰਦੁਆਰੇ ਚਲ ਜਾਓ। ਸੋ ਆਈ ਮੀਨ ਟੂ ਸੇ ਕਈ ਵਾਰੀ ਹੁੰਦਾ ਕਈ ਪੇਸ਼ੈਂਟਸ ਇੰਨੇ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਕਿ today we are going to a doctor, we have to talk about our disease and we have to learn something। Right। so ਤੁਸੀਂ ਇਸ ਕਰਕੇ ਜਦੋਂ ਮੈਨੂੰ ਘਰੋਂ ਕਾਲ ਕਰਦੇ ਵੀ ਹੋ ਨਾ ਤੇ ਪਲੀਜ਼ ਮੈਂ ਇਸ ਕਰਕੇ ਮਾਈਂਡ ਨਾ ਕਰਨਾ ਦੱਸਿਆ ਕਿ ਬੱਚਿਆਂ ਦੇ ਕਰਕੇ ਤੁਸੀਂ ਸਮਝ ਨਹੀਂ ਪਾ ਰਹੇ ਹੁੰਦੇ ਉਸ ਵੇਲੇ, ਕਿਉਂਕਿ ਮੇਰਾ ਟਾਈਮ ਰੱਬ ਤੋਂ ਮੈਂ ਡਰ ਕੇ ਕਰਨਾ ਬੜਾ ਕੀਮਤੀ ਹੈ ਜੀ। ਬਿਲਕੁਲ, ਇਸ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ। ਹਮੇਸ਼ਾ ਜਦੋਂ ਵੀ ਤੁਸੀਂ ਕਾਲ ਵੀ ਕਰ ਰਹੇ ਹੋ, ਬਾਈ ਚਾਂਸ ਅਗਰ ਤੁਹਾਡਾ ਫੋਨ ਇਹਨਾਂ ਦੀ ਕਲੀਨਿਕ ਤੇ ਕੋਈ ਨਹੀਂ ਅਟੈਂਡ ਕਰ ਪਾਇਆ, ਡੂ ਨਾਟ ਵਰੀ, ਆਪਣਾ ਨਾਮ ਔਰ ਫੋਨ ਨੰਬਰ ਜ਼ਰੂਰ ਵੌਇਸਮੇਲ ਦੇ ਵਿੱਚ ਜੀ ਆਪਣਾ ਮੈਸੇਜ ਦੇ ਵਿੱਚ ਛੱਡੋ, ਜਿਸ ਦੇ ਨਾਲ ਤੁਹਾਨੂੰ ਡਾਕਟਰ ਸਾਹਿਬ ਕਾਲ ਬੈਕ ਕਰ ਸਕਣਗੇ। ਆਪਾਂ ਅੱਜ ਗੱਲ ਕਰ ਰਹੇ ਸੀ ਜਿੱਦਾਂ ਯੂਰੀਨਰੀ ਬਲੈਡਰ ਦੀ ਸੋਜਸ਼ ਦੀ, ਇਸ ਕਰਕੇ ਇਹ ਆਦਮੀਆਂ ਨੂੰ ਵੀ ਹੁੰਦੀ ਆ ਔਰ ਆਦਮੀਆਂ ਦੇ ਵਿੱਚ ਉਹ ਜੇ ਬਾਅਦ ਦੇ ਵਿੱਚ ਵਾਕਈ ਬਹੁਤ ਸੀਰੀਅਸ ਕਨਸੀਕੁਐਂਸਿਸ ਹੋ ਜਾਂਦੇ ਨੇ। ਇਸੇ ਕਰਕੇ ਜੇ ਇਹ ਹੀ ਇਨਫੈਕਸ਼ਨ ਯੂਰੀਨਰੀ ਬਲੈਡਰ ਤੋਂ ਯੂਰੀਟਰਸ ਦੇ ਥਰੂ ਜੇ ਆਪਣਾ ਕਿਡਨੀਸ ਚੱਲ ਜਾਏ ਤੇ ਫਿਰ ਗੁਰਦਿਆਂ 'ਚ ਸੋਜਸ਼ ਹੋ ਜਾਂਦੀ, ਜਿਹਦੇ ਕਰਕੇ ਹੋਰ ਸੀਰੀਅਸ ਹੋ ਜਾਂਦੀ ਹੈ। ਔਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਣਾ ਹੈ ਕਿ ਲੋਅਰ ਬੈਕ 'ਚ ਪੇਨ, ਉਹਦਾ ਦਰਦ ਹੁੰਦੀ ਹੈ ਵੱਖੀ ਦੇ ਵਿੱਚ, ਜਿੱਦਾਂ ਪ੍ਰੋਸਟੇਟ ਦੀ ਜਗ੍ਹਾ ਡਿਫਰੈਂਟ ਹੈ ਤੇ ਇਹ ਫਿਰ ਜੇ ਗੁਰਦੇ 'ਚ ਦਰਦ ਆ ਜਾਏ ਫਿਰ ਗੁਰਦੇ ਦੀ ਸੋਜਸ਼ ਹੋ ਜਾਂਦੀ ਹੈ। ਤੁਸੀਂ ਦੇਖੋ ਮੈਂ ਇੰਨੇ ਪੇਸ਼ੈਂਟਸ ਦੇਖਦਾ, ਕਈ ਵਾਰੀ ਵਿਚਾਰੇ ਰੋਂਗ ਟਰੀਟਮੈਂਟ, ਕਈ ਗੱਲਾਂ ਕਰਕੇ ਜਿਹਦੇ 'ਚ ਕਿਡਨੀ ਵੀ ਖਰਾਬ। ਅਸੀਂ ਫਿਰ ਡਿਸਕਸ ਕਰਾਂਗੇ ਕਈ ਵਾਰੀ, ਜੇ ਅੱਜ ਵੀ ਚਾਂਸ ਮਿਲਿਆ ਕਰਾਂਗੇ ਕਿ ਲਿਵਰ ਐਂਡ ਕਿਡਨੀ ਡਿਟੌਕਸੀਫਾਈ ਕਿੱਦਾਂ ਕਰੀਦੀ ਹੈ ਜੀ, ਕਿਉਂਕਿ ਲਿਵਰ ਐਂਡ ਕਿਡਨੀ ਆਰ ਦਾ ਟੂ ਬਿਗੇਸਟ ਫਿਲਟਰਸ ਆਫ ਦਾ ਬਾਡੀ। ਬਹੁਤ ਇੰਪੋਰਟੈਂਟ ਹੈ। ਸ਼ਰਾਬ ਨਾਲ ਬਹੁਤ ਦੁਨੀਆ ਨੇ ਲਿਵਰ ਵਿਗਾੜ ਲਏ ਨੇ, ਕੁੜੀਆਂ ਵਿਚਾਰੀਆਂ ਤੰਗ ਆ ਗਈਆਂ ਨੇ ਆਪਣੇ ਹਸਬੈਂਡਸ ਤੋਂ, ਇਸ ਕਰਕੇ ਕਿ ਉਹ ਕਈ ਵਾਰੀ ਦੱਸ ਨਹੀਂ ਸਕਦੀਆਂ ਕਿ
ਆਦਮੀ ਕੰਟਰੋਲ ਨਹੀਂ ਕਰਦੇ। ਮੇਰੀ ਗੱਲ ਦਾ ਮਾਈਂਡ ਕਰਨ ਦਾ ਕੋਈ ਫਾਇਦਾ ਨਹੀਂ। ਦਾ ਰੀਜ਼ਨ ਇਜ਼ ਕਿ ਵਾਟ ਆਮ ਟੈਲਿੰਗ ਇਜ਼ ਆਲ ਫॉर ਯੂਰ ਬੈਨੀਫਿਟਸ। ਸੋ ਇਸ ਕਰਕੇ ਲਿਵਰ ਖਰਾਬ, ਕਿਡਨੀ ਖਰਾਬ ਦੇ ਕਈ ਕਾਰਨ, ਜਿੱਦਾਂ ਕਿਡਨੀ 'ਚ ਪੱਥਰੀ ਹੋ ਜਾਏ, ਕਿਡਨੀ 'ਚ ਸੋਜਸ਼ ਹੋ ਜਾਏ, ਜਿੱਦਾਂ ਗੱਲ ਆਪਾਂ ਕਰ ਰਹੇ ਹਾਂ ਟੁਡੇ ਵੀ ਆਰ ਟਾਕਿੰਗ ਅਬਾਊਟ ਸਿਸਟਾਈਟਸ ਆਮ ਟੈਲਿੰਗ ਯੂ ਦ ਇਨਫਲੇਮੇਸ਼ਨ ਆਫ ਦ ਯੂਰੀਨਰੀ ਬਲੈਡਰ। ਉਹੀ ਇਨਫੈਕਸ਼ਨ ਜੇ ਗੁਰਦਿਆਂ ਵੱਲ ਨੂੰ ਚੱਲ ਜਾਏ ਤੇ ਗੁਰਦਿਆਂ 'ਚ ਫਿਰ ਸੋਜਸ਼, ਔਰ ਫਿਰ ਛੋਟੀ ਗੱਲਾਂ ਆਪਾਂ ਕਹਿੰਦੇ ਸਿਸਟ ਬਣ ਗਈ ਜੀ, ਕੈਂਸਰ ਬਣ ਗਿਆ ਜੀ, ਬਿਨਾਈਨ ਬਣ ਗਿਆ, ਟਿਊਮਰ ਬਣ ਗਿਆ, ਪ੍ਰੋਸਟੇਟ ਦੀ ਆਪਾਂ ਗੱਲ ਕਰਦੇ ਸੀ, ਅਜੇ ਉਹਦੇ ਤੇ ਵੀ ਆਪਣਾ ਕੋਈ ਟਾਪਿਕ ਪੂਰਾ ਟਾਈਮ ਨਹੀਂ ਮਿਲਿਆ, ਇਸ ਕਰਕੇ ਮੈਂ ਕੋਰਿਲੇਟ ਹੋ ਰਹੀ ਹੈ ਗੱਲ ਉਹਦੇ ਨਾਲ, ਕਿਉਂਕਿ ਆਪਾਂ ਪਿਛਲੇ ਹਫਤੇ ਪ੍ਰੋਸਟੇਟ ਦੀ ਗੱਲ ਕਰ ਰਹੇ ਸੀ ਤੇ ਸਿਸਟਾਈਟਸ ਵੀ ਇੱਕ ਬਿਮਾਰੀ ਹੈ ਜਿਹਦਾ ਲੋਕਾਂ ਨੂੰ ਪਤਾ ਨਹੀਂ, ਜਿੱਦਾਂ ਗੁਰਦਿਆਂ 'ਚ ਸੋਜਸ਼, ਇੱਦਾਂ ਹੀ ਬਲੈਡਰ ਦੀ ਸੋਜਸ਼ ਕਰਕੇ ਫਿਰ ਹਮੇਸ਼ਾ ਇਹ ਇਹਦੇ 'ਚ ਇੱਕ ਹੋਰ ਕੀ ਹੋਏਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਜਿੱਦਾਂ ਮੈਂ ਦੱਸਿਆ ਵੀ ਪਿਸ਼ਾਬ ਲੱਗ ਕੇ ਆਏਗਾ ਜੀ, ਬਲੱਡ ਆਏਗਾ ਜੀ, ਮਿਊਕਸ ਆਏਗੀ, ਪੇਨ ਜ਼ਰੂਰ ਹੋਏਗੀ ਨਲਾਂ 'ਚ, ਔਰ ਜਾਂ ਤੁਹਾਨੂੰ ਫਿਰ ਬੁਖਾਰ ਹੋ ਜਾਏਗਾ ਜੀ, ਚਿਲਸ ਮਤਲਬ ਕਾਂਬਾ ਜਿਹਾ ਲੱਗਣ ਲੱਗ ਜਾਏਗਾ ਜੀ। ਇਹ ਤਾਂ ਨਾ ਇੰਡੀਆ 'ਚ ਤਾਂ ਕਾਂਬਾ ਲੱਗਾ ਕਹਿੰਦੇ ਮਲੇਰੀਆ ਹੋ ਗਿਆ ਜੀ, ਲੇਕਿਨ ਗੁਰਦੇ ਦੀ ਇਨਫੈਕਸ਼ਨ ਜਦੋਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਹੋਵੇ ਉਦੋਂ ਵੀ ਚਿਲਸ ਲੱਗਦੀਆਂ। ਔਰ ਅਗਰ ਤੁਸੀਂ ਨੋਟਿਸ ਕਰੋ ਕਿ ਇਹ ਸਿਰਫ ਇਹ ਜਿਹੜੀ ਬਿਮਾਰੀ ਦੀ ਸ਼ੁਰੂਆਤ ਇੱਕ ਸਿੰਪਲ ਸਟੈਪ ਤੋਂ ਹੋਈ ਹੈ, ਵਿਚ ਇਜ਼ ਹਾਈਜੀਨ ਨੋ ਡਾਊਟ। ਔਰ ਹਾਈਜੀਨ ਜਿਹੜੀ ਬਹੁਤ ਇੰਪੋਰਟੈਂਟ ਹੈ, ਉਹਦੇ 'ਚ ਤੁਹਾਨੂੰ ਇਹ ਵੀ ਦੱਸਾਂ ਕਿ ਜਿੱਦਾਂ ਤੁਸੀਂ ਹਰ ਵਾਰੀ ਕਈ ਵਾਰੀ ਜਿੱਦਾਂ ਪ੍ਰਿਆ ਨੇ ਤੁਹਾਨੂੰ ਦੱਸਿਆ ਵੀ ਆਈ ਆਲਵੇਜ਼ ਟਰਾਈ ਟੂ ਹੈਲਪ ਯੂ ਵੀ ਕੋਈ ਹੋਮ ਰੈਮੇਡੀਜ਼ ਕਿਸ ਤਰ੍ਹਾਂ ਕਰਦੀਆਂ। ਸੋ ਪਿਆਰੇ ਦਰਸ਼ਕੋ, ਇਹ ਇਸ ਕਰਕੇ ਦੱਸਣਾ ਪਿਆ ਕਿ ਕਈ ਲੜਕੇ ਲੜਕੀਆਂ ਵਿਚਾਰੇ ਸ਼ਰਮਾ ਜਾਂਦੇ ਆ ਬਈ ਦੱਸਣ ਤੋਂ ਹੀ ਘਰਦਿਆਂ ਨੂੰ ਵੀ, ਲੇਕਿਨ ਡਾਕਟਰ ਤੋਂ ਤਾਂ ਖੈਰ ਕੋਈ ਨਹੀਂ ਛੁਪਾਉਂਦਾ। ਤੁਸੀਂ ਬਿਨਾਂ ਝਿਜਕ ਤੋਂ ਜੇ ਤੁਹਾਨੂੰ ਕਿਸੇ ਵੇਲੇ ਪ੍ਰਾਈਵੇਟ ਪਾਰਟਸ ਦੇ ਵਿੱਚ ਖਾਰਿਸ਼ ਹੋਵੇ, ਭਾਵੇਂ ਉਹਦੇ 'ਚ ਤੁਹਾਨੂੰ ਪਸ ਆਉਂਦੀ ਹੋਵੇ, ਬਲੱਡ ਆਉਂਦਾ ਹੋਵੇ, ਪਿਸ਼ਾਬ ਲੱਗ ਕੇ ਆਉਂਦਾ ਹੋਵੇ, ਪਿਸ਼ਾਬ ਦੀ ਇਨਫੈਕਸ਼ਨ ਹੋ ਗਈ ਤੇ ਇਟ ਕੈਨ ਕਾਜ਼ ਸੀਰੀਅਸ ਪ੍ਰੋਬਲਮਸ, ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮਾਈ ਨੰਬਰਸ ਆਰ ਸਟਿਲ ਔਨ ਦਾ ਸਕਰੀਨ। ਨਾ ਤੁਸੀਂ ਹੁਣ ਕਾਲ ਕਰਨੀ ਹੋਵੇ ਤੇ ਜਿੱਦਾਂ ਪ੍ਰਿਆ ਨੇ ਤੁਹਾਨੂੰ ਸਮਝਾਇਆ ਤਰੀਕੇ ਦੇ ਨਾਲ ਕਿ ਆਫਿਸ ਦੇ ਵਿੱਚ ਵੀ ਤੁਸੀਂ ਡਾਇਰੈਕਟ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਆ ਸਕਦੇ ਹੋ। ਜਿਹੜੇ ਲੋਕਲ ਪੇਸ਼ੈਂਟਸ ਨੇ, ਜਿਹੜੇ ਆਊਟਸਾਈਡ ਨਿਊਯਾਰਕ ਨੇ, ਫਰੋਮ ਐਨੀਵੇਅਰ ਇਨ ਦਾ ਵਰਲਡ, ਡਜ਼ਨਟ ਮੈਟਰ ਯੂ ਆਰ ਇਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਜਰਮਨ ਔਰ ਇੰਡੀਆ ਔਰ ਪਾਕਿਸਤਾਨ ਔਰ ਬੰਗਲਾदेश, you can talk to me directly on my phone number, or maybe you can log on to my website, or you can go to the YouTube. So you have the chances. ਤੁਸੀਂ ਬਿਨਾਂ ਝਿਜਕ ਤੋਂ ਮੇਰੇ ਨਾਲ ਗੱਲ ਕਰੋ, ਤੁਹਾਨੂੰ ਘਰ ਬੈਠੇ ਦਵਾਈ ਮਿਲੇਗੀ। ਔਰ ਉਹਦੇ 'ਚ ਅਸੀਂ ਜਿਸ ਤਰ੍ਹਾਂ ਅੱਜ ਦੱਸ ਰਹੇ ਹਾਂ, ਤੁਸੀਂ ਆਪ ਵੀ ਕੁਝ ਕਰ ਸਕਦੇ ਹੋ। ਜਿਸ ਤਰ੍ਹਾਂ ਤੁਹਾਨੂੰ ਪ੍ਰਿਆ ਨੇ ਹੁਣੇ ਹੀ ਬੜੇ ਸੋਹਣੇ ਪੁਆਇੰਟ ਨਾਲ ਸਮਝਾਇਆ ਕਿ ਮੇਨ ਥਿੰਗ ਇਜ਼ ਹਾਈਜੀਨ। ਉਸ ਜਗ੍ਹਾ ਦੀ ਸਫਾਈ ਜ਼ਰੂਰ ਰੱਖਣੀ ਹੈ। ਲੜਕੀਆਂ ਨੂੰ ਕੋਸ਼ਿਸ਼ ਕਰਨ ਅੰਡਰਗਾਰਮੈਂਟਸ ਕਾਟਨ ਦੇ ਪਾਉਣ, ਮੇਨ ਚੀਜ਼ ਰਾਈਟ, ਕਾਟਨ ਦੇ। ਦੂਸਰੇ ਨਾਲ ਵੀ ਕਈ ਵਾਰੀ ਇਨਫੈਕਸ਼ਨ ਹੁੰਦੀ ਹੈ ਜੀ। ਆਪਾਂ ਕਈ ਵਾਰੀ ਫੈਸ਼ਨ ਜਾ ਕੇ ਹਰ ਤਰ੍ਹਾਂ ਦੇ ਪਾਉਂਦੇ ਆ, ਲੇਕਿਨ ਪਹਿਲਾਂ ਇਹ ਹੈ ਕਿ ਪ੍ਰਾਈਵੇਟ ਪਾਰਟ ਇਜ਼ ਦਾ ਮੋਸਟ ਸੈਂਸਿਟਿਵ ਪਾਰਟ ਆਫ ਦਾ ਬਾਡੀ। ਜੇ ਉਹਦੀ ਹਾਈਜੀਨਿਕ ਨਹੀਂ ਰੱਖ ਸਕਦੇ ਤਾਂ ਸਮਝੋ ਵੀ ਤੁਸੀਂ ਆਪਣੇ ਸਰੀਰ ਦੇ ਆਪ ਦੁਸ਼ਮਣ। ਬਿਲਕੁਲ ਜੀ। ਭਾਵੇਂ ਦਿਨ 'ਚ 2 ਵਾਰੀ ਨਹਾਓ। ਤੀਸਰਾ, ਜੇ ਇਸ ਤਰ੍ਹਾਂ ਦੀ ਇਨਫੈਕਸ਼ਨ ਹੋਵੇ, that is called urinary tract infection, urinary passage ਜਾਂ urinary bladder 'ਚ ਕਿਤੇ ਵੀ ਸੋਜਸ਼ ਹੋਵੇ, water. That reminded me that I'm also going to have a sip of water. ਮੈਂ ਉਹੀ ਦੱਸਿਆ, ਅੱਜ ਤਾਂ ਮੈਂ ਕਿਹਾ ਵੀ ਨਹੀਂ ਪ੍ਰਿਆ ਨੇ ਪਾਣੀ ਚੁੱਕ ਲਿਆ, ਚਲੋ ਮੈਂ ਵੀ ਚੁੱਕ ਲੈਣਾ। ਵੈਸੇ ਇਟਸ ਰੀਲੀ ਇੰਪੋਰਟੈਂਟ ਟੂ ਅੰਡਰਸਟੈਂਡ। ਹਮੇਸ਼ਾ ਇਹ ਕਿਹਾ ਜਾਂਦਾ ਹੈ, ਅਸੀਂ ਇਸ ਚੀਜ਼ ਨੂੰ ਬੜੀ ਛੇਤੀ ਨਿਗਲੈਕਟ ਕਰ ਦਿੰਦੇ ਹਾਂ। ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਔਰ ਪਾਣੀ ਜੀ, ਔਰ ਕ੍ਰੈਨਬੈਰੀ ਜੂਸ ਜੀ, ਐਲੋਵੇਰਾ ਜੂਸ, ਰਾਈਟ। ਕ੍ਰੈਨਬੈਰੀ ਜੂਸ ਦੇ ਵਿੱਚ